ताराचंद जी, जिन्होंने बहुत ही बरीकी दे नाल बच्चों को भी संदेश दिता कि बच्चों स्ट्रगल करनी है, मेहनत करनी है, पढ़ना है, क्योंकि तुहाडे कोल अज हर सुख साधन हैगा पढ़ाई का, जो अज तो 15 साल पहला या 20 साल पहला साडे कोल नहीं हुंदा सी। गरीबी हुंदी सी, ज़्यादा नहीं पढ़ पाते सीगे, पर हुण तुहाडे कोल सारा कुछ आ। चाह ना पी जाओ बच्चों, मैं तुहानूं कह रहा तुसीं पढ़ोगे तो बाबा साहब नाल जुड़ोगे। बाबा साहब की जयंती ਦੇ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਬਹੁਤ ਹੀ ਵਧੀਆ ਲੱਗ ਰਿਹਾ ਇਸ ਪੰਡਾਲ ਦੇ ਵਿੱਚ ਬੈਠੇ ਸਾਰੇ ਬੁਲਾਰੇ, ਖਾਸ ਕਰਕੇ ਜਿਹੜੇ ਬੱਚੇ ਇੰਨੀ ਤਾਦਾਦ ਬੱਚਿਆਂ ਦੀ ਕੋਈ ਵੀ ਆਪਾਂ ਫੰਕਸ਼ਨ ਦੇਖੀਦਾ ਬੱਚੇ ਬਹੁਤ ਘੱਟ ਹੁੰਦੇ ਆ ਤੇ ਇੱਥੇ ਬਹੁਤ ਜ਼ਿਆਦਾ ਬੱਚੇ ਆ। ਬਹੁਤ ਵਧੀਆ ਲੱਗਿਆ ਕਿਉਂਕਿ ਆਪਾਂ ਨੇ ਯੂਥ ਨੂੰ ਹੀ ਜੋੜਨਾ। ਜਿਹੜੀ ਐਜੂਕੇਸ਼ਨ ਹੈ, ਐਜੂਕੇਸ਼ਨ ਜਿਹੜੀ ਆਪਾਂ ਨੇ ਲੈ ਲਈ ਹੈ, ਹੁਣ ਤਾਂ ਐਜੂਕੇਸ਼ਨ ਬੱਚਿਆਂ ਨੂੰ ਆਪਾਂ ਪ੍ਰੋਵਾਈਡ ਕਰਨੀ ਹੈ ਤੇ ਇਹੀ ਸਾਡਾ ਬੇਸ ਹੈ। ਬੱਚਿਆਂ ਤਾਂ ਮੈਂ ਇੱਕ ਗੱਲ ਦੱਸ ਦਿੰਦਾ, ਆਪਣੇ ਕੋਲ ਜ਼ਮੀਨ ਜਾਇਦਾਦ ਨਹੀਂ ਹੈਗੀ, ਨਾ ਕੋਈ ਵੱਡੀ ਇੰਡਸਟਰੀ ਹੈ, ਹੋਰ ਕੋਈ ਆਪਣੇ ਕਾਰੋਬਾਰ ਵੱਡੇ ਕਾਰੋਬਾਰ ਨਹੀਂ, ਆਪਣੇ ਕੋਲ ਸਿਰਫ ਐਜੂਕੇਸ਼ਨ ਹੀ ਹੈ। ਆਪਣੇ ਕੋਲ ਇਹੀ ਦੌਲਤ ਹੈ, ਇਹੀ ਵੈਲਥ ਹੈ, ਆਪਾਂ ਇਹਨੂੰ ਅਚੀਵ ਕਰਨਾ। ਤੇ ਇਸ ਕਰਕੇ ਤੁਸੀਂ ਸਟਰਗਲ ਤੁਸੀਂ ਜਿਹੜੀ ਮੇਨ ਕਰਨੀ ਹੈ। ਬਾਬਾ ਸਾਹਿਬ ਨੇ ਵੀ ਇਹੀ ਕਿਹਾ ਸੀ, ਤੁਸੀਂ ਭਾਈ ਪੜ੍ਹੋ, ਐਜੂਕੇਸ਼ਨ ਲਵੋ, ਤੁਸੀਂ ਮੇਨ ਫੋਕਸ ਕਰਨਾ ਐਜੂਕੇਸ਼ਨ 'ਤੇ। ਐਜੂਕੇਸ਼ਨ ਤੁਸੀਂ ਸਕੂਲੋਂ ਜਿਹੜੀ ਮਿਲਦੀ ਹੈ, ਉਸ ਤੋਂ ਇਲਾਵਾ ਵੀ ਜਿਵੇਂ ਪਹਿਲੇ ਬੁਲਾਰੇ ਵੀ ਬੋਲ ਕੇ ਗਏ ਨੇ, ਅੱਜ ਕੱਲ੍ਹ ਮੇਨ ਹੈਗੀ ਇੰਗਲਿਸ਼ ਸਪੀਕਿੰਗ। ਇੰਗਲਿਸ਼ ਸਪੀਕਿੰਗ ਦੀ ਆਪਣੇ ਕੋਰਸਿਸ ਵੀ ਹੈਗੇ ਨੇ, ਕਿਤਾਬਾਂ ਵੀ ਮਿਲਦੀਆਂ ਨੇ। ਸਕੂਲੋਂ ਆ ਕੇ ਆਪਣਾ ਸਿਲੇਬਸ ਤਾਂ ਪੜ੍ਹਨਾ ਹੀ ਪੜ੍ਹਨਾ, ਉਸ ਤੋਂ ਬਾਅਦ ਤੁਸੀਂ ਇੰਗਲਿਸ਼ ਸਪੀਕਿੰਗ ਕੋਰਸ ਦੀ ਕਿਤਾਬਾਂ ਵੀ ਪੜ੍ਹੋ, ਤਾਂ ਕਿ ਤੁਸੀਂ ਅਗਰ ਕਿਤੇ ਹੋਰ ਤੁਸੀਂ ਡਿਬੇਟ ਕਰਨੀ ਹੈ, ਕਿਸੇ ਨਾਲ ਆਰਗੂ ਕਰਨੀ ਹੈ, ਡਿਸਕਸ਼ਨ ਕਰਨੀ ਹੈ, ਇੰਗਲਿਸ਼ ਦਾ ਬੇਸ ਬਹੁਤ ਹੋਣਾ ਜ਼ਰੂਰੀ ਹੈ। ਤੇ ਮੈਂ ਇਹੀ ਤੁਹਾਨੂੰ ਮੈਂ ਉਮੀਦ ਕਰਦਾ ਵੀ ਤੁਸੀਂ ਜਿਹੜੇ ਐਜੂਕੇਸ਼ਨ ਦੇ ਉੱਪਰ ਧਿਆਨ ਦੇਵੋ। ਮੇਨ ਸਾਡੀ ਇਹੀ ਵੈਲਥ ਹੈ, ਇਹੀ ਤੁਸੀਂ ਗੇਨ ਕਰ ਲਓ। ਆਪਣੀ ਜ਼ਮੀਨ ਜਾਇਦਾਦ ਉਹ ਘਟ ਜਾਂਦੀ ਹੈ, ਉਹਨੂੰ ਬੰਦਾ ਖੋਹ ਸਕਦਾ, ਲੈ ਜਾਂਦਾ, ਕੋਈ ਵਿਕ ਜਾਂਦੀ ਹੈ, ਇੰਡਸਟਰੀ ਵਿਕ ਜਾਂਦੀ ਹੈ। ਜਿਹੜੀ ਵੈਲਥ ਜਿਹੜੀ ਐਜੂਕੇਸ਼ਨ ਹੈ ਨਾ, ਉਹ ਇੱਕ ਵਾਰ ਆਪਣੇ ਕੋਲ ਆ ਗਈ, ਉਹਨੂੰ ਕੋਈ ਨਹੀਂ ਖੋਹ ਸਕਦਾ। ਤੇ ਬਸ ਇੰਨਾ ਹੀ ਕਹਿੰਦਾ, ਮੈਂ ਇਹ ਕਹਿੰਦਾ ਬਾਬਾ ਸਾਹਿਬ ਦੀ ਜਯੰਤੀ ਅਸੀਂ ਮਨਾ ਜ਼ਰੂਰ ਰਹੇ ਹਾਂ, ਪਰ ਤੁਸੀਂ ਐਜੂਕੇਸ਼ਨ ਵੱਲ ਧਿਆਨ ਦੇ ਕੇ ਤਾਂ ਹੀ ਅਸੀਂ ਵਧੀਆ ਕਹਾਂਗੇ ਬਾਬਾ ਸਾਹਿਬ ਤੁਸੀਂ ਵਾਕਈ ਮੰਨਣ ਵਾਲੇ ਹਾਂ। ਥੈਂਕ ਯੂ ਜੀ। ਮੁੜ ਘਿੜ ਕੇ ਗੱਲ ਨਾ ਉੱਥੇ ਆ ਜਾਂਦੀ ਆ ਜਿੱਥੋਂ ਆਪਾਂ ਸ਼ੁਰੂ ਕੀਤੀ ਸੀ। मैं पहला भी कहा सीगा कि जो पंजाबी आ पढ़नी जरूरी आ, मां बोली आ पढ़नी चाहिए आ, पर पंजाब तो बाहर किते पंजाबी बोली नहीं जाती। इस करके अपने बच्चों को इंग्लिश का मीडियम रखा के उन्होंने इंग्लिश के प्रति भी स्टडी करवाओ। और बहुत बड़ा उपराला डॉक्टर बाबा साहब भीमराव अंबेडकर सोसाइटी का भी आ, जिदा कि मैं पहला भी दसिया कि बहुत ही जल्द बच्चा कोई भी होवे, ये नहीं है जी SC बच्चे या BC बच्चे या कोई भी कम्यूनिटी का बच्चा, उन्होंने बच्चों के वास्ते पहली तो लैके 8वीं क्लास तक के बच्चों लिए ट्यूशन फ्री वो करा रहे हैं, टीचर मुहैया करवा रहे हैं। बहुत जल्द वो भी सारे अनाउंस करता जाएगा कदों वो टीचर हायर करके तो क्लासा लगानियां शुरू कर देंगे। फ्री ऑफ कॉस्ट होगी ट्यूशन, जिहदे विच साइंस, मैथ ते इंग्लिश, पंजाबी तो साडे बच्चे पढ़ ही लेंदे आ। ये तिलकदे जाके गणित दे ते या तिलकदे इंग्लिश दे, उत्थे इन्हां दी पकड़ मजबूत बनानी आ। ये साडी जो सोसाइटी है दा संकल्प आ, जिन्हों लैके चल रहे आ, बहुत वधिया काम करते पे आ। इन्हां दी जिन्नी तारीफ होवे मैं समझदा घट आ। एजुकेशन बहुत जरूरी आ। किसी भी तुसी लैक्चरार नूं, किसी भी बड़े तो बड़े प्रवक्ता नूं सुन लो, अपने लैक्चर के अंदर तो यही कहेंगे कि एजुकेटेड होवो। बाबा साहब ने भी कहा सी चढ़ना पऊगा, संघर्ष करना कदे लई आ, क्यों करना, अपने हक्कां दे लई करना, जिथे तुहाडे ते अत्याचार हुंदे आ उहनूं ठल पाउण लई करना। ते सरकारां नूं जो धक्केशाही करदियां। तथागत गौतम बुद्ध, राष्ट्रपिता महात्मा ज्योतिराव फूले जी, युग पुरुष, नारी जाति के मुक्तिदाता,
ਭਾਰਤ ਰਤਨ ਗਿਆਨ ਦੇ ਪ੍ਰਤੀਕ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਅਤੇ ਸਾਰੇ ਬਹੁਜਨ ਸੰਘਰਸ਼ੀਲ ਮਹਾਪੁਰਸ਼ਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਾ ਹੋਇਆ ਅੱਜ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਵੈਲਫੇਅਰ ਸੁਸਾਇਟੀ ਬਹਾਦਰਪੁਰ ਬਾਈਆਂ ਵੱਲੋਂ ਆਯੋਜਿਤ ਪ੍ਰੋਗਰਾਮ ਵਿੱਚ ਪਹੁੰਚੇ ਮੇਰੇ ਬਹੁਤ ਹੀ ਸਤਿਕਾਰਯੋਗ ਇੰਜੀਨੀਅਰ ਜਸਵੰਤ ਰਾਏ ਜੀ, ਇਸ ਸਮਾਜ ਦੇ बहुत ही सूझवान लीडर और मिशनरी चिंतक मेरे वीर मनजीत सिंह जी एक्सीयन और साडे नाल आए विशाल जी उन्होंने दे साथी और इस संस्था के अहुदेदार दे विच बहुत ही सत्कारयोग ओंकार कुमार रिंकू जी, हरजिंदर कुमार जी, कुलदीप जी, सोमदेव जी, आकाश जी, इन्हों की समूह टीम और इस पिंडा के सरपंच साहिबान और बुद्धिजीवी वर्ग के मेरे भैनों भरावों बच्चों और बुजुर्गों, सब तो पहला तो मैं अज इस सोसाइटी और समूह समाज नूं बाबा साहब के जन्मदिन दियां बहुत बहुत बधाई देना और दूसरा मैं सलूट करदा इस संस्था जिन्हां ने कि इन्ना वड्डा उपराला कीता आ और मैं महसूस कर रहा कि वड्डी गिणती दे विच भरावां नाल वध के औरतां और बच्चे पहुंचे आ जो कि इस सोसाइटी और इस समाज लिए शुभ संकेत है कि मैनूं उम्मीद है कि आने वाले समय दे विच समाज दे विच एक बड़ी संघर्ष जे होएगा उहदे लई एक बड़ी टीम तैयार हो रही है और अज इत्थे पहुंची है। मैं देखदा कि जिन्ना संघर्ष साडे महापुरुषों ने कीता आ, जे आपां अज बाबा साहब के जन्मदिन की गल करिए उन्ना संघर्ष किसी होर पूरे संसार दे विच किसी ने नहीं कीता। मैं जदों अपनी किताब लिखी मैं उस तो पहला पूछना चाहना कि ये जो मैं किताब बारे गल कर रहा किन्ने साथियों ने मेरी किताब नूं पढ़िया आ, जरा हथ क्यों लगता ज़्यादा पढ़िया है, बड़ी खुशी की गल है। अज जे असीं देखीए कि तुहाडे घरां दे विच सब चीज़ां मिलणगियां, टीवी, फ्रिज और हर सुख सुविधा एसी, पर मैनू जरा दस्यो कि जो घर दे विच किताबां दी लाइब्रेरी किन्ने घरां च है जिस तो सिक्ख्या लैके असीं अगे वध सकदे हां, जो साडे महापुरुषों का सुपना सी। जरा हथ खड़ा करके दसो कि किन्ना घरां दे विच लाइब्रेरी हैगी आ। अच्छा दूसरा ये दस्यो कि जिस संविधान की बदौलत सानू ये हक हकूक मिले अज असीं सुख सुविधा लै रहे हैं जां अच्छा जीवन, बहुत अच्छा तो नहीं मैं कहता अच्छा जीवन बतीत कर रहे हैं। साडे हक हकूकां दे ग्रंथां जो तुहाडे हक है उन्हां दी किताबां तुहाडे घरां च नहीं होणगीਆਂ। ਉਹਦਾ कारण की है? क्योंकि जे कारण पता लग जाए सानू निवारण भी पता लग सकता। जे किसी भी बुद्धा ने कहा दुख है, दुख का कारण है और ਉਹਦਾ निवारण भी हैगा। जे सानू दुख का कारण पता चले असीं इलाज कर सकते ना। उस दुख का कारण जिहड़ा ਉਹ ਲੱਭਿਆ ਆ ਉਹ ਸਾਡੇ महापुरुष महात्मा ज्योतिराव फुले जिन्हां दी सामने तस्वीर नजर आ रही है। उन्होंने की किया कि विद्या बिना मती गई, विद्या बिना मती गई, मती बिना नीति गई,
नीति बिना गति गई, गति बिना शूद्र हताश होए, ये सब अविद्या के कारण होया। और गुरु रविदास जी महाराज ने भी क्या हैगा, अविद्या अहित कीन, कि अगर विद्या नहीं है तो हित नहीं हो सकता। लेकिन अज दे दिन तुसी देखते हो, अज ऐतवार का दिन है ते साडे खास करके SC ST OBC दे लोग, मैं समझदा कि पंजाब दे बहुत वड्डी गिनती दे विच साडियां दो कास्ट आया, रविदासिया और मजहबी वाल्मीकि कास्ट। लेकिन मैक्सिमम लोग ऐतवार नूं बाबियां दे जांदे आ और कस वास्ते कि जी असी जन्म सुधारन जाना आ, और किन्नियां देरां तो जा रहे आ और कदी जन्म सुधरिया। जिन्हां दे जन्म दे विच पैड़ा ज्यादा जांदियां ने, सुधार आया वो सिर्फ ते सिर्फ एजुकेशन दे कारण आया, और वो उच्च विद्या दे नाल आया, वो इन्हां महापुरुषां वल्लों दसे रस्तियां दे नाल आया। तुसी जिन्ना मर्जी दे रहा, जिन्ना मर्जी उन्हां धार्मिक स्थानां ते चले जाओ, तुहाडा हित नहीं है जिन्नी देर तुहाडी ते तुहाडे घरां दे विच जागृति किस चीज़ दी, विद्या दी नहीं आएगी। मैं किताब लिखी, मैं उहदे बारे जरूर दसना चाहना कि 2020 दे विच तुहानूं सारिआं नूं पता आ कि कोरोना काल आया, और कोरोना काल दे विच करीब 40 42 45 दिन लोगों नूं घरां तक डक दिता, घरां तो बाहर नहीं निकल दिता कि बीमारी की वजह करके। और हर घर दे विच इक्को ही डर सी कि पता नहीं कोरोना साडे घरां 'च साडी मौत कदों हो सकती है। लेकिन कुछ लोगों ने उस समय का सदुपयोग किया। कई घरों दे विच अच्छा खान पकवान बनया कि चलो छुट्टी हैगी आ, छुट्टियां हैगी ने, घरों बाहर नहीं जाना, अच्छा बना के व्यंजन जो घर दे खाइए। परंतु कुछ साथियों ने उसका सदुपयोग किया। उन्हां दे विच मैं इकल्ला नहीं है, बहुत लोगों ने उन्हां दिनां दे विच उस एजुकेशन ते लिखिया आ, उस ज्ञान ते लिखिया है कि जिहड़ा घर घर तक जाना चाहिए। मैं भी उन्हां दिनां दे विच 17 तो 18 घंटे लगातार मेरे घर मनजीत सिंह दे घर, इंजीनियर जसवंत राय जी दे घर वड्डियां लाइब्रेरियां ने। इस वक्त मेरे घर भी घट्टो घट 1000 तो ज़्यादा बुक्स आ। वैसे तो 3-4 हज़ार बुक्स है जी मेरी लिखी हुई है अलग अलग, लेकिन 1000 मेरे किताब पई है घर। और मैं तुहानूं दस देना चाहना कि एक ज्ञान दे प्रतीक किताब है। मैं 5000 छपा चुके हाँ, तो मेरे को सिर्फ 300 पई है, तो मैंने 1000 होर किताब की डिमांड है, और उन्हों की फीडबैक आ रही है। उस किताब दे विच की है, ज्यादा मेरे तो पहला साथियों ने बहुत वधिया बोलिया, जो अजकल साडे साथी हैं जो समाज दे विच साडे लोगों को रोकिया जा रहा है, ईवन के साडे अपने लोग ही रोकते हैं अगे बढ़न तो। लेकिन जो साडे महापुरुषों की जो सिक्ख्या अगर नहीं लवांगे तो साडे बच्चे हरास हो जाते। बड़े बच्चे तुसीं देखदे हो सुसाइड भी कर जाते हैं उस भेदभाव तो डर के। अगर बाबा साहब भी इदां करदे ते की वो साडे लोगों लई अज तक इन्ने स्ट्रगल तो बाद हक हकूक दिलवा सकते सी? कभी जरूर सोचे घर जाके। उन्होंने मैं अपनी किताब विचले सारे ने पढ़िया कि अजकल बच्चों तुहानूं दाखला मिलता आ, कभी तुहाडे उत्ते शर्त कोई रखी जाती है कि इस कंडीशन में दाखला देना। लेकिन उन्होंने महापुरुषों को पहली बार मैं लिखिया किताब के 5 शर्तां ते उन्होंने एडमिशन दी गई एजुकेशन वास्ते, क्योंकि उन्होंने दिनों दे विच अछूतां नूं पढ़न का अधिकार नहीं सी। अज तुहानूं सारे पढ़न के अधिकार है, संविधान चों मिलिया, और उस संविधान दी हक हुक भी जल्दी जा रहा। लेकिन तुसीं आपां ही असीं भी सारे तुहाडे नाल सुते पे हां। वो 5 हक हुकूक किहड़े सी? पहली गल कि डॉक्टर अंबेडकर, भीमराव
ਬੱਚਿਆਂ ਨੂੰ, ਪੁਰਾਣੇ ਬਜ਼ੁਰਗਾਂ ਨੂੰ ਪਤਾ, ਅੱਜ ਕੱਲ੍ਹ ਸ਼ਾਇਦ ਬੱਚਿਆਂ ਨੂੰ ਨਾ ਪਤਾ ਹੋਵੇ ਕਿ ਅੱਗੇ ਬੋਰੀ ਦਾ ਟਾਟ ਸਕੂਲਾਂ ਦੇ ਵਿੱਚ ਹੁੰਦਾ ਸੀ ਨੀਚੇ ਬੈਠਣ ਲਈ, ਕਿ ਟਾਟ ਜਿਹੜਾ ਹੈਗਾ ਬੈਠਣ ਲਈ ਅੰਬੇਡਕਰ ਘਰ ਤੋਂ ਲੈ ਕੇ ਆਏਗਾ, ਜਦੋਂ ਕਿ ਬਾਕੀ ਬੱਚਿਆਂ ਨੂੰ ਸਕੂਲ ਦੇ ਵਿੱਚੋਂ ਮਿਲਦਾ ਸੀ। ਦੂਸਰਾ ਕਿ ਬਲੈਕ ਬੋਰਡ ਦੇ ਨੇੜੇ ਨਹੀਂ ਜਾਈਦਾ, ਕਿਉਂਕਿ ਬਲੈਕ ਬੋਰਡ ਦੇ ਕਈ ਜਿਨ੍ਹਾਂ ਬੱਚਿਆਂ ਨੇ ਦੇਖਿਆ ਬਲੈਕ ਬੋਰਡ ਦੇ ਪਿੱਛੇ ਸਪੇਸ ਹੁੰਦੀ ਆ, ਜਿਹੜੇ ਬੱਚੇ ਸਕੂਲ ਆਉਂਦੇ ਉਹ ਆਪਣੇ ਡੱਬੇ ਰੋਟੀ ਵਾਲੇ ਰੱਖ ਦਿੰਦੇ ਦੁਪਹਿਰ ਵਾਲੇ। ਤੀਸਰਾ ਮਟਕਾ ਜਿਹੜਾ ਪਾਣੀ ਪੀਣ ਵਾਲਾ, ਅੱਜ ਅਸੀਂ ਨਲਕੇ ਵੀ ਚਲੇ ਗਏ, ਸਭ ਚਲੇ, ਅਸੀਂ ਬੋਤਲਾਂ ਗਲਾਸਾਂ ਤੇ ਪਾਣੀ ਪੀਂਦੇ ਹੈਗੇ ਕਿ ਜਿਹੜਾ ਕਿ ਪਿਊਰੀਫਾਈਡ ਵਾਟਰ ਹੈ, ਲੇਕਿਨ ਮਟਕੇ ਨੂੰ ਹੱਥ ਵੀ ਨਹੀਂ ਲਗਾਏਗਾ ਪਾਣੀ ਨੂੰ, ਪੀਣ ਤਾਂ ਦੂਰ ਦੀ ਗੱਲ। ਚੌਥਾ, ਬੱਚਿਆਂ ਦੇ ਨਾਲ ਦੂਸਰੇ ਬੱਚਿਆਂ ਨਾਲ ਖੇਲੇਗਾ ਨਹੀਂ। ਅੱਜ ਤੁਸੀਂ ਦੇਖੋ ਕਿ ਅਗਰ ਇੱਕ ਬੱਚੇ ਨੂੰ ਕਹਦੇ ਜਿਹਨੂੰ ਬਿਲਕੁਲ ਪਤਾ ਨਹੀਂ, ਉਹਨੂੰ ਕਹਿ ਦਿਓ ਕਿ ਵੀ ਤੂੰ ਬੱਚਿਆਂ ਨਾਲ ਨਹੀਂ ਖੇਲਣਾ, ਉਸ ਬੱਚੇ ਦੇ ਮਨ ਤੇ ਕੀ ਗੁਜ਼ਰਦੀ ਹੋਏਗੀ, ਕੀ ਉਹਦਾ ਮੈਂਟਲੀ ਸਟੇਟਸ ਠੀਕ ਰਹੇਗਾ ਪੜ੍ਹਨ ਦਾ। ਤੇ ਪੰਜਵਾਂ ਜਿਹੜਾ ਸਭ ਤੋਂ ਖਤਰਨਾਕ ਸੀ ਕਿ ਡਾਕਟਰ ਅੰਬੇਡਕਰ ਅਗਰ ਇਸ ਜਗ੍ਹਾ ਤੇ ਬੱਚੇ ਬੈਠੇ ਆ ਤਾਂ 10 ਫੁੱਟ ਦੀ ਦੂਰੀ ਦੇ ਉੱਤੇ ਬੈਠੇਗਾ, ਨੇੜੇ ਨਹੀਂ ਬੱਚਿਆਂ ਦੇ ਆ ਸਕਦਾ। ਇਹ ਉਹਨਾਂ ਦਿਨਾਂ ਦੇ ਵਿੱਚ ਹਾਲਾਤ ਸੀ ਐਜੂਕੇਸ਼ਨ ਲੈਣ ਦੇ। ਲੇਕਿਨ ਤੁਸੀਂ ਦੱਸੋ ਕਿ ਇੰਨੀ ਜਲਾਲਤ ਭਰੀ ਜ਼ਿੰਦਗੀ ਦੇ ਵਿੱਚੋਂ ਉੱਠ ਕੇ ਬਾਬਾ ਸਾਹਿਬ ਦਾ ਟੀਚਾ ਕੀ ਸੀ? ਉਹਨਾਂ ਨੇ 10th ਕੀਤੀ 1907 ਦੇ ਵਿੱਚ, ਔਰ ਉਸ ਟਾਈਮ ਇੱਕੋ ਹੀ ਵਿਅਕਤੀ ਜਿਹੜਾ ਸੂਚੋ ਪਹਿਲੀ ਵਾਰੀ ਜਿਹਨੇ 10ਵੀਂ ਕੀਤੀ ਹੈ, ਤੇ ਬ੍ਰਾਹਮਣ ਮਾਸਟਰ ਨੇ ਹੈਲਪ ਕੀਤੀ, ਤੇ ਉਸ 10ਵੇਂ ਬੇਸ ਤੇ ਇੱਕ ਜਿੱਦਾਂ ਦਾ ਤੁਸੀਂ ਫੰਕਸ਼ਨ ਰੱਖਿਆ, ਛੋਟਾ ਜਿਹਾ ਫੰਕਸ਼ਨ ਰੱਖਿਆ ਗਿਆ ਤੁਹਾਡਾ ਤਾਂ ਕਾਫੀ ਵੱਡੀ ਗਿਣਤੀ ਚੋਂ ਉਸ ਮਹੱਲੇ ਦੇ ਵਿੱਚ, ਕਿ ਕਿਸੇ ਮਹਾਰ ਜਾਤੀ ਦੇ ਵਿੱਚ ਲੜਕੇ ਨੇ 10ਵੀਂ ਕੀਤੀ ਹੈ ਤੇ ਉਸ ਨੂੰ ਸਨਮਾਨਿਤ ਕੀ ਕੀਤਾ ਗਿਆ। ਅੱਜ ਅਸੀਂ ਵੱਡੇ ਵੱਡੇ ਗਿਫਟ ਦਿੰਦੇ ਆ ਘਰਾਂ ਦੇ ਵਿੱਚ, ਵਿਆਹ ਸ਼ਾਦੀਆਂ 'ਚ। ਇੱਕ ਬੁੱਧ ਚਰਿੱਤਰ, ਇੱਕ ਕਿਤਾਬ ਦਿੱਤੀ ਬੁੱਧ ਚਰਿੱਤਰ, ਮੇਰੀ ਕਿਤਾਬ ਮਾਨਵਤਾ ਦੇ ਮਾਰਗਦਾਤਾ ਤਥਾਗਤ ਗੌਤਮ ਬੁੱਧ ਵੀ ਜੇ ਹੋਵੇ ਠੀਕ ਨੇ ਤਾਂ ਮੈਥੋਂ ਲੈ ਕੇ ਪੜ੍ਹਿਓ। ਤੇ ਉਹ ਬੁੱਧ ਚਰਿੱਤਰ ਜਿਹੜੀ ਕਿਤਾਬ ਦਿੱਤੀ ਉਹਨੂੰ ਗਿਫਟ ਦੇ ਵਿੱਚ ਬਾਬਾ ਸਾਹਿਬ ਨੂੰ ਮਿਲੀ, ਔਰ ਜਦੋਂ ਉਹਨਾਂ ਨੇ ਕਿਤਾਬ ਆਪਣੀ ਲਾਇਬ੍ਰੇਰੀ 'ਚ ਰੱਖੀ ਪਹਿਲੀ ਵਾਰੀ, ਉਹ ਉਹਨਾਂ ਨੇ ਖੁਸ਼ੀ ਮਹਿਸੂਸ ਕੀਤੀ, ਕਿਉਂਕਿ ਬੱਚਿਆਂ ਨੂੰ ਅਗਰ ਛੋਟੀ ਜਿਹੀ ਗਿਫਟ ਵੀ ਦੇ ਦਿਓ ਉਹਨਾਂ ਦੇ ਮੋਟੀਵੇਸ਼ਨ ਤੇ ਉਹਨਾਂ ਦਾ ਹੌਸਲਾ ਬਹੁਤ ਵੱਧ ਜਾਂਦਾ। ਮੈਂ ਲੰਬਾ ਨਾ ਜਾਵਾਂ, ਉਸ ਤੋਂ ਬਾਅਦ ਇੰਨੀਆਂ ਮੁਸ਼ਕਿਲ ਹਾਲਾਤਾਂ ਦੇ ਵਿੱਚ ਉਹ ਪੜ੍ਹੇ। ਅੱਜ ਮੈਨੂੰ ਦੱਸੋ ਕਿ ਕਿਸੇ ਬੱਚੇ ਨੂੰ ਇਦਾਂ ਦੀ ਕੰਡੀਸ਼ਨ ਤੇ ਸਕੂਲ ਦੇ ਵਿੱਚ ਕੀਤਾ ਜਾਂਦਾ ਹੋਏਗਾ, ਕਿਉਂਕਿ ਕਈ ਬੱਚਿਆਂ ਦਾ ਭੇਦਭਾਵ ਅੱਜ ਸਕੂਲਾਂ ਲੈਵਲ ਤੇ, ਕਾਲਜ ਲੈਵਲ ਤੇ, ਮਹੱਲੇ ਲੈਵਲ ਤੇ, ਘਰਾਂ ਦੇ ਲੈਵਲ ਤੇ ਬੜਾ ਹੁੰਦਾ ਆ। ਉਹਨਾਂ ਚੀਜ਼ਾਂ ਬਾਰੇ ਨਹੀਂ, ਸਾਡਾ ਟਾਰਗੇਟ ਕੀ ਆ? ਉਸ ਮਹਾਪੁਰਸ਼ਾਂ ਦਾ ਮੁੱਖ ਉਦੇਸ਼ ਕੀ ਸੀ? ਜਿਹਦਾ ਸਾਥੀ ਨੇ ਦੱਸਿਆ ਕਿ ਉਹਨੇ 4 ਬੱਚੇ ਦੀ ਡੈਥ ਹੋ ਗਈ, ਜਿਹਦਾ ਲਾਸਟ ਬੱਚੇ ਦੀ ਡੈਥ ਹੋਈ ਆ, ਔਰ ਉਸ ਦਿਨ ਉਹਨਾਂ ਨੇ ਰਾਉਂਡ ਟੇਬਲ ਕਾਨਫਰੰਸ ਤੁਹਾਡੇ ਹੱਕ ਹਕੂਕਾਂ ਲਈ ਜਾਣਾ ਸੀ। ਉਹਨਾਂ ਨੇ ਕਿਹਾ ਕਿ ਮੇਰਾ ਇੱਕ ਬੱਚਾ ਗਿਆ, ਲੇਕਿਨ ਮੇਰੀ 6 ਕਰੋੜ ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਹੈ, ਇਸ ਕਰਕੇ ਮੈਂ ਇੱਕ ਬੱਚੇ ਦੀ ਦੇ ਲਈ ਮੈਂ ਆਪਣੇ 6 ਕਰੋੜ ਬੱਚਿਆਂ ਨੂੰ ਮਾਰ ਨਹੀਂ ਸਕਦਾ। ਤੇ ਉਸ ਟਾਈਮ ਮਹਾਰਾਜਾ ਬੜੌਦਾ ਨੇ, ਤੁਸੀਂ ਪੜ੍ਹਿਆ ਹੋਵੇਗਾ, ਮੈਂ ਕਿਤਾਬ 'ਚ ਲਿਖਿਆ, ਮਦਦ ਕੀਤੀ, ਹਾਇਰ ਐਜੂਕੇਸ਼ਨ ਉਹਨਾਂ ਕੀਤੀ। ਜਿੱਦਾਂ ਲੋਕੀ ਲੰਡਨ ਜਾਂਦੇ, ਉਹ ਲੰਡਨ ਤੋਂ ਇੱਥੇ ਆਏ, ਔਰ ਜਦੋਂ ਬੜੌਦਾ ਰਿਆਸਤ ਦੇ ਵਿੱਚ ਕੰਡੀਸ਼ਨ ਸੀ ਕਿ ਜਦੋਂ ਤੁਸੀਂ ਐਜੂਕੇਟ ਹੋ ਕੇ ਆਓਗੇ ਤੇ ਉਸ ਟਾਈਮ ਤੁਸੀਂ 10 ਸਾਲ ਇੱਥੇ ਬੜੌਦਾ ਰਿਆਸਤ ਦੇ ਵਿੱਚ ਨੌਕਰੀ ਕਰਨੀ ਆ। ਜਦੋਂ ਉਹਨਾਂ ਨੂੰ ਮਿਲਟਰੀ ਸਕੱਤਰ ਦੀ ਜਿਹੜੀ ਹੈਗੀ ਆ ਨੌਕਰੀ ਦੇ ਉੱਤੇ ਰੱਖਿਆ ਗਿਆ ਤੇ ਉਹ ਗਏ, ਤੇ ਰਹਿਣ ਦੇ ਲਈ ਉਹਨਾਂ ਨੂੰ ਮਕਾਨ ਨਹੀਂ ਮਿਲਿਆ। ਤੇ ਤੁਸੀਂ ਦੱਸੋ, ਮੈਂ ਤੁਹਾਨੂੰ ਦੱਸਦਾ ਕਿ ਇਹ ਨਾਲ ਸਟੇਟ ਆ ਰਾਜਸਥਾਨ ਦੇ ਵਿੱਚ ਵੀ, ਅਗਰ ਅੱਜ ਕੋਈ ਕਿਰਾਏ ਤੇ ਮਕਾਨ ਲੈਂਦਾ, ਪਰ ਉਹਨੂੰ ਪਹਿਲਾਂ ਪੁੱਛਿਆ ਜਾਂਦਾ ਤੂੰ ਯਾਰ ਕਿਸ ਕਾਸਟ ਦਾ ਆ। ਰਾਜਸਥਾਨ ਦੇ ਵਿੱਚ ਕੋਟਾ ਕਾਫੀ ਵੱਡਾ ਹੱਬ ਹੈ ਐਜੂਕੇਸ਼ਨ ਦਾ, ਕਈਆਂ ਦੇ ਬੱਚੇ ਜਾਂਦੇ ਹੋਣਗੇ, ਅਜੇ ਤੱਕ ਵੀ ਉਹਨਾਂ ਨੂੰ ਪੁੱਛਿਆ ਜਾਂਦਾ ਕਿ ਤੁਸੀਂ ਕਿਸ ਕਾਸਟ ਤੋਂ? ਅਗਰ ਉਹ ਕਹਿੰਦੇ ਮੈਂ SC ਕਾਸਟ ਤੇ ਆ, ਮੈਂ ਚਮਾਰ ਆ ਜਾਂ ਮੈਂ ਰਵਿਦਾਸੀ ਆ, ਜਾਂ ਕੋਈ ਉਹਨਾਂ ਨੂੰ ਮਕਾਨ ਅੱਜ ਵੀ ਨਹੀਂ ਕਿਰਾਏ ਤੇ ਦਿੰਦਾ। ਤੇ ਉਸ ਟਾਈਮ ਜਦੋਂ ਉਹਨਾਂ ਨੂੰ ਮਕਾਨ ਨਹੀਂ ਦਿੱਤਾ ਗਿਆ ਤੇ ਉਹਨਾਂ ਦੇ ਮਿੱਤਰ ਸੀ, ਜਿਹੜੇ ਬ੍ਰਾਹਮਣ ਮਿੱਤਰ ਵੀ ਸੀ, ਐਜੂਕੇਟ ਹੋਏ ਸੀ, ਉਹਨਾਂ ਨੂੰ ਰਿਕੁਐਸਟ ਕੀਤੀ। ਉਹਨਾਂ ਨੇ ਕਿਹਾ ਕੋਈ ਨਹੀਂ, ਆਪਾਂ ਘਰ ਗੱਲ ਕਰ ਰਹੇ ਹਾਂ। ਜੋ ਗੱਲ ਕੀਤੀ, ਉਹਨਾਂ ਨੇ ਕਿਹਾ ਅਛੂਤ ਦੀ ਲਈ ਕੋਈ ਐਂਟਰੀ ਨਹੀਂ। ਤੇ ਉਹਨਾਂ ਨੇ ਪਾਰਸੀ ਸਰਾਂ ਦੇ ਵਿੱਚ ਰੁਕੇ, ਔਰ ਪਾਰਸੀ ਸਰਾਂ ਦੇ ਵਿੱਚ ਆਪਣੇ ਆਪ ਦੀ ਕਾਸਟ ਲੁਕੋ ਕੇ ਜਦੋਂ ਰੁਕਣ ਲੱਗੇ,
क्योंकि जात आ जड़ी वो पता चल ही जाता, तुसीं 100 वारी उहदे ते पर्दा पाते रहो। जदों तो पता चलिया ते 3 ਜਾਂ 4-5 दिन ही होए सी उहनां नूं ते वड्डी गिणती दे विच डांगा सोटे लो के जिद्दां लोकी पौड़ियां चढ़न लगे, पहली मंजिल ते उहनां दा मकान सी, वो रह रहे सी जिते उन्होंने देखा कि कोई होर रहन वाले कमरा देखण आए आ। जदों वड्डे वड्डे उन्होंने डांगा वाले लोग देखे, उन्होंने बाहर बुला के कहा भी तुसीं पारसी सरां नूं पिट दिता आ ते तुसीं इहनूं खाली करना आ। ते उन्होंने कहा कि मैनूं 5-7 दिन, 5-7 दिन नहीं 5-7 घंटे भी नहीं देने। और उन्होंने कहा आज शाम तक इन्हां दा समान बाहर कढ दिओ। और जदों शाम नूं समान बाहर कढिਆ ਤੇ ਇੱਕ ਪਾਰਕ ਦੇ ਵਿੱਚ ਐਸ ਓਪਨ ਸਪੇਸ ਦੇ ਵਿੱਚ ਟੈਂਟ ਲੱਗੇ, ਓਪਨ ਸਪੇਸ ਦੇ ਵਿੱਚ ਬੈਠੇ ਬਾਬਾ ਸਾਹਿਬ ਤੇ ਭਰੇ ਮਨ ਦੇ ਨਾਲ ਰੋਣ ਲੱਗ ਪਏ। ਉਹ ਕਹਿੰਦੇ ਮੈਂ ਐਡੀ ਹਾਇਰ ਐਜੂਕੇਸ਼ਨ ਕਿ ਮੇਰੇ ਨਾਲ ਦਾ ਹਾਇਰ ਐਜੂਕੇਟਰ ਬੰਦਾ ਨਹੀਂ, ਅਗਰ ਮੇਰੇ ਨਾਲ ਇਦਾਂ ਦਾ ਵਤੀਰਾ ਹੋ ਸਕਦਾ ਇੱਕ ਆਮ ਇਨਸਾਨ ਦਾ, ਮੇਰੇ ਸਮਾਜ ਦਾ ਕੀ ਹੋਏਗਾ। और ऊपर आकाश ते नीचे धर ते कोई सपोर्ट नहीं। उन्होंने की संकल्प किया, उन्होंने सोचा कि जेड़ा हिंदू धर्म लिए अछूत है वो पारसियों लिए भी अछूत है। इस करके उन्होंने रात नूं 9 बजे बड़ौदा तो गड्डी फड़ी बॉम्बे वास्ते, अपनी नौकरी छड्ड के जो उन्हों का वादा सी महाराजा बड़ौदा नाल जो एग्रीमेंट सी, पैक्ट सी, ਉਹਦੇ ਵਿੱਚ ਉਹਨਾਂ ਨੇ ਉਸ ਦਾ ਸੰਕਲਪ ਕੀਤਾ ਕਿ ਅਗਰ ਜੋ ਮੇਰੇ ਨਾਲ ਵਤੀਰਾ ਹੋਇਆ, ਅਗਰ ਮੇਰੇ ਸਮਾਜ ਦੇ ਲੋਕਾਂ ਦੀਆਂ ਜੰਜੀਰਾਂ ਤੋੜਨ ਦੇ ਵਿੱਚ ਮੈਂ ਕਾਮਯਾਬ ਨਾ ਹੋ ਪਾਇਆ, ਮੈਂ ਆਪਣੇ ਆਪ ਨੂੰ ਗੋਲੀ ਮਾਰ ਕੇ ਮਾਰ ਦੂੰਗਾ। ਇਹ ਸੰਕਲਪ ਦੇਖੋ ਉਸ ਉਹਨਾਂ ਮਹਾਪੁਰਸ਼ਾਂ ਦਾ ਸੀ ਜਿਨ੍ਹਾਂ ਦੀ ਬਦੌਲਤ, ਜਿਨ੍ਹਾਂ ਦੇ ਸੰਘਰਸ਼ਾਂ ਦੀ ਬਦੌਲਤ ਤੁਸੀਂ ਔਰ ਤੁਹਾਡੇ ਮਨਾਂ ਦੇ ਵਿੱਚ, ਸਾਡੇ ਮਨਾਂ ਦੇ ਵਿੱਚ एहसास नहीं है। साथी मैनू कह के गए सी कि पढ़े लिखे लोग, बाकी मैं भी पढ़िया लिखा, मैं इस चीज़ की मानदा कि बेशक असीं 7 दिन तो 6 दिन समाज काम करते हैं, ये ना काफ़ी नहीं है, ये ना काफ़ी है। ये समाज दे विच बहुत काम करने की जरूरत हैगी आ कि पढ़े लिखे लोग, उन्होंने 25 लोग ਜਿਹੜੇ ਹੈਗੇ ਸੀ ਇਸ ਸਮਾਜ ਦੇ ਬਾਹਰ ਪੜ੍ਹਨ ਲਈ ਭੇਜੇ, ਉਹਦੇ ਚੋਂ ਸਿਰਫ 2 ਆਏ, ਉਹਨਾਂ ਦੇ ਹੁਣ ਨਾਂ ਨਹੀਂ ਲੈਣੇ, ਉਹਨਾਂ ਨੇ ਵੀ ਸਮਾਜ 'ਚ ਕੰਮ ਨਹੀਂ ਕੀਤਾ। ਅਖੀਰ ਦੇ ਉੱਤੇ ਆ ਕੇ ਜਿੱਦਾਂ ਤੁਸੀਂ ਪੜ੍ਹਦੇ ਹੋ ਕਿ ਬਾਬਾ ਸਾਹਿਬ ਨੇ ਰੋਂਦੇ ਹੋਏ ਕਿਹਾ ਕਿ ਮੇਰੇ ਸਮਾਜ ਦੇ ਪੜ੍ਹੇ ਲਿਖੇ ਲੋਕਾਂ ਨੇ ਮੈਨੂੰ ਧੋਖਾ ਦਿੱਤਾ, ਕਿਉਂਕਿ ਉਹਨਾਂ ਦੀ ਇਹ ਡਿਊਟੀ ਬਣਦੀ ਸੀ, ਉਸ ਡਿਊਟੀ ਨਹੀਂ ਨਿਭਾਈ। ਸਾਥੀ ਨੇ ਕਿਹਾ ਕਿ ਪਰਿਵਾਰਵਾਦਾਂ 'ਚ ਫਸ ਗਏ। ਮੈਂ ਬਿਲਕੁਲ ਇਹ ਚੀਜ਼ ਨੂੰ ਐਗਰੀ ਹਾਂ ਉਹਨਾਂ ਨਾਲ ਕਿ ਪੜ੍ਹੇ ਲਿਖੇ ਲੋਕ ਅਗਰ ਸਹੀ ਡਿਊਟੀ ਹੁਣ ਵੀ ਨਿਭਾਉਣ, ਪੜ੍ਹੇ ਲਿਖੇ ਲੋਕ ਅਗਰ ਪਿੰਡਾਂ ਦੇ ਵਿੱਚ ਆਪਣੇ ਭਰਾਵਾਂ ਭੈਣਾਂ, ਗਰੀਬ ਭੈਣਾਂ ਭਰਾਵਾਂ ਕੋਲੇ ਜਾਣ, ਉਹਨਾਂ ਨੂੰ ਐਜੂਕੇਟ ਕਰਨ, ਤਾਂ ਉਹ ਦਿਨ ਦੂਰ ਨਹੀਂ ਕਿ ਸਮਾਜ ਜਾਗਰਤ ਹੋ ਸਕਦਾ। ਔਰ ਸੈਲੂਟ ਇਸ ਸੰਸਥਾ ਦੇ ਅਹੁਦੇਦਾਰਾਂ ਨੂੰ ਜਿਨ੍ਹਾਂ ਨੇ ਕਿ ਤਹਈਆ ਕੀਤਾ ਹੋਇਆ ਕਿ ਇਹ ਪਨੀਰੀ ਜਿਹਨੇ ਆਉਣ ਵਾਲੇ ਸਮੇਂ 'ਚ ਦੇਸ਼ ਦਾ ਭਵਿੱਖ ਬਣਨਾ ਆ, ਉਹਨਾਂ ਨੂੰ ਹੁਣ ਤੋਂ ਹੀ ਉਹ ਮਹਾਪੁਰਸ਼ਾਂ ਦੀ ਵਿਚਾਰਧਾਰਾ ਨਾਲ ਜੋੜ ਰਿਹਾ। ਕਿਉਂਕਿ ਇਸ ਦੇਸ਼ ਦੇ ਵਿੱਚ, ਭਾਰਤ ਦੇਸ਼ ਦੇ ਵਿੱਚ 2 ਹੀ ਵਿਚਾਰਧਾਰਾ ਦੀ ਲੜਾਈ ਆ। ਇੱਕ ਜਿਹੜੀ ਗੁਲਾਮੀ ਵੱਲ ਲੈ ਕੇ ਜਾਂਦੀ ਆ ਤੇ ਦੂਸਰੀ ਜਿਹੜੀ ਆਜ਼ਾਦੀ ਵੱਲ ਲੈ ਕੇ ਜਾਂਦੀ ਆ, ਔਰ ਦੂਸਰੀ ਗੁਲਾਮੀ ਤੋਂ ਮੁਕਤ ਕਰਾਉਂਦੀ ਆ। ਉਹ ਵਿਚਾਰਧਾਰਾ ਉਹ ਹੈਗੀ ਆ ਜਿਹੜੀ ਅੱਜ ਇੱਥੇ ਬੋਲੀ ਜਾ ਰਹੀ ਹੈ ਤੇ ਇਹਨਾਂ ਮਹਾਪੁਰਸ਼ਾਂ ਦੀ ਆ। ਤੇ ਜਿਹੜੀ ਗੁਲਾਮੀ ਵੱਲ ਲੈ ਕੇ ਜਾਂਦੀ ਆ ਉਹ ਤੁਸੀਂ ਜਾਂਦੇ ਹੋ, ਕਈ ਸੰਘਾਂ ਦੇ ਵਿੱਚ ਜਾਂਦੇ ਹੋ, ਮੈਂ ਜਗ੍ਹਾ ਦੇ ਉੱਤੇ ਡਿਟੇਲ ਨਹੀਂ ਦੱਸਣੀ। ਲੇਕਿਨ ਜਿੱਦਾਂ ਮੇਰੇ ਸਾਥੀ ਨੇ ਕਿਹਾ, ਮੈਂ ਭੈਣੋ मैं हाथ जोड़ के तुहानू अपील करूंगा, जिदा खाने की गल की आ, कपड़े भी घट पा लो लेकिन अपने बजे तहिया कर लो। मैं जिस मर्जी अवस्था दे विच होवांगी जां साडा घर जिन्ना मर्जी गरीबी च होया, इन्हां बच्चों नूं जरूर पढ़ाउणा, हायर एजुकेशन दिलवानी आ। खाली अज साडा समाज अगे क्यों नहीं वध पा रहा, उहदा कारण एक है, असी लिटरेट होए आ, एजुकेट नहीं होए। असी सिर्फ ते सिर्फ पढ़ाई कीती आ, जिहड़ा क्लासिस ज्ञान है, ਅਸੀਂ ਸਮਾਜਿਕ ਗਿਆਨ ਹਾਸਲ ਨਹੀਂ ਕੀਤਾ। ਸਮਾਜਿਕ ਗਿਆਨ ਦੀਆਂ ਪੁਸਤਕਾਂ ਆਪਣੇ ਘਰਾਂ ਦੇ ਵਿੱਚ ਲਿਆ ਕੇ ਰੱਖੋ, ਤਦ ਹੀ ਇਹ ਜੋ ਤੁਸੀਂ ਆਪਣੇ ਬੱਚਿਆਂ ਨੂੰ, ਕਿਉਂਕਿ ਅਗਰ ਬੱਚਿਆਂ ਨੂੰ ਪਤਾ ਹੋਏਗਾ ਕਿ ਸਾਡੇ ਮਹਾਪੁਰਸ਼ਾਂ ਨੇ ਜਿਹੜੀ ਹੈਗੀ ਆ ਸਟਰਗਲ ਕੀਤੀ ਹੈ। ਉਹਨੇ ਸਾਥੀਆਂ ਨੇ ਗੁਰੂ ਰਵਿਦਾਸ ਜੀ ਮਹਾਰਾਜ ਦੀ ਗੱਲ ਕੀਤੀ ਸੀ, ਉਹ ਵੀ
ਆ ਪਿੱਛੇ ਗੁਰੂ ਰਵਿਦਾਸ ਜੀ ਦਾ ਜਨਮ ਦਿਨ ਨਿਕਲ ਕੇ ਬੜੇ ਵੱਡੇ ਵੱਡੇ ਨਗਰ ਕੀਰਤਨ ਵੀ ਕੀਤੇ ਆ, ਵੱਡੀਆਂ ਵੱਡੀਆਂ ਅਸੀਂ ਜਿਹੜੇ ਇਕੱਠ ਵੀ ਕੀਤੇ ਆ, ਲੇਕਿਨ ਮੈਂ ਸਮਝਦਾ ਕਿ ਅਸੀਂ ਉਹਨਾਂ ਦੀ ਵਿਚਾਰਧਾਰਾ ਤੇ ਪਹਿਰਾ ਨਹੀਂ ਦਿੱਤਾ ਹੈਗਾ। ਵਿਚਾਰਧਾਰਾ ਕੀ ਕਹਿੰਦੀ ਹੈ? ਵਿਦਿਆ ਦੀ ਮੈਂ ਗੱਲ ਕਰ ਦਿੱਤੀ, ਔਰ ਦੂਸਰੀ ਵਿਚਾਰਧਾਰਾ ਉਹਨਾਂ ਨੇ ਕਹੀ ਕਿ ਪਰਾਧੀਨਤਾ ਪਾਪ ਹੈ, ਜਾਣ ਲਿਓ ਰੇ ਮੀਤ। ਪਰਾਧੀਨ ਪਰਾਏ ਦੇ ਅਧੀਨ। ਜਿੱਦਾਂ ਸਾਡੇ ਅਸੀਂ ਕਿਸੇ ਦੇ ਕੰਮ ਕਰਨ ਜਾਂਦੇ, ਅਸੀਂ ਇੰਡੀਪੈਂਡੈਂਟ ਨਹੀਂ। ਅੱਜ ਉਹ ਮਨਾ ਕਰਦੇ ਕੰਮ ਤੋਂ, ਤੇ ਅਗਲੇ ਦਿਨ ਤੁਸੀਂ ਆਪਣੇ ਘਰ ਤੇ ਕਿੱਦਾਂ ਬੱਚੇ ਨੂੰ ਖਿਲਾਓਗੇ, ਕਿੱਦਾਂ ਪੜਾਓਗੇ, ਕਿੱਥੋਂ ਕਮਾਈ ਕਰੋਗੇ? पराधीनता पाप है, जान लियो ये मीत। रह दास दास पराधीन से कौन करे है प्रीत। पराधीन का दीन किया, पराधीन बेदीन। रह दास पराधीन को समझे सब हीन। कोई गुलाम है जड़ा ਉਹਦੀ कोई कदर करदा कोई नहीं, ਉਹਨੂੰ ਪੁੱਛਦਾ। ਤੇ ਇਹ ਸਾਡੇ ਅਸੀਂ ਇੱਕ ਹੋਰ ਉਹਨਾਂ ਨੇ ਗੱਲ ਕਹੀ ਸੀ कि भाई रे भरम भक्ति सो जान, जो लो साच वो नहीं पहचान। वो कहते भगती दा भरम ना पाल, भगती दा भरम ना पाल, जो सच है ਉਹਦੀ ਲੋਹ ਨੂੰ ਪਛਾਣ। ਸੱਚ ਕੀ ਹੈ? ਸੱਚ ਇਹ ਹੈ ਕਿ ਸਾਡੇ ਸਮਾਜ ਦੇ ਵਿੱਚ ਅਗਿਆਨਤਾ ਆ, ਗਿਆਨਵਾਨ ਸਮਾਜ ਨੂੰ ਹੋਣ ਦੀ ਜ਼ਰੂਰਤ ਹੈ। ਔਰ ਇਸ ਸਮਾਜ ਦੇ ਵਿੱਚ ਕ੍ਰਾਂਤੀ ਤਦ ਹੀ ਆ ਸਕਦੀ ਹੈ ਜਦੋਂ ਤੁਸੀਂ ਆਪਣੇ ਇਤਿਹਾਸ ਤੋਂ ਜਾਣੂ ਹੋ ਜਾਓਗੇ। ਕਿਉਂਕਿ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਨੇ, ਉਹ ਕਦੀ ਵੀ ਅੱਗੇ ਦਾ ਇਤਿਹਾਸ ਨਹੀਂ ਸਿਰ ਸਕਦੀਆਂ। ਜਦੋਂ ਤੁਹਾਨੂੰ ਆਪਣੇ ਮਹਾਪੁਰਸ਼ਾਂ ਬਾਰੇ, ਉਹਨਾਂ ਦੇ ਸੰਘਰਸ਼ ਬਾਰੇ ਗਿਆਨ ਨਹੀਂ ਹੋਏਗਾ, ਔਰ ਤੁਹਾਨੂੰ ਪਤਾ ਨਹੀਂ ਹੋਗਾ ਕਿ ਸਾਡੇ ਮਹਾਪੁਰਸ਼ ਕਿਸੇ ਸਮੇਂ ਦੇ ਰਾਜੇ ਸੀ ਔਰ ਅੱਜ ਅਸੀਂ ਗੁਲਾਮ ਹੈ। ਔਰ ਗੁਲਾਮੀ ਦਾ ਕਾਰਨ ਤੁਹਾਨੂੰ ਮੇਰੇ ਤੋਂ ਪਹਿਲਾਂ ਵੀ ਸਾਥੀਆਂ ਨੇ ਦੱਸਿਆ, ਤੇ ਸਾਡੇ ਇੰਜੀਨੀਅਰ ਜਸਵੰਤ ਰਾਏ ਜੀ ਵੀ ਬਹੁਤ ਡਿਟੇਲ ਦੇ ਵਿੱਚ ਦੱਸਣਗੇ। ਔਰ ਦੂਸਰੀ ਮੈਂ ਗੱਲ ਇਹ ਕਹੂੰਗਾ ਕਿ ਜਿਹੜਾ ਇਹਨਾਂ ਸਾਥੀਆਂ ਨੇ ਕੰਪੀਟੀਸ਼ਨ ਵਾਲਾ ਰੱਖਿਆ, ਇਹ ਵੀ ਇੱਕ ਬਹੁਤ ਵੱਡਾ ਇਹਨਾਂ ਦਾ ਉਪਰਾਲਾ ਆ। ਮੈਂ ਸਲੂਟ ਇਸ ਕਰਕੇ ਕਰਦਾ ਇਹਨਾਂ ਨੂੰ ਕਿਉਂਕਿ ਕੰਪੀਟੀਸ਼ਨ ਦੂਸਰੇ ਬਹੁਤ ਹੁੰਦੇ ਹੈਗੇ ਆ, ਜਿਹੜੇ ਕਿ ਧਾਰਮਿਕ ਕੰਪੀਟੀਸ਼ਨ ਵੀ ਲੋਕੀ ਕਰਾਉਂਦੇ ਆ। ਠੀਕ ਆ, ਸਰੀਰਕ ਤੌਰ ਤੇ ਹੋਣੇ ਚਾਹੀਦੇ ਕਿਉਂਕਿ ਫਿਟਨੈਸ ਦੀ ਜ਼ਰੂਰਤ ਹੁੰਦੀ ਹੈ ਬੱਚਿਆਂ ਨੂੰ ਵੀ। ਔਰ ਜਿਹੜੇ ਇਹ ਕੰਪੀਟੀਸ਼ਨ ਆ, ਇਹ ਤੁਹਾਨੂੰ ਇਤਿਹਾਸ ਦੇ ਪੰਨਿਆਂ ਤੋਂ ਜਾਣੂ ਕਰਵਾਉਂਦੇ ਹੈਗੇ। ਔਰ ਇਤਿਹਾਸ ਦੇ ਪੰਨਿਆਂ ਤੋਂ ਜਿਹੜਾ ਜਾਣੂ ਹੋ ਗਿਆ, ਉਹ ਫਿਰ ਘਰ ਸ਼ਾਂਤੀ ਨਾਲ ਹੀ ਪੈਂਦਾ। ਜਦੋਂ ਅਗਰ ਸਾਡੇ ਮਹਾਪੁਰਸ਼ਾਂ ਦੇ ਨਾਲ ਇੰਨੀ ਅਪਮਾਨ ਨਾ ਹੁੰਦਾ, ਮਹਾਪੁਰਸ਼ਾਂ ਦੇ ਨਾਲ ਇਦਾਂ ਦੀ ਜਹਾਲਤ ਭਰੀ ਜ਼ਿੰਦਗੀ ਨਾ ਉਹਨਾਂ ਨੇ ਦੇਖੀ ਹੁੰਦੀ, ਅਗਰ ਉਹਨਾਂ ਨੇ ਹਾਇਰ ਐਜੂਕੇਸ਼ਨ ਲੈ ਕੇ ਉੱਥੇ ਨਾ ਦੇਖਿਆ ਹੁੰਦਾ ਕਿ ਇੱਥੇ ਤਾਂ ਕੋਈ SC ST ਦਾ ਮਤਲਬ ਨਹੀਂ। ਔਰ ਇਸ ਦੇਸ਼ ਦੇ ਵਿੱਚ, ਇਹ ਦੇਸ਼ ਦੇ ਵਿੱਚ ਅਜੇ ਤੱਕ ਵੀ ਜੋ ਹੈਗਾ ਜਾਤਾਂ ਪਾਤਾਂ ਦਾ ਜਿਹੜਾ ਹੈਗਾ ਜਾਲ ਬੁਣਿਆ ਹੋਇਆ। ਤੁਸੀਂ ਦੇਖੋ, ਇਹ ਜਾਤਾਂ ਨਹੀਂ ਹੈ, ਇਹ ਜੇਲ੍ਹਾਂ ਹੈਗੀਆਂ ਨੇ। ਅਸੀਂ ਇਹਨਾਂ ਜੇਲ੍ਹਾਂ ਦੇ ਵਿੱਚ ਵੱਜੇ ਹੋਏ ਹਾਂ। ਮੇਰੀ ਕਿਤਾਬ ਆਈ ਹੈ, ਕੱਲ ਰਿਲੀਜ਼ ਕਰਾਈ ਹੈ, ਝੂਠ ਬੋਲਦੇ ਲੋਕ। ਉਹਦੇ ਵਿੱਚ ਮੈਂ ਲਿਖਿਆ ਆ ਕਿ ਜਾਤਾਂ ਨਹੀਂ, ਇਹ ਜੇਲ੍ਹਾਂ ਆ। ਕਿਉਂਕਿ ਜਿਹੜਾ ਉਸ ਜਾਤ ਦੇ ਵਿੱਚ ਪੈਦਾ ਹੋ ਜਾਂਦਾ, ਕਦੀ ਆਪਣੀ ਜਾਤ ਚੋਂ ਨਿਕਲਣ ਦੀ ਕੋਸ਼ਿਸ਼ ਨਹੀਂ ਕਰਦਾ। ਉਹ ਸਾਰੇ ਕਲਚਰ ਉਸ ਏਰੀਏ ਦੇ ਆਪਣੇ ਜਾਤ ਦੇ ਵਿੱਚ ਜਿੰਨੇ ਹੁੰਦੇ ਉਹੀ ਅਡਾਪਟ ਕਰਦਾ ਆ। ਉਹ ਵਿਆਹ ਸ਼ਾਦੀਆਂ ਵੀ ਉੱਥੇ ਕਰਦਾ ਆ। ਉਹ ਆਪਣੇ ਜਿੰਨੇ ਵੀ ਕੰਮ ਕਾਜ ਹੈਗੇ ਉਹ ਜਾਤ ਨੂੰ ਮੁੱਖ ਰੱਖ ਕੇ ਕਰਦਾ ਆ, ਔਰ ਆਪਣੀ ਜਾਤ ਦੇ ਫਾਇਦੇ ਵਾਸਤੇ ਹੀ ਸੋਚਦਾ ਆ। ਇੱਕ ਜੇਲ੍ਹ ਦਾ ਕੈਦੀ ਜਿਹੜਾ ਹੁਸ਼ਿਆਰਪੁਰ ਜੇਲ੍ਹ ਦਾ ਕੈਦੀ ਆ, ਉਹ ਕਪੂਰਥਲੇ ਵਾਲੇ ਜੇਲ੍ਹ ਦੇ ਕੈਦੀ ਬਾਰੇ ਸੋਚਦਾ, ਉਹਨੂੰ ਪਤਾ ਆ ਕੁਛ ਨਹੀਂ। ਕੀ ਹੁਸ਼ਿਆਰਪੁਰ ਵਾਲਾ ਕੈਦੀ ਕਪੂਰਥਲਾ ਜੇਲ੍ਹ 'ਚ ਕਹੇ ਜਾ ਸਕਦਾ? ਕਦੀ ਨਹੀਂ ਜਾਂਦਾ। ਤਾਂ ਇਹ ਜਾਤਾਂ ਦੇ ਇਦਾਂ ਦਾ ਮੰਜ਼ਲਾ ਮਕਾਨ ਹੈ। ਅਗਰ ਉਸ ਮਕਾਨ ਦੇ ਵਿੱਚ ਪੌੜੀਆਂ ਨਾ ਹੋਣ ਤੇ 5 ਮੰਜ਼ਲਾ ਜਾਂ 4 ਮੰਜ਼ਲਾ ਮਕਾਨ ਹੋਵੇ, ਬਿਨਾਂ ਪੌੜੀਆਂ ਤੋਂ ਕੋਈ ਉਸ ਜਗ੍ਹਾ ਤੇ ਪਹੁੰਚ ਸਕਦਾ? ਔਰ ਚੌਥੀ ਮੰਜ਼ਲ ਵਾਲਾ ਬੰਦਾ ਤੀਜੀ ਮੰਜ਼ਲ ਤੇ ਪੌੜੀ ਤੋਂ ਬਗੈਰ ਨਹੀਂ ਆ ਸਕਦਾ। ਕਿਉਂ? ਕਿਉਂਕਿ ਉਹ ਮੰਜ਼ਲਾਂ ਦੇ ਨਾਲ ਪੌੜੀ ਜਿਹੜੀ ਹੈਗੀ ਖਤਮ ਕੀਤੀ ਗਈ ਆ। ਪੌੜੀ ਜਿਹੜੀ ਹੈਗੀ ਉਹ ਖਤਮ ਜਿਹੜੀ ਹੈਗੀ ਆ ਕੀਤੀ ਆ, ਉਹ ਸਾਡੇ ਵਿਰੋਧੀਆਂ ਨੇ ਕੀਤੀ ਆ। ਜਿਹੜੀ ਪੌੜੀ ਲਗਾਈ ਆ, ਉਹ ਸਾਡੇ ਮਹਾਪੁਰਸ਼ਾਂ ਨੇ ਲਗਾਈ ਆ। ਉਹਨਾਂ ਨੇ ਕਿਹਾ ਸੀ ਕਿ ਗੁਰੂ ਰਵਿਦਾਸ ਜੀ ਨੇ, ਸਾਡੇ ਮਹਾਪੁਰਸ਼ਾਂ ਗੁਰੂ ਰਵਿਦਾਸ ਜੀ ਜਦੋਂ ਰੀਅਲ ਲਾਈਫ 'ਚ ਬਹੁਤ ਸਟਰਗਲ ਕੀਤੀ ਹੈ, उन्होंने कहा सी जात जात में जात है जो केतन के पास रैदास मानुष ना जुड़ सके जब तक जात जात।
ਜਿੰਨੀ ਦੇਰ ਜਾਂ ਤਾਂ ਮਨੁੱਖਾਂ ਦਾ ਆਪਸ ਵਿੱਚ ਮੇਲ ਮਿਲਾਪ ਨਹੀਂ ਹੋ ਸਕਦਾ, ਜਿੱਦਾਂ ਮੇਰੇ ਤੋਂ ਪਹਿਲਾਂ ਸਾਥੀ ਪੰਜਾਬ ਏਕਤਾ ਦਲ ਦੇ ਗੱਲ ਕਰਕੇ ਗਏ ਹੈਗੇ ਆ ਕਿ ਸਾਡੇ ਸਾਥੀ ਹੀ ਸਾਨੂੰ ਕੱਟਣ ਦੀ ਕੋਸ਼ਿਸ਼ ਕਰ ਰਿਹਾ। ਬੜਾ ਜਜ਼ਬਾਤੀ ਭਾਸ਼ਣ ਸੀ, ਮਨ ਉਹਨਾਂ ਦਾ ਸੱਚਾ ਆ, ਪਰ ਇਹ ਚੀਜ਼ਾਂ 'ਚ ਸਾਡੇ ਮਹਾਪੁਰਸ਼ ਦੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ ਆਪਣੇ ਬੜੇ ਲੋਕਾਂ ਨੇ ਢਾਹ ਲਾਈ ਆ, ਲੇਕਿਨ ਉਹਨਾਂ ਦਾ ਇੱਕ ਬਹੁਤ ਕਲੀਅਰ ਕਨਸੈਪਟ ਸੀ ਕਿ ਜਿੱਥੇ ਇਸ ਦੇਸ਼ ਦੀ ਏਕਤਾ ਅਖੰਡਤਾ ਦੀ ਗੱਲ ਆਏਗੀ ਤੇ ਮੈਂ ਦੇਸ਼ ਨਾਲ ਹੋਊਂਗਾ, ਜਿਸ ਤੇ ਮੇਰੇ ਸਮਾਜ ਦੇ ਨਾਲ ਭੇਦਭਾਵ ਦੀ ਗੱਲ ਮੈਂ ਆਪਣੇ ਸਮਾਜ ਨਾਲ ਹੋਏਗਾ, ਮੈਂ ਦੇਸ਼ ਨਾਲ ਨਹੀਂ ਹੋਣਾ। ਇਹ ਉਹਨਾਂ ਦਾ ਬੜਾ ਕਨਸੈਪਟ ਕਲੀਅਰ ਸੀ। ਉਹਨਾਂ ਨੇ ਕਿਹਾ ਸੀ ਕਿ ਅਗਰ ਇਹ ਜਾਤਾਂ ਖਤਮ ਕਰਨੀਆਂ ਨੇ ਤਾਂ ਤੁਸੀਂ ਰੋਟੀ ਬੇਟੀ ਦਾ ਜਿਹੜਾ ਹੈਗਾ ਸਾਂਝ ਬਣਾਓ, ਕਿਉਂਕਿ ਤੁਸੀਂ ਦੇਖਿਆ ਜਿਹੜੀਆਂ ਤਿੰਨ ਉੱਪਰਲੀਆਂ ਕਾਸਟਾਂ ਉਹ ਜਦੋਂ ਉਹਨਾਂ ਨੂੰ ਦੇਖ ਲੈਂਦੇ ਆ ਕਿ ਜੀ ਇਹ ਬੱਚਾ ਸਹੀ ਹੈ, ਪਰਿਵਾਰ ਸਹੀ ਹੈ, ਇਹਨਾਂ ਦਾ ਬਿਜ਼ਨਸ ਹੈਗਾ, ਉਹ ਝੱਟ ਸ਼ਾਦੀ ਕਰਦੇ, ਕਿਉਂਕਿ ਉਹਨਾਂ ਨੂੰ ਪਤਾ ਹੈ ਇਹ ਰੋਟੇਸ਼ਨ ਪੈਸੇ ਦਾ ਫਲੋ ਸਾਡੇ ਵਿੱਚ ਹੀ ਰਹੇਗਾ। ਔਰ ਜਦੋਂ ਤੁਸੀਂ ਕਿਸੇ ਨਾਲ ਰਿਸ਼ਤਾ ਬਣਾ ਲੈਂਦੇ ਹੋ ਫਿਰ ਤੁਹਾਡੇ ਗਿਲੇ ਸ਼ਿਕਵੇ ਵੀ ਖਤਮ, ਕਦੀ ਜਾਤ ਦੀ ਗੱਲ ਆਉਂਦੀ ਹੈ। ਲੇਕਿਨ ਸਾਡੇ ਲੋਕ ਅੱਜ ਵੀ ਉਹਨਾਂ ਜਾਤਾਂ ਪਾਤਾਂ 'ਚ ਫਸੇ ਹੋਏ ਆ, ਊਚ ਨੀਚ ਫਸੇ ਹੋਏ ਆ। ਜਿਹੜੇ ਰਵਿਦਾਸੀ ਹੈ ਉਹ ਕਹਿੰਦੇ ਅਸੀਂ ਉੱਚੇ ਆ, ਤੇ ਜਿਹੜੇ ਮਜਬੀ ਆ ਉਹ ਕਹਿੰਦੇ ਅਸੀਂ ਉੱਚੇ ਆ, ਜਿਹੜੇ ਕੁਮਾਰ ਆ ਉਹ ਕਹਿੰਦੇ ਅਸੀਂ ਉੱਚੇ ਆ। ਇੱਕ ਦੂਜੇ ਨੂੰ ਇਹ ਮਹਿਸੂਸ ਕਰਦੇ ਕਿ ਅਸੀਂ ਉੱਚੇ ਆ। ਤੇ ਕਿਸੇ ਸ਼ਾਇਰ ਨੇ ਲਿਖਿਆ, ਮੈਂ ਕੱਲ ਵੀ 2 ਵਾਰੀ ਬੋਲਿਆ ਆਪਣੇ, ਉਹ ਮੈਨੂੰ ਬੜਾ ਵਧੀਆ ਲੱਗਿਆ ਉਹ ਸ਼ਾਇਰ ਦਾ ਮੈਂ ਸੁਣਿਆ। ਉਹ 2 ਕਾਸਟਾਂ ਮੁਸਲਮਾਨ 'ਚ ਵੀ ਹੁੰਦੀਆਂ ਨੇ। ਉਹ ਕਹਿੰਦੇ ਸੁੰਨੀ ਤੇ ਸੀਆ ਆ, ਉਹ ਕਹਿੰਦੇ ਸੁੰਨੀ ਕਹਿੰਦੇ ਅਸੀਂ ਉਚੇਚੇ, ਅਸੀਂ ਉੱਚੇ ਆ, ਸੀਆ ਸਭ ਤੋਂ ਥੱਲੇ, ਸੀਆ ਵੀ ਕਾਸਟ ਹੈ, ਸੀਆ ਕਹਿੰਦੇ ਅਸੀਂ ਉੱਚੇ, ਸੁੰਨੀ ਸਭ ਤੋਂ ਥੱਲੇ। ਪਰ ਅਮਲਾ ਬਾਜੋ ਦੋਨਾਂ ਧਿਰਾਂ ਦੇ ਸਿਰ ਵਿੱਚ ਪੈਂਦੇ ਥੱਲੇ। ਗੱਲ ਸਮਝ ਲਈ, ਮੈਂ ਗੱਲ ਸਮਝ ਲਈ। ਉਹ ਜਿਹੜੀ ਹੈਗੀ ਸੀ ਕਿ ਆਪਸ ਵਿੱਚ ਊਚ ਨੀਚ ਜ਼ਰੂਰ ਕਰ ਰਹੇ ਆ ਕਿ ਮੈਂ ਉੱਚਾ ਮੈਂ ਉੱਚਾ, ਲੇਕਿਨ ਸਭ ਤੋਂ ਜ਼ਿਆਦਾ ਜੋ ਅਤਿਆਚਾਰ ਹੋ ਰਿਹਾ ਉਹ ਐਸੀ ਕੰਡੇ ਖੜੇ ਹੁੰਦੇ ਹੈਗੇ ਆ। ਜਦੋਂ ਅਖੀਰ ਤੇ ਆ ਕੇ ਦੇਖੋ ਕਿਹਦੇ ਨਾਲ ਅਤਿਆਚਾਰ, ਪਤਾ ਲੱਗਿਆ ਕਿ ਅਛੂਤ ਜਾਤੀ ਨਾਲ ਸੰਬੰਧ ਸੀ। ਲੇਕਿਨ ਅਛੂਤ ਲੋਕ ਘਰਾਂ ਦੇ ਵਿੱਚ ਇਹ ਸੋਚ ਰਿਹਾ ਕੋਈ ਗੱਲ ਨਹੀਂ ਯਾਰ ਉਹਦੇ ਨਾਲ ਹੋਇਆ, ਸਾਡੇ ਨਾਲ ਥੋੜੀ ਹੋਇਆ। ਅਗਰ ਦੂਸਰੇ ਇੱਕ ਪਿੰਡ ਦੇ ਵਿੱਚ ਹੋ ਗਿਆ ਕਿ ਯਾਰ ਉਹਦੇ ਨਾਲ ਹੋਇਆ, ਸਾਡੇ ਨਾਲ ਥੋੜੀ ਹੋਇਆ। ਉਹ ਦਿਨ ਦੂਰ ਨਹੀਂ ਕਿ ਜਦੋਂ ਅਗਰ ਤੁਸੀਂ ਇਕੱਠੇ ਨਾ ਹੋਏ ਤਾਂ ਇਹ ਜਿਹੜਾ ਹੈਗਾ ਸੇਕ ਜਿਹੜਾ ਹੈਗਾ ਇਹ ਅਤਿਆਚਾਰ ਦਾ ਤੁਹਾਡੇ ਤੱਕ ਪਹੁੰਚੇਗਾ। ਕਿਉਂਕਿ ਸਾਡੇ ਸੰਵਿਧਾਨ ਨੂੰ ਖਤਮ ਕਰਨ ਦੀਆਂ ਜਿਹੜੇ ਕੋਸ਼ਿਸ਼ਾਂ ਲਗਾਤਾਰ ਚੱਲ ਰਹੀਆਂ ਨੇ। ਸੰਘਰਸ਼ ਮੈਨੂੰ ਪਤਾ ਹੈ ਕਿ 2 ਅਪ੍ਰੈਲ 2018 ਬਾਰੇ ਕਾਫੀ ਲੋਕੀ ਜੁੜੇ ਸੀ, ਤਾਂ ਇਹ ਇੱਕ ਵੱਡਾ ਸੰਘਰਸ਼ ਜਿਹੜਾ ਸੜਕਾਂ ਤੇ ਆਉਣ ਵਾਲਾ ਆ। ਔਰ ਦੂਸਰੀ ਜਿਹੜੀ ਸਭ ਤੋਂ ਵੱਡੀ ਗੱਲ ਆ, ਸਾਡੇ ਇੰਜੀਨੀਅਰ ਜਸਵੰਤ ਰਾਏ ਦੱਸਣਗੇ, ਸਾਥੀ ਨੇ ਦੱਸਿਆ ਹੀ ਆ ਕਿ ਪੜ੍ਹੇ ਲਿਖੇ ਲੋਕਾਂ ਨੇ ਕੰਮ ਨਹੀਂ ਕੀਤਾ। ਤੇ ਮੈਨੂੰ ਇੱਕ ਗੁਰਦਾਸ ਰਾਮ ਆਲਮ ਜੀ ਹੋਏ ਆ ਕਵੀ, ਤੇ ਉਹਨਾਂ ਦੀ ਮੈਨੂੰ 4-5 ਲਾਈਨਾਂ ਜਿਹੜੀਆਂ ਹੈਗੀਆਂ ਨੇ ਯਾਦ ਆ ਗਈਆਂ, ਤੇ ਮੈਂ ਜ਼ਰੂਰ ਸ਼ੇਅਰ ਕਰਨੀ ਚਾਹੂੰਗਾ ਤੁਹਾਡੇ ਨਾਲ। ਤੁਸੀਂ ਪਹਿਲਾਂ ਵੀ ਸੁਣੀਆਂ ਹੋਣੀਆਂ, ਪਰੰਤੂ ਗੱਲ ਇਹ ਆ ਕਿ ਵਿਚਾਰ ਬਾਬਾ ਕਿਸੇ ਸਾਹਿਤਕਾਰ ਨੇ, ਫਿਲਾਸਫਰ ਨੇ ਲਿਖਿਆ ਸੀ ਕਿ ਬੰਦਾ ਚਲਾ ਜਾਂਦਾ ਲੇਕਿਨ ਉਹਦੇ ਵਿਚਾਰ ਨਹੀਂ ਬਣਦੇ। ਬੰਦਾ ਪ੍ਰਚਾਰ ਔਰ ਪ੍ਰਸਾਰ ਕਰਨ ਵਾਲੇ ਉਹਨਾਂ ਦੇ ਇੰਜੋਏ ਨਾ ਹੋਣ, ਤੇ ਉਹਨਾਂ ਦੇ ਵਿਚਾਰ ਤੁਸੀਂ ਹੈਗੇ ਹੋ ਜਿਹੜੇ ਕਿ ਉਹਨਾਂ ਵਿਚਾਰਾਂ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਹੋ। ਕਿ ਜਿੰਨੀ ਦੇਰ ਉਹਨਾਂ ਨੇ ਕਿਹਾ ਕਿ ਮੇਰੇ ਵਿਚਾਰ ਰਹਿਣਗੇ ਮੈਂ ਜਿੰਦਾ ਰਹੂੰਗਾ, ਜਿੰਨੀ ਜਦੋਂ ਮੇਰੇ ਵਿਚਾਰ ਖਤਮ ਹੋ ਗਏ ਉਸ ਦਿਨ ਹੀ ਮੈਂ ਮਰ ਜਾਣਾ ਹੈਗਾ। ਤੇ ਉਸ ਦੇ ਵਿੱਚ ਸਾਡੇ ਗੁਰਦਾਸ ਰਾਮ ਆਲਮ ਜੀ ਕਵੀ ਹੋਇਆ, ਉਹਨਾਂ ਨੇ ਜਿਹੜੀ ਮੈਂ ਜਾਤ ਦੀ ਗੱਲ ਕੀਤੀ ਆ, ਉਹਨਾਂ ਨੇ ਕਿ ਕਵਿਤਾ ਲਿਖੀ ਆ, ਪੜ੍ਹੇ ਲਿਖਿਆਂ ਤੇ ਵੀ ਲਿਖੀ ਆ ਔਰ ਸਾਡੇ ਸਾਰਿਆਂ ਤੇ ਲਿਖੀ ਆ। ਉਹਨਾਂ ਨੇ ਕਿਹਾ ਕਿ ਉਹ ਮੁੱਗੜ ਮਾਰੀ ਬੈਠਾ ਹੈ, ਉੱਠ ਦਲਿਤ ਭਰਾਵਾ ਚੱਜ ਕਰ ਲੈ। ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਬਾਬਾ ਸਾਹਿਬ ਨਾ ਇਹ ਕਾਸਟਾਂ ਦੀ ਗੱਲ, ਡਿਪਰੈਸਡ ਕਲਾਸਿਸ ਕਹਿੰਦੇ, SC ST ਨਹੀਂ ਸੀ, ਡਿਪਰੈਸਡ ਕਲਾਸਿਸ ਸੀ ਵਰਡ ਆਪਣੇ ਸਾਰੇ ਲੋਕਾਂ ਲਈ। ਦਲਿਤ ਸ਼ਬਦ ਵੀ ਸੀ, ਡਿਪਰੈਸ ਦਾ ਮਤਲਬ ਦਬਿਆ ਹੋਇਆ। ਉਹਨੇ ਕਿਹਾ ਸੀ ਕਿ ਉਹ ਮੁੱਗੜ ਮਾਰੀ ਬੈਠਾ ਹੈ, ਉੱਠ ਦਲਿਤ ਭਰਾਵਾ ਚੱਜ ਕਰ ਲੈ, ਕੰਮ ਤੈਨੂੰ ਕਰਨਾ ਪੈਣਾ ਆ, ਭਾਵੇਂ ਕੱਲ ਕਰ ਲੈ ਭਾਵੇਂ ਅੱਜ ਕਰ ਲੈ। ਤੇਰੇ ਗੁਆਂਢੀ ਅੱਗੇ ਨਿਕਲ ਗਏ ਨੇ, ਉਹ ਤੂੰ ਪਿੱਛੇ ਬੈਠਾ ਹੱਸਦਾ ਆ, ਤੂੰ ਵੀ ਬੰਦਿਆਂ ਵਰਗਾ ਬੰਦਾ ਆ। ਜੇ ਬੰਦਾ ਆ ਤਾਂ ਲੱਜ ਕਰ ਲੈ, ਸ਼ਰਮ ਕਰ ਕਿ ਤੇਰੇ ਗੁਆਂਢੀ ਬੈਠੇ ਪੜ੍ਹ ਲਿਖ ਕੇ ਕਿੱਥੇ ਪਹੁੰਚ ਗਏ, ਲੇਕਿਨ ਤੂੰ ਉੱਥੇ ਦੀ ਉੱਥੇ ਤੇਰੀ ਸੋਚ ਹੈ। ਉਹਨੇ ਕਿਹਾ ਜਿਹਨੇ ਪੁਰਸ਼ ਬਣਾਏ ਡੰਗਰਾਂ ਤੋਂ। ਸਾਡੀ ਹਾਲਤ ਜਿਹੜੀ ਹੈ, ਅਗਰ ਅੱਜ ਵੀ ਸਾਡੀਆਂ ਭੈਣਾਂ ਮਾਤਾਵਾਂ ਖੇਤਾਂ ਦੇ ਵਿੱਚ ਜਾਂਦੀਆਂ ਨੇ ਤੇ ਉੱਥੋਂ ਆਪਣੇ ਪਸ਼ੂਆਂ ਲੈ ਕੇ, ਔਰ ਸੋਚ ਵੀ ਉਹੀ ਹੈ ਕਿ ਜੇ ਪੜ੍ਹਨ ਵਾਲੀ ਸੋਚ ਨਾ ਆਈ, ਬੱਚਿਆਂ ਨੂੰ ਅੱਗੇ ਵਧਾਉਣ ਦੀ ਸੋਚ ਨਾ ਆਈ, ਤਾਂ ਉਹ ਇੱਕ ਪਸ਼ੂ ਦੇ ਸਮਾਨ ਹੈ। ਕਹਿੰਦੇ ਆ ਨਾ, ਵਿੱਦਿਆ ਤੋਂ ਬਗੈਰ
ਜਿਹੜਾ ਇਨਸਾਨ ਆ ਪਸ਼ੂ ਦੇ ਸਮਾਨ ਹੁੰਦੇ ਆ। ਉਹਨਾਂ ਨੇ ਕਿਹਾ ਕਿ ਜਿੱਦਾਂ ਪੁਰਸ਼ ਬਣਾਏ ਡੰਗਰਾਂ ਤੋਂ, ਪੁਰਸ਼ਾਂ ਤੋਂ ਮਨਿਸਟਰ ਕੀਤੇ ਨੇ, ਤੇਰਾ ਭੀਮ ਰਾਓ ਬਿਨ ਸਰਨਾ ਨਹੀਂ। ਚਾਹੇ ਜਿੱਥੇ ਮਰਜ਼ੀ ਨੱਠ ਭੱਜ ਕਰ ਲੈ, ਪਰ ਕੰਮ ਤੈਨੂੰ ਕਰਨਾ ਪੈਣਾ ਆ, ਭਾਵੇਂ ਕੱਲ ਕਰ ਲਾ ਭਾਵੇਂ ਅੱਜ ਕਰ ਲਾ। ਅਖੀਰ ਤੇ ਉਹਨਾਂ ਦੀਆਂ ਪੰਕਤੀਆਂ ਹੈਗੀਆਂ ਨੇ, ਕਵਿਤਾ ਕਾਫੀ ਲੰਬੀ ਆ। ਉਹ ਕਹਿੰਦਾ ਤੋੜ ਜਾਲ ਇਹ ਜਾਤਾਂ ਪਾਤਾਂ ਦਾ, ਕੰਧ ਢਾਹ ਸੁੱਟ ਰਸਮਾਂ ਰੀਤਾਂ ਦੀ, ਹੱਥਾਂ ਵਿੱਚ ਲੈ ਕੇ ਰਾਜ ਸੱਤਾ। ਜਿਸ ਬੋਰਡ ਦੀ ਗੱਲ ਬਾਬਾ ਸਾਹਿਬ ਨੇ ਕੀਤੀ ਆ, ਹੱਥਾਂ ਵਿੱਚ ਲੈ ਕੇ ਰਾਜ ਸੱਤਾ, ਕੁੱਲ ਆਜਮ ਉੱਤੇ ਵੱਜ ਕਰ ਲੈ। ਕਿਉਂਕਿ ਜੇ ਤੁਹਾਡੇ ਦੋ ਕਾਸਾਂ ਹੀ ਇੱਥੇ ਪੰਜਾਬ ਦੇ 36% ਲੋਕ ਇਕੱਠੇ ਹੋ ਜਾਣ, ਉਹ ਦਿਨ ਦੂਰ ਨਹੀਂ ਕਿ ਰਾਜ ਤੁਹਾਡਾ ਹੋਏਗਾ। ਜਿੱਦਾਂ ਸਾਡੇ ਮਹਾਂਪੁਰਸ਼ਾਂ ਨੇ ਕਿਹਾ ਸੀ ਕਿ ਐਸਾ ਚਾਹੂੰ ਰਾਜ ਮੈਂ। ਕੁੱਲ ਆਲਮ ਉੱਤੇ ਵੱਜ ਕਰ ਲੈ, ਕੰਮ ਤੈਨੂੰ ਕਰਨਾ ਪੈਣਾ ਹੈ, ਭਾਵੇਂ ਕੱਲ ਕਰ ਲੈ ਭਾਵੇਂ ਅੱਜ ਕਰ ਲਾ। ਇਹ ਟੀਮ ਜਿਹੜੀ ਕੰਮ ਕਰ ਰਹੀ ਹੈ, ਮੈਂ ਇਹਨਾਂ ਨੂੰ ਸਲੂਟ ਕਰਦਾ। ਸਮੇਂ ਦੀ ਨਜ਼ਾਕਤ ਨੂੰ ਦੇਖਿਆ ਕਿਉਂਕਿ ਸਮਾਂ ਕਾਫੀ ਹੋ ਗਿਆ। ਮੇਰਾ ਦਿਲ ਬੜਾ ਗੱਲ ਕਰਦਾ ਹੈ ਕਿਉਂਕਿ ਹੋਰ ਵੀ ਮੈਂ ਕਈ ਗੱਲਾਂ ਤੁਹਾਡੇ ਨਾਲ ਕਰਨੀਆਂ ਸਾਂਝੀਆਂ, ਕਿਉਂਕਿ ਇਹ ਅੱਜ ਇੱਕ ਦਿਨ ਦਾ ਕੰਮ ਨਹੀਂ ਹੈ, ਵਿਚਾਰਾਂ ਦੀ ਕੰਟੀਨਿਊਟੀ ਹੈ। ਜੇ ਲਗਾਤਾਰ ਤੁਸੀਂ ਕੰਮ ਕਰਦੇ ਰਹੋਗੇ, ਅਗਰ ਅੱਜ ਤੁਸੀਂ ਕੋਈ ਟਾਰਗੇਟ ਮਿਥ ਲਿਆ, ਭੈਣਾਂ ਨੇ ਮਿਥ ਲਿਆ ਕਿ ਜੀ ਮੈਂ ਬੱਚਾ ਨੂੰ ਪੜ੍ਹਾਉਣਾ ਆ ਲੇਕਿਨ ਪੈਸੇ ਨਹੀਂ ਹੈਗੇ, ਮੈਂ ਇਸ ਕਰਕੇ ਨਹੀਂ ਇਹ ਚੀਜ਼ ਸੋਚਣੀ ਨਹੀਂ ਹੈ। ਅਗਰ ਇਹ ਚੀਜ਼ ਬਾਬਾ ਸਾਹਿਬ ਵੀ ਸੋਚਦੇ, ਉਹਨਾਂ ਕੋਲ ਕੋਈ ਪੈਸਾ ਨਹੀਂ ਸੀ। ਸਾਥੀ ਦੱਸਦੇ ਕਿ ਦੱਸਿਆ ਪਹਿਲਾਂ ਕਿ ਉਹਨਾਂ ਦੇ ਬੱਚਿਆਂ ਤੇ ਮਰੇ ਉਹਦੇ ਪਾਣ ਲਈ ਕੱਫਣ ਨਹੀਂ ਸੀ। ਉਸ ਹਾਲਾਤਾਂ ਦੇ ਵਿੱਚ ਜਦੋਂ ਕਿ ਕੋਈ ਵੀ ਪੜ੍ਹਿਆ ਲਿਖਿਆ ਨਹੀਂ ਤੇ ਕੋਈ ਸਪੋਰਟ ਨਹੀਂ ਸੀ ਉਹਨਾਂ ਨੂੰ, ਔਰ ਜਿੰਨੀਆਂ ਉਹਨਾਂ ਨੇ ਅਪਮਾਨ ਔਰ ਜਲਾਲਤਾ ਸਹੀਆਂ, ਉਹਦੀ ਕਦੀ ਮੈਂ ਦੇਖਿਆ ਕਿ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਲੇਕਿਨ ਉਹਨਾਂ ਨੇ ਇੱਕ ਰਸਤਾ ਜਿਹੜਾ ਮੁੱਖ ਉਦੇਸ਼ ਸੀ ਕਿ ਮੈਂ ਉਸ ਸਮੇਂ ਸੀ ਕਿ ਮੈਂ ਆਪਣੇ 6000 ਕਰੋੜਾਂ ਲਈ, 6000 ਕਰੋੜ ਲੋਕਾਂ ਦੇ ਲਈ ਆਪਣੀ ਜਿਵੇਂ ਉਹਨਾਂ ਦੀ ਗੁਲਾਮੀ ਦੀਆਂ ਜੜ੍ਹਾਂ ਨੂੰ ਖਤਮ ਕਰਦੇ, ਮੁਕਤੀ ਕਰਦੇ ਵਿੱਚ ਨਾਕਾਮ ਜੇ ਤਾਂ ਗੋਲੀ ਮਾਰ ਕੇ ਮੈਂ ਮਾਰ ਦੂੰਗਾ, ਉਹ ਉਹਨਾਂ ਦਾ ਸੰਕਲਪ ਸੀ। ਤੇ ਅੱਜ ਸਾਨੂੰ ਵੀ ਸੰਕਲਪ ਲੈਣਾ ਚਾਹੀਦਾ ਕਿ ਸਭ ਤੋਂ ਪਹਿਲਾਂ ਕਿ ਜਿਹੜੀ ਐਜੂਕੇਸ਼ਨ ਹੈ ਉਹਦੇ ਤੇ ਐਜੂਕੇਸ਼ਨ ਨੂੰ ਵੀ ਕਰੇ, ਦੂਸਰੀ ਪੜ੍ਹਾਈ ਤਾਂ ਕਰਨੀ ਆ, ਔਰ ਦੂਸਰੀ ਜਿਹੜੀ ਗਿਆਨ, ਸਮਾਜਿਕ ਗਿਆਨ ਔਰ ਆਪਣੇ ਇਤਿਹਾਸ ਬਾਰੇ ਉਹਨਾਂ ਬੱਚਿਆਂ ਨੂੰ ਦੱਸਣਾ, ਉਹਨਾਂ ਮਹਾਂਪੁਰਸ਼ਾਂ ਬਾਰੇ ਜ਼ਰੂਰ ਦੱਸਣਾ ਕਿ ਉਹਨਾਂ ਨੇ ਇੰਨੇ ਅਪਮਾਨ ਸਹਿ ਕੇ ਆਪਣੇ ਆਪ ਨੂੰ ਰੋਕਿਆ ਨਹੀਂ, ਅੱਗੇ ਉਦੇਸ਼ ਵੱਲ ਵਧੇ ਆ। ਤੇ ਬੱਚਿਆਂ ਦੇ ਵਿੱਚ ਜੇ ਬਾਈ ਚਾਂਸ ਕਦੀ ਹਰਾਸਮੈਂਟ ਆਂਦੀ ਵੀ ਆ, ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਹੈਗੇ ਆ ਜਿਹੜੇ ਕਿ ਤੁਹਾਨੂੰ ਸਪੋਰਟ ਕਰਨ ਲਈ, ਤੁਹਾਨੂੰ ਐਜੂਕੇਟ ਕਰਨ ਲਈ, ਤੁਹਾਨੂੰ ਮੋਟੀਵੇਟ ਕਰਨ ਲਈ, ਤੁਹਾਨੂੰ ਅੱਗੇ ਲੈ ਕੇ ਜਾਣ ਲਈ, ਤੁਹਾਡੇ ਬੱਚਿਆਂ ਨੂੰ ਅੱਗੇ ਲੈ ਕੇ ਜਾਣ ਲਈ ਜਿਹੜੇ ਹੈਗੇ ਤਿਆਰ ਹੈਗੇ ਆ। ਬੱਚੇ ਦੇ ਵਿੱਚ ਕੈਪੇਬਿਲਿਟੀ ਹੋਣੀ ਚਾਹੀਦਾ, ਮਾਂ-ਬਾਪ ਦਾ ਕਨਸੈਪਟ ਕਲੀਅਰ ਹੋਣਾ ਚਾਹੀਦਾ, ਮਾਂ-ਬਾਪ ਦੇ ਮਨ ਦੇ ਵਿੱਚ ਹੋਣਾ ਚਾਹੀਦਾ ਕਿ ਮੈਂ ਬੱਚਿਆਂ ਨੂੰ ਅੱਗੇ ਲੈਣਾ, ਖਾਸ ਕਰਕੇ ਬੇਟੀਆਂ ਨੂੰ। ਕਿਉਂਕਿ ਜਿਹੜੀ ਬੇਟੀਆਂ ਨੂੰ ਆਪਣੇ ਇਹ ਸੋਚਿਆ ਜਾਂਦਾ ਕਿ ਯਾਰ ਪੜ੍ਹ ਲਿਖ ਕੇ ਕੀ ਕਰਨਾ, ਜਾਂ ਜੇ ਪੜ੍ਹ ਵੀ ਜਾਓਗੇ ਤਾਂ ਪਰਾਇ ਤਨ, ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਬ੍ਰਾਹਮਣਵਾਦੀ ਵਿਚਾਰਧਾਰਾ ਨੇ ਪਾਈਆਂ ਹੋਈਆਂ ਹੈ। ਲੇਕਿਨ ਔਰਤ ਜੋ ਹੈਗੀ ਆ ਉਹ ਸਭ ਤੋਂ ਇਸ ਸਮਾਜ ਦੇ ਸੁਪਰ ਹੈ। ਮੈਂ ਇਸ ਕਰਕੇ ਥੋੜਾ ਹੋਰ ਬੋਲਣਾ ਚਾਹੁੰਦਾ ਸੀ ਕਿਉਂਕਿ ਵੱਡੀ ਗਿਣਤੀ ਚ ਔਰਤਾਂ ਆਈਆਂ ਨੇ। ਅਗਰ ਔਰਤਾਂ, ਕਿਉਂਕਿ ਇਸ ਸਮਾਜ ਨੇ, ਬ੍ਰਾਹਮਣਿਕਲ ਸਮਾਜ ਨੇ ਔਰਤ ਨੂੰ ਇਸੇ ਕਰਕੇ ਨਾ ਡਾਊਨ ਕੀਤਾ ਕਿਉਂਕਿ ਉਹਨਾਂ ਨੂੰ ਪਤਾ ਕਿ ਮਰਦਾਂ ਨਾਲੋਂ 10 ਟਾਈਮ ਸ਼ਕਤੀ ਉਹਨਾਂ ਦੇ ਵਿੱਚ ਹੁੰਦੀ ਆ। ਅਗਰ ਔਰਤਾਂ ਜਾਗਰਤ ਹੋ ਜਾਣ, ਔਰਤਾਂ ਇਸ ਸਮਾਜ ਦੀ ਲੀਡ ਕਰਨ, ਔਰਤਾਂ ਜਿਹੜੀ ਕਿ ਆਪਣੇ ਬੱਚਿਆਂ ਨੂੰ ਪੜ੍ਹਾਉਣ, ਇੱਕ ਔਰਤ ਪੜ੍ਹਨ ਨਾਲ 4 ਘਰਾਂ ਦੇ ਵਿੱਚ ਉਹ ਐਜੂਕੇਸ਼ਨ ਜਾਂਦੀ ਆ, ਤੇ ਉਸ ਔਰਤਾਂ ਜਿਹੜੀ ਕ੍ਰਾਂਤੀ ਕਰ ਸਕਦੀਆਂ ਨੇ। ਅਗਰ ਉਸ ਕ੍ਰਾਂਤੀ ਦੇ ਵਿੱਚ ਔਰਤਾਂ ਹੀ ਨਹੀਂ ਹੋਣਗੀਆਂ ਤਾਂ 50% ਲੜਾਈ, 50% ਜਿਹੜੀ ਲੜਾਈ ਆ ਅਸੀਂ ਪਹਿਲਾਂ ਹੀ ਹਾਰ ਜਾਂਦੇ ਆ। ਇਸ ਲੜਾਈ ਨੂੰ ਕਾਮਯਾਬ ਕਰਨ ਲਈ ਮਹਾਂਪੁਰਸ਼ ਸਾਡੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜੀ ਨੇ ਔਰਤਾਂ ਦੇ ਲਈ ਹਿੰਦੂ ਕੋਡ ਬਿੱਲ ਬਣਾਇਆ ਸੀ 1952, ਤੁਸੀਂ ਪੜ੍ਹਦੇ ਹੋ। ਲੇਕਿਨ ਉਸ ਸਮੇਂ ਦੀ ਸਰਕਾਰ ਨੇ ਤੁਹਾਡੇ ਹੱਕ ਹਕੂਕਾਂ ਦੀ ਗੱਲ ਨਹੀਂ ਕੀਤੀ ਤੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਕਿ ਮੈਂ ਔਰਤਾਂ ਨੂੰ ਜਿਹੜੇ ਹੱਕ ਹਕੂਕ ਦਿਲਵਾਉਣਾ ਚਾਹੁੰਦਾ ਸੀ, ਔਰ ਉਹ ਜਿਹੜੇ ਹੱਕ ਹਕੂਕ ਬੇਸ਼ੱਕ ਹੁਣ ਮਿਲ ਗਏ ਹੈਗੇ ਆ, 3-4 ਭਾਗਾਂ ਦੇ ਵਿੱਚ ਹੋਏ ਆ। ਕਿਉਂਕਿ ਅੱਜ ਔਰਤਾਂ ਨੂੰ ਜਿਹੜਾ ਹੈਗਾ ਜਾਇਦਾਦ ਰੱਖਣ ਦਾ ਅਧਿਕਾਰ ਹੈ, ਮਾਪਿਆਂ ਦੀ ਜਾਇਦਾਦ ਰੱਖਣ ਦਾ ਅਧਿਕਾਰ ਹੈ, ਪੜ੍ਹਨ ਦਾ ਅਧਿਕਾਰ ਹੈ, ਕਿੰਨੇ ਅਧਿਕਾਰ ਹੈਗੇ ਆ। ਅਗਰ ਕੋਈ ਅਤਿਆਚਾਰ ਕਰਦਾ ਕਾਨੂੰਨ ਦੇ ਵਿੱਚ ਉਹਦੇ ਅਧਿਕਾਰ ਹੈਗੇ, ਲੜਾਈ ਦੇ ਅਧਿਕਾਰ ਹੈ, ਤੇ ਉਹ ਜਿਹੜੇ ਅਧਿਕਾਰ ਹੈਗੇ ਉਹ ਸਾਡੇ ਮਹਾਂਪੁਰਸ਼ਾਂ ਦਿਲਵਾਏ ਸੀ। ਅੱਜ ਸੰਵਿਧਾਨ ਬਹੁਤ ਖਤਰੇ 'ਚ ਹੈ ਤੇ ਤੁਹਾਨੂੰ ਜਾਗਰਤ ਹੋਣ ਦੀ ਲੋੜ ਹੈ। ਤੇ ਮੈਂ ਜੇ ਚਾਹੂੰਗਾ ਕਿ ਖਾਲੀ ਸਾਡੇ ਆਉਣ ਨਾਲ ਨਹੀਂ, ਤੁਸੀਂ ਘਰਾਂ ਦੇ ਵਿੱਚ ਵੀ ਜਦੋਂ ਕਦੀ ਬੈਠਦੇ ਹੋ ਵਿਆਹਾਂ ਸ਼ਾਦੀਆਂ ਤੇ, ਉਹਨਾਂ ਮਹਾਂਪੁਰਸ਼ਾਂ ਦੀ ਗੱਲ ਕਰੋ, ਆਪਣੇ ਬੱਚਿਆਂ ਦੀ ਵਿੱਦਿਆ ਦੀ ਗੱਲ ਕਰੋ, ਇੱਧਰ ਉੱਧਰਲੀਆਂ ਗੱਲਾਂ ਕਰਨ ਨਾਲੋਂ। ਤਦ ਇਹ ਸਮਾਜ ਦੇ ਵਿੱਚ ਅਸੀਂ ਜਿਹੜਾ ਹੈਗਾ ਅੱਗੇ ਵੱਧ ਸਕਦੇ ਔਰ ਮਹਾਂਪੁਰਸ਼ਾਂ ਦੀ ਜਿਹੜੀ ਹੈਗੀ ਸੁਪਨਾ ਪੂਰਾ ਹੋ ਸਕਦਾ। ਇਹਨਾਂ ਸ਼ਬਦਾਂ ਦੇ ਨਾਲ ਮੈਂ ਆਪਣੀ ਬਾਣੀ ਨੂੰ ਵਿਰਾਮ ਦਿੰਦਾ ਹੋਇਆ ਇੱਕ ਵਾਰੀ ਫਿਰ ਤੋਂ ਇਸ ਟੀਮ ਨੂੰ ਸਲੂਟ ਕਰਦਾ ਔਰ ਨਾਲ ਇਹ ਰਿਕੁਐਸਟ ਕਰੂੰਗਾ ਕਿ ਇਹ
ਕੰਮ ਜਿਹੜਾ ਹੈਗਾ ਪੁੰਨ ਦਾ ਕੰਮ ਹੈ। ਕਿਸੇ ਨੂੰ ਰਸਤਾ ਸਹੀ ਰਸਤੇ ਤੇ ਲੈ ਕੇ ਜਾਣਾ, ਕਿਸੇ ਨੂੰ ਰਸਤੇ ਤੋਂ ਭਟਕਾਣਾ, ਉਹ ਜਿਹੜਾ ਹੈਗਾ ਉਹ ਪੁੰਨ ਨਹੀਂ ਆ। ਕਿਸੇ ਨੂੰ ਸਹੀ ਰਸਤੇ ਤੇ ਲੈ ਜਾਣਾ, ਆਪਣੇ ਜਾਣਕਾਰੀ ਦੇਣਾ, ਜਾਣਕਾਰੀ ਸਭ ਤੋਂ ਵੱਡਾ ਹਥਿਆਰ ਹੈ। ਤੇ ਤੁਸੀਂ ਇਹ ਇੱਥੇ ਤਾਂ ਮੇਰੀ ਗੱਲ ਸੁਣ ਕੇ ਹੋ ਸਕਦਾ 2-4 ਦਿਨ ਬਾਅਦ ਭੁੱਲ ਵੀ ਜਾਂਦਾ ਬੰਦਾ ਕਈ ਕੀ ਗਈਆਂ, ਲੇਕਿਨ ਇਹ ਕਿਤਾਬਾਂ ਜਿਹੜੀਆਂ ਹੈਗੀਆਂ ਨੇ ਇੱਕ ਸ਼ੀਸ਼ਾ ਹੁੰਦੀ ਨੇ ਸਮਾਜ ਦੀਆਂ, ਤੇ ਉਹ ਸ਼ੀਸ਼ਾ ਜਿਹੜੀਆਂ ਕਿਸੇ ਸ਼ਾਇਰ ਨੇ ਲਿਖਿਆ ਪੜ ਪੜ ਕਿਤਾਬਾਂ ਢੇਰ ਕੁੜੇ ਮੇਰਾ ਮੁੱਕਦਾ ਜਾਏ ਹਨੇਰ ਕੁੜੇ। ਇੱਕ ਦੂਜੇ ਸ਼ਾਇਰ ਨੇ ਲਿਖਿਆ ਪੜ ਪੜ ਕਿਤਾਬਾਂ ਢੇਰ ਕੁੜੇ ਮੇਰਾ ਵੱਧਦਾ ਜਾਏ ਹਨੇਰ ਕੁੜੇ। ਉਹਦਾ ਮਤਲਬ ਹੈ ਕਿ ਜਦੋਂ ਇੱਕ ਨੇ ਲਿਖਿਆ ਕਿ ਜਦੋਂ ਮੈਂ ਕਿਤਾਬ ਪੜ੍ਹਦੀ ਆ ਮੈਨੂੰ ਚਾਨਣ ਹੁੰਦਾ ਆ, ਜਿਹੜੀ ਹਨੇਰ ਦਾ ਮਤਲਬ ਹੈ ਕਿ ਮੈਨੂੰ ਹੋਰ ਪੜ੍ਹਨ ਦੀ ਇੱਛਾ ਜਾਗਦੀ ਹੈ ਕਿ ਮੈਂ ਤਾਂ ਹਨੇਰੇ ਵਿੱਚ ਹੀ ਆ, ਅਜੇ ਮੈਨੂੰ ਹੋਰ ਐਜੂਕੇਟ ਹੋਣ ਦੀ ਜ਼ਰੂਰਤ ਹੈ। ਤੇ ਕਿਤਾਬਾਂ ਜਿਹੜੀ ਹੈਗੀ ਹਰ ਘਰ ਦੇ ਵਿੱਚ ਲਾਇਬ੍ਰੇਰੀ ਬਣਾਓ, ਅਗਰ ਉਹਦੇ ਵਿੱਚ ਜ਼ਰੂਰਤ ਸਾਡੀ ਹੋਏਗੀ ਤਾਂ ਅਸੀਂ ਕਿਤਾਬਾਂ ਤੁਹਾਨੂੰ ਹੋਰ ਵੀ ਪ੍ਰੋਵਾਈਡ ਕਰਾ ਦਿਆਂਗੇ। ਔਰ ਤੁਸੀਂ ਘਰਾਂ ਦੇ ਵਿੱਚ ਜਦੋਂ ਵੀ ਕਦੀ ਬੈਠਣਾ ਉਸ ਐਜੂਕੇਸ਼ਨ ਤੇ ਗੱਲ ਕਰਨੀ ਆ, ਉਹ ਮਹਾਂਪੁਰਸ਼ਾਂ ਤੇ ਗੱਲ ਕਰਨੀ ਆ, ਆਪਣੀ ਵਿਚਾਰਧਾਰਾ ਤੇ ਗੱਲ ਕਰਨੀ ਆ, ਉਹਨਾਂ ਮਹਾਂਪੁਰਖ ਗੁਰੂ ਰਵਿਦਾਸ ਜੀ ਦੀ ਵਿਚਾਰਾਂ ਤੇ ਗੱਲ ਕਰਨੀ ਆ, ਤਦ ਹੀ ਅਸੀਂ ਅੱਗੇ ਵੱਧ ਸਕਦੇ ਹਾਂ। ਇਹਦਾ ਕਹਿੰਦਾ ਮੈਂ ਆਪਣੀ ਬਾਣੀ ਨੂੰ ਵਿਰਾਮ ਦਿੰਦਾ। ਤੁਸੀਂ ਮੇਰੀ ਗੱਲ ਨੂੰ ਬੜੇ ਗੌਰ ਨਾਲ ਸੁਣਿਆ, ਮੈਂ ਤੁਹਾਡਾ ਬੜਾ ਧੰਨਵਾਦ ਕਰਦਾ। ਬਹੁਤ ਮਕੈਨੀਕਲ ਇੰਜੀਨੀਅਰ ਸਰਦਾਰ ਜੀਤ ਸਿੰਘ ਜੀ, ਜਿਨ੍ਹਾਂ ਨੂੰ ਤੁਸੀਂ ਕਾਫੀ ਲੰਬੇ ਤੋਂ ਸੁਣਿਆ ਔਰ ਬਹੁਤ ਹੀ ਕ੍ਰਾਂਤੀਕਾਰੀ ਉਹਨਾਂ ਨੇ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਮੈਂ ਆਸ ਕਰਦਾ ਤੁਹਾਡੇ ਸਾਰਿਆਂ ਤੋਂ ਕਿ ਤੁਸੀਂ ਉਹਨਾਂ ਦੇ ਇਸ ਜੋ ਉਹਨਾਂ ਨੇ ਵਿਚਾਰ ਦਿੱਤੇ ਉਹਨਾਂ ਦਾ ਫਾਇਦਾ ਜ਼ਰੂਰ ਲਓਗੇ, ਉਹਨਾਂ ਨੂੰ ਆਪਣੀ ਜ਼ਿੰਦਗੀ 'ਚ ਲੈ ਕੇ ਆਓਗੇ। ਮੈਂ ਇੱਥੇ ਧੰਨਵਾਦ ਕਰਨਾ ਚਾਹੁੰਦਾ ਉਹਨਾਂ ਦਾ, ਜਿਨ੍ਹਾਂ ਵੀਰਾਂ ਨੇ ਇਹ ਕੰਪੀਟੀਸ਼ਨ ਕਰਵਾਉਣ ਦੇ ਵਿੱਚ, ਪੇਪਰ ਕਰਵਾਉਣ ਦੇ ਵਿੱਚ ਸਾਡਾ ਸਹਿਯੋਗ ਕੀਤਾ, ਜਿਨ੍ਹਾਂ ਦੇ ਵਿੱਚ ਟੀਚਰ ਦਲਜੀਤ ਕੁਮਾਰ ਜੀ ਪਿੰਡ ਮੰਨਣ ਤੋਂ ਨੇ ਔਰ ਲੈਕਚਰਰ ਜਤਿੰਦਰ ਕੁਮਾਰ ਜੀ ਜੋ ਰਿਆਤ ਬਹਿਰਾ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਂਦੇ ਨੇ, ਔਰ ਕਲਰਕ ਸੰਦੀਪ ਕੁਮਾਰ ਜੀ, ਜਸਵਿੰਦਰ ਕੁਮਾਰ ਜੱਜ ਸਾਹਿਬ ਦੇ ਰੀਡਰ ਪਿੰਡ ਮੰਨਣ ਤੋਂ, ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਆ, ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨਾ ਕਰਦੇ ਹਾਂ ਔਰ ਆਸ ਕਰਦੇ ਹਾਂ ਕਿ ਅੱਗੇ ਤੋਂ ਵੀ ਉਹ ਇਸੇ ਤਰ੍ਹਾਂ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਖੜਨਗੇ ਤੇ ਸਾਡਾ ਸਹਿਯੋਗ ਕਰਨਗੇ। ਇਸ ਸਮਾਗਮ ਨੂੰ ਕਰਵਾਉਣ ਦੇ ਵਿੱਚ ਸਾਡੇ ਬਹੁਤ ਹੀ ਸਾਡੇ ਸਾਥੀਆਂ ਨੇ, ਸਾਡੇ ਭਰਾਵਾਂ ਨੇ, ਭੈਣਾਂ ਨੇ ਵੱਧ ਚੜ ਕੇ ਤਨ ਮਨ ਧਨ ਦੇ ਨਾਲ ਸੇਵਾ ਕੀਤੀ ਹੈ, ਰਾਸ਼ੀ ਜੋ ਦਿੱਤੀ ਹੈ ਸੇਵਾ। ਅਸੀਂ ਉਹਨਾਂ ਸਾਰਿਆਂ ਭੈਣਾਂ ਦਾ, ਵੀਰਾਂ ਦਾ ਧੰਨਵਾਦ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਉਹ ਅੱਗੇ ਤੋਂ ਇਸੇ ਤਰ੍ਹਾਂ ਸਾਡੇ ਨਾਲ ਮੋਢਾ ਜੋੜ ਕੇ ਖੜਨਗੇ। ਔਰ ਅਸੀਂ ਵਾਅਦਾ ਕਰਦੇ ਹਾਂ ਕਿ ਅਗਰ ਅਸੀਂ ਇਸੇ ਤਰ੍ਹਾਂ ਇਕਜੁੱਟ ਹੋ ਕੇ ਚੱਲਾਂਗੇ ਤਾਂ ਅਸੀਂ ਆਪਣੇ ਬੱਚਿਆਂ ਨੂੰ ਉਹ ਵਿਦਿਆ ਹਾਸਲ ਜ਼ਰੂਰ ਕਰਵਾਉਣ ਦੇ ਵਿੱਚ ਸਫਲ ਹੋਵਾਂਗੇ ਜੋ ਅਸੀਂ ਸੋਚ ਕੇ ਰੱਖਿਆ ਹੋਇਆ ਹੈ। ਔਰ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਬਹੁਤ ਜਲਦ ਬੱਚਿਆਂ ਦੀ ਜੋ ਟਿਊਸ਼ਨ ਹੈ ਉਹ ਵੀ ਪੜ੍ਹਾਈ ਜਾਊਗੀ ਫ੍ਰੀ ਕਾਸਟ। ਜਿਹੜੇ ਬੱਚੇ ਪੜ੍ਹਨਾ ਚਾਹਣ ਤਾਂ ਹੁਣੇ ਹੀ ਇਸ ਪ੍ਰੋਗਰਾਮ ਦੇ ਜੋ ਆਯੋਜਕ ਨੇ ਸਾਡੇ ਓਂਕਾਰ ਕੁਮਾਰ ਰਿੰਕੂ ਜੀ, ਉਹਨਾਂ ਨੇ ਕਿਹਾ ਕਿ ਪਹਿਲੀ ਮਈ ਤੋਂ ਲੈ ਕੇ 8ਵੀਂ ਤੱਕ ਦੇ ਬੱਚਿਆਂ ਨੂੰ ਜੋ ਹੈ ਟਿਊਸ਼ਨ ਉਹ ਪਹਿਲੀ ਤਰੀਕ ਤੋਂ ਆਪਾਂ ਸ਼ੁਰੂ ਕਰ ਦੇਣੀ ਆ। ਜੋ ਵੀ ਬੱਚੇ ਟੀਚਰ ਉਹ ਟਿਊਸ਼ਨ ਲੈਣੀ ਚਾਹੁੰਦੇ ਹੋਣ ਉਹ ਭਾਈ ਉਹਨਾਂ ਨਾਲ ਕੰਟੈਕਟ ਕਰਕੇ ਆਪਣੇ ਬੱਚਿਆਂ ਦੇ ਨਾਮ ਜ਼ਰੂਰ ਲਿਖਵਾ ਦੇਣ। ਔਰ ਮੈਂ ਬੈਠਾ ਗੱਲ ਕਰਦਾ ਸੀ ਭਾਈ ਉਹਨਾਂ ਨਾਲ, ਕਹਿੰਦੇ ਕਿ ਸਾਡੇ ਵਿੱਚ ਸਾਡੇ ਭੈਣ ਜਸਵਿੰਦਰ ਕੌਰ ਜੀ ਉਹ ਭਗੌਰੇ ਤੋਂ ਨੇ, ਉਹ ਆਏ ਹੋਏ ਆ ਔਰ 2017 ਦੇ ਵਿੱਚ ਉਹ ਕਹਿੰਦੇ ਮੈਨੂੰ ਉਹਨਾਂ ਨੇ ਮੋਟੀਵੇਟ ਕੀਤਾ ਸੀ ਇਸ ਕੰਮ ਨੂੰ। ਉਹ ਧੰਨਵਾਦ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਕਰਦੇ ਆ ਕਿ ਮੈਂ ਬਹੁਤ ਧੰਨਵਾਦੀ ਹਾਂ ਉਹਨਾਂ ਦਾ, ਜਿਹੜੇ ਮੈਨੂੰ ਇਸ ਰਸਤੇ ਤੇ ਲੈ ਕੇ ਆਏ। ਇਹਨਾਂ ਦੇ ਮਨ 'ਚ ਸੋਚ ਹੋਈ, ਅਸੀਂ ਇਹਨਾਂ ਦੇ ਨਾਲ ਮਿਲੇ, ਸਾਡੇ ਹੋਰ ਸਾਥੀ ਇਕੱਠੇ ਹੋਏ ਔਰ ਇਹ ਕਾਫਲਾ ਇੱਕ ਛੋਟਾ ਜਿਹਾ ਜੋ ਚੱਲਣ ਲੱਗਾ ਔਰ ਸਾਨੂੰ ਉਮੀਦ ਹੈ ਕਿ ਤੁਹਾਡਾ ਸਾਰਿਆਂ ਸਾਥ ਰਹੇਗਾ ਤਾਂ ਅਸੀਂ ਇਸ ਕਾਫਲੇ ਨੂੰ ਬੜੀ ਦੂਰ ਤੱਕ ਲੈ ਕੇ ਜਾਵਾਂਗੇ। ਜਿਸ ਤਰ੍ਹਾਂ ਕਿ ਬਾਬਾ ਸਾਹਿਬ ਭੀਮ ਅੰਬੇਡਕਰ ਨੇ ਵੀ ਕਿਹਾ ਸੀ, ਕਾਫਲਾ ਤਾਂ ਉਹਨਾਂ ਦਾ ਆ, ਅਸੀਂ ਤਾਂ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਹਨੇ ਕਿਹਾ ਸੀ ਕਿ ਮੈਂ ਇਸ ਕਾਫਲੇ ਨੂੰ ਜਿੱਥੇ ਤੱਕ ਲੈ ਆਇਆ ਆਪਣੇ ਸਮਾਜ ਨੂੰ, ਉਹ ਕਹਿ ਰਹੇ ਸੀ ਕਿ ਕੋਸ਼ਿਸ਼ ਕਰਨੀ ਕਿ ਅੱਗੇ ਤੱਕ ਲੈ ਕੇ ਜਾਓ
ਪਰ ਜੇ ਤੁਸੀਂ ਇਸ ਨੂੰ ਅੱਗੇ ਨਾ ਲੈ ਕੇ ਜਾ ਸਕੇ ਤਾਂ ਇਹ ਵੀ ਕੋਸ਼ਿਸ਼ ਕਰਨੀ ਕਿ ਇੱਥੋਂ ਪਿੱਛੇ ਨੂੰ ਵੀ ਨਾ ਆਵੇ। ਜਿੱਥੇ ਹੈਗਾ ਉੱਥੇ ਹੀ ਰਵੇ। ਜੇ ਅੱਗੇ ਨਹੀਂ ਵਧਾ ਸਕਦੇ ਪਿੱਛੇ ਨੂੰ ਵੀ ਨਾ ਆਵੇ। ਸੋ ਸਾਡਾ ਇਹ ਫਰਜ਼ ਆ, ਸਾਡਾ ਧਰਮ ਆ ਕਿ ਅਸੀਂ ਉਹਨਾਂ ਦੇ ਸੁਪਨੇ ਨੂੰ, ਉਹਨਾਂ ਦੇ ਇਸ ਕਾਫਲੇ ਨੂੰ, ਉਹਨਾਂ ਦੀ ਸੋਚ ਨੂੰ ਆਪਾਂ ਅੱਗੇ ਲੈ ਕੇ ਜਾਣਾ ਹੈ। क्योंकि किसी शायर ने बहुत सोहना लिखा है कि उसकी कोशिशों को सराहो। बेनती करांगा साडे विच आए हुए साडे बहुत ही अजीज इंजीनियर जसवंत राय जी बाम से पार्टी पंजाब प्रधान कि वो भी अपने कीमती विचार दें। इस तो बाद जो नतीजे ने वो घोषित कर दिए जाएंगे। सोसाइटी के वालों लंगर का भी प्रबंध है, सब ने लंगर छकना है, लंगर छक के जाना है। सो इन्हां बेनतियां नूं प्रवान करना जी। जय भीम जय भारत। सब तो पहला अज दे इस बहुत ही महत्वपूर्ण प्रोग्राम ਜਿਹੜਾ ਵਿਸ਼ੇਸ਼ ਕਰਕੇ ਪਿੰਡ ਬਹਾਦਰਪੁਰ ਬਾਈਆਂ ਤੇ ਲਾਗਲੇ ਪਿੰਡਾਂ ਦੇ ਸਾਥੀਆਂ ਵੱਲੋਂ ਸਾਡੇ ਯੁਗ ਪੁਰਸ਼ ਜਿਨ੍ਹਾਂ ਦਾ ਅਸੀਂ ਜਿੰਨਾ ਕੁ ਵਿਖਿਆਨ ਕਰ ਲਈਏ ਔਰ ਜਿੰਨਾ ਵੱਡਾ ਕਰਜ਼ ਉਹਨਾਂ ਦਾ ਸਾਡੇ ਲਈ ਹੈ ਉਹ ਜੇ ਅਸੀਂ ਇੱਕ ਜ਼ਿੰਦਗੀ ਨਹੀਂ ਆਉਣ ਵਾਲੀਆਂ ਹਜ਼ਾਰਾਂ ਜ਼ਿੰਦਗੀਆਂ ਵੀ ਲਗਾ ਦਈਏ ਤੇ ਉਹ ਕਰਜ਼ ਉਤਰਨ ਵਾਲਾ ਨਹੀਂ। ਉਸ ਯੁਗ ਪੁਰਸ਼ ਦਾ ਜਨਮ ਦਿਨ ਮਨਾ ਰਹੇ ਔਰ ਇੱਕ ਵਿਸ਼ੇਸ਼ ਉਪਰਾਲਾ ਕਰ ਰਹੇ। ਵਿਸ਼ੇਸ਼ ਕਰਕੇ ਓਂਕਾਰ ਕੁਮਾਰ ਰਿੰਕੂ ਜੀ, ਹਰਜਿੰਦਰ ਕੁਮਾਰ ਜੀ, ਕੁਲਦੀਪ ਜੀ, ਸੋਮਦੇਵ ਜੀ, ਆਕਾਸ਼ ਜੀ ਤੇ ਮੈਂ ਇਹਨਾਂ ਤੋਂ ਵੀ ਅੱਗੇ ਜਾਵਾਂ ਜਿਹੜੇ ਬੁਲਾਰਿਆਂ ਨੇ ਤੁਹਾਨੂੰ ਅੱਜ ਦੀ ਇਸ ਸਟੇਜ ਤੋਂ ਸੰਬੋਧਨ ਕੀਤਾ। ਤਾਰਾ ਚੰਦ ਜੀ ਜਦੋਂ ਮੈਂ ਆਇਆ ਬੋਲ ਰਹੇ ਸੀਗੇ, ਬਹੁਤ ਭਾਵੁਕਤਾ ਵਾਲੇ ਵਿਚਾਰ ਉਹਨਾਂ ਨੇ ਤੁਹਾਡੇ ਨਾਲ ਸਾਂਝੇ ਕੀਤੇ ਔਰ ਵਿਸ਼ੇਸ਼ ਕਰਕੇ ਰਿਸਪੈਕਟਡ इंजीनियर मनजीत सिंह जी जो बतौर एक्सियन रेल डिपार्टमेंट के अंदर अपनियां सेवावां दे रहे हैं। बच्चियां नूं शायद हजे नहीं पता कि बतौर एक्सियन किड्डी क वड्डी पोस्ट होंदी है। शायद आपां जिहड़े बचपन चों अगे आ गए हैं आपां नूं पता कि बतौर एक्सियन किड्डी क वड्डी पोस्ट होंदी है। और अज साडे सन्मुख बैठे आ और इन्हां दे नाल इंजीनियर जीत सिंह जी मेरे कोल इन्हां दी जिहड़ियां ये सेवावां निभा रहे आ उन्हां सेवावां दे प्रति जिन्ने क समर्पित आ और जिस ढंग नाल कर रहे आ मैं शुक्रगुजार। जिथे आके उन्होंने गिला होया वो गिला सी कि मैनू मेरे समाज के पढ़े लिखे लोगों ने धोखा दिता। बट उन्होंने तो बाद अज ये साडे रहबरां तो बाद इस कारवां नूं अगे चलाण वाली जिहड़ी शख्सियत है मान्यवर साहब कांशी राम जी उन्होंने जदों इस विचार नूं सुनिया परखिया देखिया ते उन्होंने सब तो पहला फिर पढ़े लिखे लोगों नाल ही ये गल कीती ते पढ़े लिखे लोगों नूं ही तैयार किया। और तुहाडे सामने ये दो शख्सियतां बैठियां जिहड़ियां निष्काम भावना दे नाल इस काम दे अंदर सवेर तो लैके शाम तक ते शाम तो लैके सवेर तक सोमवार तो लैके ऐतवार शाम तक ते सोमवार सवेर तो छल के यानी कि कोई दिन कोई घंटा कोई समा शायद बहुत सारे साडे बच्चियां ने
ਸਾਡੇ ਪਰਿਵਾਰ ਦੇ ਮੈਂਬਰਾਂ ਨੇ, ਆਪਣੇ ਚੋਂ ਬਹੁਤ ਸਾਰੇ ਬੁੱਧੀਜੀਵੀ ਸਾਥੀਆਂ ਨੇ ਵੀ ਇਹ ਪਹਿਲੀ ਵਾਰੀ ਇਹਦੇ ਚੋਂ ਦੇਖੀਆਂ ਹੋਣਗੀਆਂ। ਸੋ ਮੈਂ ਸਭ ਤੋਂ ਪਹਿਲਾਂ ਆਪਣੇ ਇਹਨਾਂ ਰਹਿਬਰਾਂ ਨੂੰ ਨਤਮਸਤਕ ਹੁੰਦਾ ਹੋਇਆ ਔਰ ਇਹਨਾਂ ਤੋਂ ਇਲਾਵਾ ਵੀ ਉਹ ਸਾਰੇ ਸੰਤ ਮਹਾਪੁਰਸ਼, ਉਹ ਸਾਰੇ ਰਹਿਬਰ, ਉਹ ਸਾਰੇ ਬੁੱਧੀਜੀਵੀ ਜਿਨ੍ਹਾਂ ਨੇ ਜਿੰਨਾ ਕੁ ਇਤਿਹਾਸ ਦੇ ਪੰਨੇ ਆਪਾਂ ਨੂੰ ਪਤਾ ਲੱਗੇ ਆ, ਉਹਦੇ 'ਚ ਜਿਹੜੇ ਨਾਮ ਸਾਡੇ ਸਾਹਮਣੇ ਆ ਚੁੱਕੇ ਆ, ਉਹਨਾਂ ਦੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ, ਉਹਨਾਂ ਸਾਰਿਆਂ ਨੂੰ ਨਤਮਸਤਕ ਹੁੰਦਾ ਕਿ ਜੇ ਉਹਨਾਂ ਨੇ ਆਪਣੇ ਸਮੇਂ ਦੇ ਅੰਦਰ ਇਸ ਸੰਘਰਸ਼ ਦੇ ਅੰਦਰ ਆਪਣਾ ਯੋਗਦਾਨ ਪਾ ਕੇ ਇਸ ਸੰਘਰਸ਼ ਨੂੰ ਅੱਗੇ ਨਾ ਤੋਰਿਆ ਹੁੰਦਾ ਤੇ ਅੱਜ ਨਾ ਅਸੀਂ ਇੱਥੇ ਆਏ ਹੁੰਦੇ ਤੇ ਨਾ ਤੁਸੀਂ ਇੱਥੇ ਬੈਠੇ ਹੁੰਦੇ। ਇਸ ਲਈ ਉਹਨਾਂ ਨੂੰ ਨਤਮਸਤਕ ਹੁੰਦੇ ਹੋਏ ਮੈਂ ਫਤਿਹ ਦੀ ਸਾਂਝ ਪਾਣਾ ਚਾਹਾਂਗਾ ਕਿ ਤੁਹਾਡੇ ਵੱਲੋਂ ਵੀ ਆਵਾਜ਼ ਜਿਹੜਾ ਉਸੇ ਢੰਗ ਦੇ ਨਾਲ ਆਵੇ। ਜੈ ਭੀਮ, ਜੈ ਭਾਰਤ ਦੇ ਨਾਲ ਵਿਚਾਰ ਸਾਂਝੇ ਕਰਦੇ ਹੋਏ ਬਹੁਤ ਵਿਸਥਾਰਪੂਰਵਕ ਗੱਲਾਂ ਕੀਤੀਆਂ। ਮੈਂ ਸਮਝਦਾ ਕਿ ਇੰਨਾ ਲੰਬਾ ਸਮਾਂ ਬੈਠਣਾ ਤੇ ਸੁਣਨਾ ਬਹੁਤ ਔਖਾ ਹੁੰਦਾ। ਮੈਂ ਬਹੁਤਾ ਸਮਾਂ ਨਹੀਂ ਲੈਣ ਦੀ ਕੋਸ਼ਿਸ਼ ਕਰਾਂਗਾ ਕਿ ਜਿੰਨੀ ਘੱਟ ਤੋਂ ਘੱਟ ਸ਼ਬਦਾਵਲੀ ਦੇ ਅੰਦਰ ਤੁਹਾਡੇ ਨਾਲ ਸਾਂਝ ਪਾ ਲਈ ਜਾਵੇ। ਸਭ ਤੋਂ ਪਹਿਲਾਂ ਤੇ ਡਾਕਟਰ BR ਅੰਬੇਦਕਰ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਔਰ ਉਹਦੇ ਸਾਰੇ ਅਹੁਦੇਦਾਰ, ਉਹਨਾਂ ਨੂੰ ਇਸ ਗੱਲ ਲਈ ਮੈਂ ਸ਼ੁਕਰੀਆ ਅਦਾ ਕਰਨਾ ਚਾਹਾਂਗਾ, ਵਧਾਈ ਦੇਣਾ ਚਾਹਾਂਗਾ ਕਿ ਤੁਸੀਂ ਇੱਕ ਉਹ ਉਪਰਾਲਾ ਅੱਜ ਇਸ ਮੁਕਾਮ ਤੱਕ ਲੈ ਆਏ ਹੋ ਜਿਸ ਉਪਰਾਲੇ ਦਾ ਸਦਕਾ ਆਉਣ ਵਾਲੇ ਸਮੇਂ ਦੇ ਅੰਦਰ ਇੱਕ ਇਤਿਹਾਸ ਸਿਰਜਿਆ ਜਾਣਾ। ਇਤਿਹਾਸ ਕੁਛ ਨਹੀਂ ਹੁੰਦਾ। ਮੈਂ ਜੀਤ ਸਿੰਘ ਜੀ ਨੂੰ ਇਸ ਕਰਕੇ ਵੀ ਸਲੂਟ ਕਰਦਾ ਕਿ ਸਾਡਾ ਇਤਿਹਾਸ ਹੀ ਗਵਾ ਦਿੱਤਾ ਗਿਆ ਸੀ। ਸਾਡਾ ਇਤਿਹਾਸ ਹੀ ਗਵਾ ਦਿੱਤਾ ਗਿਆ ਸੀ। ਉਹ ਕਿਉਂ ਗਵਾਚਿਆ? ਕਿਉਂਕਿ ਜੋ ਲਿਖਿਆ ਸੀ ਉਹ ਉਹਨਾਂ ਨੇ ਸਾੜ ਦਿੱਤਾ ਤੇ ਉਹਦੇ ਤੋਂ ਬਾਅਦ ਲਿਖਣ ਵਾਲੀਆਂ ਸ਼ਖਸੀਅਤਾਂ ਪੈਦਾ ਨਾ ਹੋਣ, ਇਹਦੇ ਲਈ ਪੜ੍ਹਾਈ ਦੇ ਉੱਤੇ ਪੂਰਨ ਰੂਪ 'ਚ ਬੈਨ ਲਾਤਾ ਵੀ ਤੁਸੀਂ ਪੜੋਗੇ ਨਹੀਂ। ਜੇ ਪੜੋਗੇ ਤੇ ਜ਼ਬਾਨ ਕੱਟ ਦਿੱਤੀ ਜਾਊਗੀ, ਜੇ ਸੁਣੋਗੇ ਤੇ ਤੁਹਾਡੇ ਕੰਨ 'ਚ ਸਿੱਕਾ ਪਾ ਦਿੱਤਾ ਜਾਊਗਾ। ਹੁਣ ਇੱਥੋਂ ਦੇ ਹਾਲਾਤ ਇਦਾਂ ਦੇ ਹੈ ਔਰ ਉਹਨਾਂ ਹਾਲਾਤਾਂ 'ਚੋਂ ਕੱਢ ਕੇ ਇਹ ਸਾਡੇ ਯੁੱਗ ਪੁਰਸ਼ ਔਰ ਇਹਨਾਂ ਨੂੰ ਸਿਖਰ ਤੱਕ ਲੈ ਕੇ ਜਾਣ ਵਾਲੀ ਪਰਸਨੈਲਿਟੀ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ, ਜਿਨ੍ਹਾਂ ਦਾ 132ਵਾਂ ਜਨਮ ਦਿਨ ਦੇ ਸੰਬੰਧ 'ਚ ਆਪਾਂ ਇਹ ਪ੍ਰੋਗਰਾਮ ਕਰ ਰਹੇ ਹਾਂ, ਉਹਨਾਂ ਨੇ ਇਹ ਪੜ੍ਹਨ ਤੇ ਲਿਖਣ ਵਾਲਾ ਕੰਮ ਇਸ ਹੱਦ ਤੱਕ ਕਰ ਦਿੱਤਾ, ਇਹਨਾਂ ਹਾਲਾਤਾਂ ਦੇ ਵਿੱਚੋਂ ਨਿਕਲ ਕੇ ਕਰ ਦਿੱਤਾ ਕਿ ਜਿਸ ਬੱਚੇ ਨੂੰ ਕਲਾਸ ਤੋਂ ਬਾਹਰ ਬੈਠਣ ਲਈ ਸ਼ਰਤ ਰੱਖੀ ਗਈ, ਜਿਸ ਬੱਚੇ ਨੂੰ ਪਾਣੀ ਨੂੰ ਛੂਹਣ ਤੋਂ, ਭਿੱਟ ਹੋਣ ਤੋਂ ਬਚਾਉਣ ਲਈ ਸ਼ਰਤ ਰੱਖੀ ਗਈ, ਜਿਸ ਬੱਚੇ ਨੂੰ ਆਪਣਾ ਟਾਟ ਘਰੋਂ ਲਿਆ ਕੇ ਬਾਹਰ ਬੈਠਣ ਲਈ ਸ਼ਰਤ ਰੱਖੀ ਗਈ, ਜਿਸ ਬੱਚੇ ਤੇ ਸ਼ਰਤ ਰੱਖੀ ਗਈ ਕਿ ਉਹ ਕਿਸੇ ਨਾਲ ਬੋਲੇਗਾ ਨਹੀਂ, ਕਿਸੇ ਦੇ ਲਾਗੇ ਨਹੀਂ ਜਾਏਗਾ, ਏਦਾਂ ਦੇ ਹਾਲਾਤ ਦੇ ਵਿੱਚੋਂ ਨਿਕਲ ਕੇ ਤੇ ਉਸ ਸਾਡੇ ਪਿਤਾ ਪੁਰਖੀ ਉਸ ਸ਼ਖਸ ਨੇ ਦੁਨੀਆ ਦੀਆਂ ਯੂਨੀਵਰਸਿਟੀਆਂ ਦੇ ਅੰਦਰ, ਟੌਪ ਦੀਆਂ ਯੂਨੀਵਰਸਿਟੀਆਂ ਦੇ ਅੰਦਰ ਉਹ ਐਜੂਕੇਸ਼ਨ ਗ੍ਰਹਿਣ ਕੀਤੀ ਹੈ। ਮੈਂ ਇੱਕੋ ਹੀ ਐਜੂਕੇਸ਼ਨ ਦੀ ਗੱਲ ਕਰਾਂਗਾ ਉਹਨਾਂ ਦੀ। ਅੱਜ ਆਪਾਂ 2023 ਚ ਬੈਠੇ ਆ, ਪੂਰਾ 100 ਸਾਲ ਪਿੱਛੇ ਚਲੇ ਜਾਣਾ, ਅੰਦਾਜ਼ਾ ਲਗਾਓ ਕਿੱਦਾਂ ਦਾ ਸਮਾਂ ਹੋਏਗਾ। 1923 ਦੇ ਵਿੱਚ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਇੱਕ ਡਿਗਰੀ ਹਾਸਲ ਕੀਤੀ ਹੈ ਜਿਹਨੂੰ DSc ਕਿਹਾ ਜਾਂਦਾ। ਮੈਂ ਬੜੇ ਫਖਰ ਦੇ ਨਾਲ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗਾ ਕਿ ਅੱਜ ਬੜੇ ਵੱਡੇ ਵੱਡੇ ਦਮਗਜੇ ਮਾਰਦੇ ਆ ਕਿ ਇਹ ਲੋਕ ਰਿਜ਼ਰਵੇਸ਼ਨ ਵਾਲੇ ਆ, ਇਹ ਲੋਕ ਫਲਾਣੇ ਆ, ਇਹ ਲੋਕ ਟਿਮਕਾਨੇ ਆ, ਪਰ ਮੈਂ ਉਹਨਾਂ ਨੂੰ ਚੈਲੰਜ ਕਰਕੇ ਕਹਿਣਾ ਚਾਹਨਾ ਕਿ ਇਸ ਪੂਰੇ ਦੇਸ਼ ਦੇ ਅੰਦਰ ਪੂਰੇ 100 ਸਾਲ ਦੇ ਵਕਫੇ ਤੋਂ ਬਾਅਦ ਵੀ ਇੱਕ ਵੀ ਸ਼ਖਸ ਕੱਲੇ ਇਹ ਮਾੜੇ ਧੀੜੇ ਲੋਕਾਂ ਚੋਂ ਨਹੀਂ,
ਉਹ ਖਾਂਦੇ ਪੀਂਦੇ ਲੋਕਾਂ, ਉੱਚ ਜਾਤੀ ਲੋਕਾਂ, ਵੱਡੇ ਵੱਡੇ ਪੜ੍ਹੇ ਲਿਖੇ ਲੋਕਾਂ ਦੇ ਵਿੱਚੋਂ ਇੱਕ ਵੀ ਬੱਚਾ ਪੈਦਾ ਨਹੀਂ ਕਰ ਸਕੇ ਜਿਹੜਾ DSC ਦੀ ਡਿਗਰੀ ਅੱਜ ਵੀ ਹਾਸਲ ਕਰ ਸਕਿਆ ਹੋਵੇ। ਸੋ ਇਹ ਮਾਣ ਹਜੇ ਤੱਕ ਸਾਨੂੰ ਹਾਸਲ ਹੈ ਕਿ ਸਾਡੇ ਪੁਰਖੇ ਨੇ ਹਾਸਲ ਕੀਤਾ ਔਰ ਸਾਡਾ ਪੁਰਖਾ ਉੱਥੋਂ ਤੱਕ ਗਿਆ। ਅਸੀਂ ਫਿਰ ਵੀ ਸਿਰ ਝੁਕਾ ਕੇ ਚੱਲੀਏ, ਅਸੀਂ ਫਿਰ ਵੀ ਉਹਨਾਂ ਦਾਤਿਆਂ ਦੇ ਦਰਬਾਰਾਂ ਤੇ ਜਾ ਕੇ ਮੱਥੇ ਰਗੜਦੇ ਫਿਰੀਏ ਕਿ ਸਾਡੀ ਤਕਦੀਰ ਬਦਲ ਦੇ। ਉਹ ਤਕਦੀਰ ਬਦਲਣ ਵਾਲਾ ਬਾਬਾ ਸਾਡੇ ਸਾਹਮਣੇ ਟਾਈ ਲਾ ਕੇ ਬੈਠਾ। ਆਓ ਉਸ ਬਾਬੇ ਤੋਂ ਸਿੱਖੋ। ਮੈਂ ਉਸ ਤੋਂ ਬਾਅਦ ਸਲੂਟ ਕਰਨਾ ਚਾਹਾਂਗਾ ਉਸ ਭੈਣ ਨੂੰ ਜਿਹੜੀ ਭੈਣ ਇਸ ਦੇਸ਼ ਦੀ ਨਹੀਂ ਹੈ, ਉਹ ਵਿਦੇਸ਼ ਦੀ ਹੈ। ਉਸ ਭੈਣ ਨੇ ਬਾਬਾ ਸਾਹਿਬ ਦੀ ਜਦੋਂ ਪ੍ਰੀ ਨਿਰਵਾਣ, ਜਿਹਨੂੰ ਆਪਾਂ ਮ੍ਰਿਤਿੂ ਕਹਿੰਦੇ ਆ, ਹੋ ਜਾਂਦੀ ਹੈ ਤੇ ਉਹਦੇ ਤੋਂ ਬਾਅਦ ਜੋ ਬਾਬਾ ਸਾਹਿਬ ਨੇ ਲਿਖਿਆ, ਜੋ ਉਹਨਾਂ ਨੇ ਪੜ੍ਹਿਆ, ਜੋ ਸਾਡੇ ਲਈ ਇਤਿਹਾਸ ਉਹਨਾਂ ਨੇ ਬਣਾ ਕੇ ਦਿੱਤਾ, ਉਹ ਹਜੇ ਤੱਕ ਛਪਣ ਦੀ ਹਾਲਤ 'ਚ ਨਹੀਂ ਸੀਗਾ, ਛਪਿਆ ਨਹੀਂ ਸੀਗਾ। ਬਟ ਉਹ ਇੱਕ ਭੈਣ ਐਲਜੀਨੀਅਟ ਪੈਨਸਿਲਵੇਨੀਆ ਯੂਨੀਵਰਸਿਟੀ ਤੋਂ, ਉਹ ਪਹਿਲੀ ਸਾਡੀ ਉਹ ਭੈਣ ਹੈ। ਮੈਂ ਸਲੂਟ ਕਰਦਾ ਉਹਨੂੰ ਕਿ ਉਹਨੇ ਪਹਿਲੀ PhD ਬਾਬਾ ਸਾਹਿਬ ਤੇ ਕੀਤੀ ਹੈ, ਪਹਿਲੀ PhD ਬਾਬਾ ਸਾਹਿਬ ਤੇ ਕੀਤੀ ਹੈ। ਸ਼ਾਇਦ ਜੇ ਉਹ ਪਹਿਲੀ PhD ਨਾ ਕਰਦੀ ਤੇ ਬਾਬਾ ਸਾਹਿਬ ਦਾ ਜਿੰਨਾ ਲਿਖਿਆ ਆ ਸੀਗਾ ਉਹ ਕਿਸੇ ਦੇ ਪੱਲੇ ਨਹੀਂ ਸਾਡਾ ਪਤਾ ਲੱਗਿਆ। ਉਸ ਵਿਦਵਤਾ ਦੇ ਕਰਕੇ ਬਾਬਾ ਸਾਹਿਬ ਨੇ ਜਿੰਨਾ ਲਿਖਿਆ, ਬਾਬਾ ਸਾਹਿਬ ਨੇ ਜਿੰਨਾ ਪੜ੍ਹਿਆ, ਉਹ ਸਾਰਾ ਸੰਭਾਲਣ ਵਾਸਤੇ ਉਹ ਬੰਬਈ ਦੀ ਹਾਈ ਕੋਰਟ ਦੇ ਅੰਦਰ ਗਿਆ ਕਿ ਬਾਬਾ ਸਾਹਿਬ ਦਾ ਲਿਖਿਆ ਤੇ ਪੜ੍ਹਿਆ ਆ ਜੋ ਰਿਕਾਰਡ ਹੈ ਉਹਨੂੰ ਸੰਭਾਲ ਲਿਆ ਜਾਵੇ। ਜੇ ਇਹ ਸੰਭਾਲਿਆ ਨਾ ਗਿਆ ਤੇ ਇਹ ਬਰਬਾਦ ਹੋ ਜਾਏਗਾ। ਔਰ ਉਹਨਾਂ ਦੀ ਇਸ ਦਲੀਲ ਦੇ ਕਰਕੇ ਅਦਾਲਤ ਨੇ ਮੰਨਿਆ ਤੇ ਬਾਬਾ ਸਾਹਿਬ ਦਾ ਸਾਰਾ ਲਿਖਿਆ ਹੋਇਆ ਟਰੰਕਾਂ ਦੇ ਅੰਦਰ ਬੰਦ ਕਰਕੇ ਰੱਖਣ ਲਈ ਮਜਬੂਰ ਹੋਏ। ਔਰ ਉਹ ਹਜੇ ਵੀ ਮਹਾਰਾਸ਼ਟਰ ਦੀ ਸਰਕਾਰ ਨੇ 22 ਵੋਲਿਊਮ ਛਾਪ ਚੁੱਕੀ ਹੈ, ਏਡੇ ਵੱਡੇ, ਕਰੀਬ ਜੇ ਜਿੰਨਾ ਬਾਬਾ ਸਾਹਿਬ ਨੇ ਖੁਦ ਲਿਖਿਆ, ਜੇ ਉਹਨੂੰ ਭਾਰ ਜਿਹੜੀਆਂ ਕਿਤਾਬਾਂ ਦਾ ਆ ਕਰੀਬ 25 ਕਿਲੋ ਤੋਂ ਜ਼ਿਆਦਾ ਕਿਤਾਬਾਂ ਦਾ ਭਾਰ ਬਣ ਜਾਂਦਾ ਜਿਹੜਾ ਲਿਖ ਚੁੱਕੇ ਆ, ਤੇ ਜਿਹੜਾ ਹਜੇ ਅਣ ਲਿਖਿਆ ਪਿਆ ਉਹ ਹਜੇ ਹੋਰ ਬਹੁਤ ਆ। ਸੋ ਅੰਦਾਜ਼ਾ ਲਾਓ ਸਾਡਾ ਪੁਰਖਾ ਕਿੱਡਾ ਮਹਾਨ ਸੀ ਤੇ ਅਸੀਂ ਹਜੇ ਤਕਦੀਰਾਂ ਮੱਥੇ ਰਗੜ ਕੇ ਤੇ ਉਹਨਾਂ ਤੋਂ ਮੰਗਣ ਦੀ ਗੱਲ ਕਰਦੇ ਆ। ਸਾਨੂੰ ਮੰਗਣ ਜਾਣ ਦੀ ਜ਼ਰੂਰਤ ਨਹੀਂ ਹੈ, ਸਾਨੂੰ ਇਸ ਬਾਬੇ ਕੋਲੋਂ ਉਹਨੇ ਜੋ ਲਿਖਿਆ ਉਹਨੂੰ ਪੜ੍ਹ ਕੇ ਆਪਣੀ ਤਕਦੀਰ ਬਣਾਉਣ ਦੀ ਜ਼ਰੂਰਤ ਹੈ। ਐਵੇਂ ਨਹੀਂ ਵਿਦਵਾਨਾਂ ਨੇ ਕਿਹਾ ਕਿ ਵਿਦਿਆ ਸ਼ੇਰਨੀ ਦਾ ਦੁੱਧ ਹੈ, ਜਿਹੜਾ ਪੀਏਗਾ ਉਹ ਦਹਾੜੇਗਾ, ਜਿਹੜਾ ਪੀਏਗਾ ਉਹ ਦਹਾੜੇਗਾ। ਤੇ ਮੈਂ ਤੀਸਰੇ ਉਸ ਸ਼ਖਸ ਨੂੰ ਸਲੂਟ ਕਰਨਾ ਚਾਹੁੰਦਾ ਹਾਂ ਕਿਉਂਕਿ ਵਿਜ਼ਨਰੀ ਲੋਕ ਜ਼ਰੂਰੀ ਨਹੀਂ ਹੁੰਦਾ ਕਿ ਕਿਸੇ ਦੇ ਨਾਲ ਪੜੇ ਹੋਣ, ਉਹਦੀ ਬਰਾਦਰੀ ਚੋਂ ਹੋਣ, ਉਹਦੇ ਪਿੰਡ ਚੋਂ ਹੋਣ, ਉਹਦੇ ਸ਼ਹਿਰ ਚੋਂ ਹੋਣ, ਉਹਦੇ ਸਮੇਂ ਦੇ ਹੋਣ। ਬਾਬਾ ਸਾਹਿਬ ਦਾ ਪ੍ਰੀ ਨਿਰਵਾਣ 6 ਦਸੰਬਰ 1956 ਨੂੰ ਹੋ ਜਾਂਦਾ। ਉਸ ਦਿਨ ਤੱਕ ਉਸ ਸ਼ਖਸ ਨੂੰ ਇਸ ਐਡੀ ਵੱਡੀ ਪਰਸਨੈਲਿਟੀ ਦੇ ਬਾਰੇ ਕੁਝ ਨਹੀਂ ਪਤਾ, ਬਿਲਕੁਲ ਨਹੀਂ ਜਾਣਦੇ। ਪਰ ਉਹਨਾਂ ਦੇ ਪ੍ਰੀ ਨਿਰਵਾਣ ਵੇਲੇ ਇੱਕ ਐਸਾ ਸ਼ਖਸ ਜਿਹੜਾ ਉਹਨਾਂ ਦੇ ਨਾਲ ਉਹਨਾਂ ਦੇ ਕਮਰੇ 'ਚ ਰਹਿੰਦਾ ਸੀਗਾ, ਕਿਤੇ ਕਿਤੇ ਗੱਲ ਕਰਦਾ ਹੁੰਦਾ ਸੀਗਾ ਕਿ ਇੱਕ ਐਸੀ ਪਰਸਨੈਲਿਟੀ ਆ ਇਸ ਦੇਸ਼ ਦੇ ਅੰਦਰ ਜਿਹੜੀ ਦੁਨੀਆ ਦੇ ਅੰਦਰ ਆਪਣਾ ਨਾਮ ਰੱਖਦੀ ਆ। ਇਸ ਦੇਸ਼ ਦੇ ਅੰਦਰ ਕਰੋੜਾਂ ਲੋਕਾਂ ਦੀ ਹਜ਼ਾਰਾਂ ਸਾਲਾਂ ਤੋਂ ਜਿਹੜੀ ਗੁਲਾਮੀ ਦੀਆਂ ਜ਼ੰਜੀਰਾਂ ਆ, ਉਹਨੇ ਬਗੈਰ ਇੱਕ ਵੀ ਤੁਪਕਾ ਖੂਨ ਦਾ ਬਹਾਏ ਸਿਰਫ ਕਲਮ ਦੇ ਨਾਲ ਤਕਦੀਰਾਂ ਬਦਲਣ ਕਰਕੇ ਰੱਖ ਦਿੱਤੀਆਂ। ਤੇ ਉਸ ਸ਼ਖਸ ਦੀਆਂ ਕਈਆਂ ਹੋਈਆਂ ਗੱਲਾਂ ਦਾ ਉਹਨੂੰ ਉਸ ਦਿਨ ਅਹਿਸਾਸ ਹੋਇਆ ਜਦੋਂ ਬਾਬਾ ਸਾਹਿਬ ਦਾ ਪ੍ਰੀ ਨਿਰਵਾਣ ਹੁੰਦਾ ਆ
ਤੇ ਉਹ ਸ਼ਖਸ ਲਗਾਤਾਰ 3 ਦਿਨ ਤੱਕ ਕੁਝ ਨਹੀਂ ਖਾਂਦਾ, ਸਿਗਰਟਾਂ ਪੀ ਜਾਂਦਾ ਤੇ ਪਾਣੀ ਪੀ ਕੇ ਗੁਜ਼ਾਰਾ ਕਰ ਰਿਹਾ, ਨਾ ਕਮਰੇ ਚੋਂ ਬਾਹਰ ਨਿਕਲਿਆ, ਨਾ ਕਿਸੇ ਨਾਲ ਗੱਲ ਕੀਤੀ। ਤੇ ਉਸ ਦਿਨ ਮੇਰੇ ਉਸ ਸਾਹਿਬ ਮਾਨਿਆਵਰ ਸਾਹਿਬ ਕਾਂਸ਼ੀ ਰਾਮ ਨੂੰ ਇਹ ਅਹਿਸਾਸ ਹੋਇਆ ਕਿ ਜੇ ਇਹ ਸ਼ਖਸ ਜਿਹਦੀਆਂ ਗੱਲਾਂ ਕਰਦਾ ਅੱਜ ਉਹਦੀ ਮ੍ਰਿਤਿੂ ਤੋਂ ਬਾਅਦ ਇਹਨੂੰ ਇੰਨਾ ਅਹਿਸਾਸ ਹੈ, ਇਹਦਾ ਮਤਲਬ ਇਹ ਕੋਈ ਖਾਸ ਹਸਤੀ ਹੈ, ਮੈਨੂੰ ਵੀ ਉਹਦੇ ਬਾਰੇ ਜਾਣਨਾ ਚਾਹੀਦਾ। ਤੇ ਫਿਰ ਉਹਨਾਂ ਦਾ ਲਿਖਿਆ ਆ ਇੱਕ ਭਾਸ਼ਣ, ਉਹਨਾਂ ਦਾ ਲਿਖਿਆ ਹੋਇਆ ਇੱਕ ਭਾਸ਼ਣ, ਉਹ ਭਾਸ਼ਣ ਕਿਤੇ ਪੜਿਆ ਨਹੀਂ ਗਿਆ ਉਹਨਾਂ ਦੁਆਰਾ, ਸਿਰਫ ਲਿਖਿਆ ਗਿਆ ਸੀ। ਉਹ ਭਾਸ਼ਣ ਜਾਤ ਪਾਤ ਦਾ ਬੀਜ ਨਾਸ਼, ਉਹਦੀ ਕਿਤਾਬ ਉਹਨਾਂ ਤੱਕ ਪਹੁੰਚ ਗਈ ਔਰ ਉਹ ਕਿਤਾਬ ਲਗਾਤਾਰ ਰਾਤ ਨੂੰ ਲਗਾਤਾਰ ਪੜਨ ਤੋਂ ਬਾਅਦ ਪਾਗਲ ਕਿਹਨੂੰ ਕਹਿੰਦੇ ਆ, ਦਿਮਾਗ ਖਰਾਬ ਕਿਹਨੂੰ ਕਹਿੰਦੇ ਆ, ਮੈਂ ਇਹਦੀ ਥੋੜੀ ਜੀ ਪਰਿਭਾਸ਼ਾ ਦੱਸਦੇ ਆ। ਇੱਕ ਹਾਥੀ ਬਚਪਨ ਦੇ ਅੰਦਰ ਉਹਨੂੰ ਮੋਟਾ ਖੁੰਡਾ ਤੇ ਮੋਟੇ ਸੰਗਲ ਨਾਲ ਬੰਨਿਆ ਜਾਂਦਾ, ਮੋਟਾ ਖੁੰਡਾ ਗੱਡ ਕੇ ਮੋਟੇ ਸੰਗਲ ਨਾਲ ਬੰਨਿਆ ਜਾਂਦਾ। ਉਹ ਹਾਥੀ ਦਾ ਬੱਚਾ ਜ਼ੋਰ ਲਾਉਂਦਾ, ਜਿੰਨਾ ਉਹਦੇ ਚ ਤਾਕਤ ਆ ਜ਼ੋਰ ਲਾਉਂਦਾ, ਉਹਦੇ ਕੋਲੋਂ ਟੁੱਟਦਾ ਨਹੀਂ ਹੈ, ਉਹਦੇ ਕੋਲੋਂ ਟੁੱਟਦਾ ਨਹੀਂ ਹੈ। ਤੇ ਹੌਲੀ ਹੌਲੀ ਉਹ ਹਾਥੀ ਦਾ ਬੱਚਾ ਵੱਡਾ ਹੁੰਦਾ ਜਾਂਦਾ ਤੇ ਉਹ ਸੰਗਲ ਤੇ ਉਹ ਖੁੰਡਾ ਛੋਟਾ ਤੇ ਮਾੜਾ ਹੁੰਦਾ ਜਾਂਦਾ। ਜਦੋਂ ਹਾਥੀ ਪੂਰੀ ਤਾਕਤ ਦੇ ਵਿੱਚ ਆ ਜਾਂਦਾ ਤੇ ਇੱਕ ਮਾਮੂਲੀ ਜਿਹੀ ਰੱਸੀ ਉਹਦੇ ਪੈਰ 'ਚ ਪਾ ਕੇ ਤੇ ਇੱਕ ਮਾੜੀ ਜਿਹੀ ਟਾਹਣੀ ਨਾਲ ਬੰਨ੍ਹ ਦਿੱਤੀ ਜਾਂਦੀ ਹੈ ਤੇ ਉਹ ਹਾਥੀ ਨੂੰ ਇਸ ਗੱਲ ਦਾ ਅਹਿਸਾਸ ਹੀ ਭੁੱਲ ਜਾਂਦਾ ਕਿ ਮੇਰੇ ਅੰਦਰ ਤਾਕਤ ਇੰਨੀ ਹੈ, ਸੁੰਡ ਨਾਲ ਫੜ ਕੇ ਪਤਾ ਨਹੀਂ ਉਹ ਕਿੱਡੇ ਕਿੱਡੇ ਵੱਡੇ ਦਰਖਤ ਪੁੱਟ ਸਕਦਾ ਕਿ ਉਹਨੂੰ ਤਾਕਤ ਦਾ ਅਹਿਸਾਸ ਨਹੀਂ ਹੈ। ਪਰ ਜਿੱਦਣ ਕਿਤੇ ਉਹ ਹਾਥੀ ਪਾਗਲ ਹੋ ਜਾਵੇ ਤੇ ਫਿਰ ਹਜ਼ਾਰਾਂ ਲੋਕ ਵੀ ਉਹਦੇ ਸਾਹਮਣੇ ਆ ਜਾਣ ਜਿੱਦਾਂ ਦੇ ਮਰਜ਼ੀ ਹਥਿਆਰ ਲੈ ਕੇ ਤੇ ਉਹ ਕੱਲਾ ਹਾਥੀ ਉਹਨਾਂ ਤੇ ਭਾਰੂ ਪਿਆਇਆ ਹੁੰਦਾ। ਮੇਰੇ ਕਹਿਣ ਤੋਂ ਭਾਵ ਕਿ ਉਹਨੂੰ ਉਸ ਦਿਨ ਆਪਣੀ ਤਾਕਤ ਦਾ ਅਹਿਸਾਸ ਹੁੰਦਾ ਜਿੱਦਣ ਉਹ ਪਾਗਲ ਹੁੰਦਾ ਹੈ। ਤੇ ਇਸੇ ਤਰ੍ਹਾਂ ਮਾਨਿਆਵਰ ਸਾਹਿਬ ਕਾਂਸ਼ੀ ਰਾਮ ਜੀ ਫਿਰ ਉਸ ਦਿਨ ਉਹਨਾਂ ਦਾ ਦਿਮਾਗ ਖਰਾਬ ਹੋਇਆ ਤੇ ਉਹ ਸੱਚੀ ਮੁੱਚੀ ਪਾਗਲ ਹੋ ਗਏ। ਔਰ ਪਾਗਲ ਹੋਣ ਤੋਂ ਬਾਅਦ ਉਹ ਕਲਾਸ 1 ਨੌਕਰੀ ਕਰਦੇ ਸੀ, ਉਹਨਾਂ ਨੇ ਨੌਕਰੀ ਜਾਣਾ ਬੰਦ ਕਰ ਦਿੱਤਾ। ਘਰ ਬਕਾਇਦਾ ਮੰਗਣੀ ਤੈਅ ਹੋਈ ਸੀ, ਉਹ ਵੀ ਘਰਦਿਆਂ ਨੂੰ ਲਿਖ ਕੇ ਦੇ ਦਿੱਤਾ। ਘਰ ਦੇ ਰਿਸ਼ਤੇਦਾਰੀ ਛੱਡ ਦਿੱਤੀ, ਸਾਰਾ ਕੁਝ ਛੱਡ ਦਿੱਤਾ। ਕਾਹਦੇ ਵਾਸਤੇ ਛੱਡ ਦਿੱਤਾ ਕਿ ਇੱਕ ਐਸਾ ਯੁੱਗ ਪੁਰਸ਼ ਜਿਹਨੇ ਇੰਨਾ ਵੱਡਾ ਕੰਮ ਕੀਤਾ ਤੇ ਮੈਂ ਹੁਣ ਉਹਦੇ ਕਾਰਵਾਂ ਨੂੰ ਅੱਗੇ ਚਲਾਉਣ ਦਾ ਕੰਮ ਕਰੂੰਗਾ। ਔਰ ਉਸ ਵੇਲੇ ਤੱਕ ਜਦੋਂ ਤੱਕ ਉਹ ਇਸ ਕੰਮ ਨੂੰ ਕਰਨ ਵਾਸਤੇ ਅੱਗੇ ਆਏ, ਇਸ ਦੇਸ਼ ਦੀ ਸਰਕਾਰ ਹੁਕਮਰਾਨਾਂ ਨੇ ਇਦਾਂ ਦੇ ਹੁਕਮ ਚਾੜਿਓ ਸੀ ਕਿ ਉਹ ਚਾਹੇ ਬੰਬਈ ਹਾਈ ਕੋਰਟ ਨੇ ਆਰਡਰ ਕੀਤੇ ਸੀ ਕਿ ਇਹਨੂੰ ਜਿੰਨਾ ਲਿਖਿਆ ਗਿਆ ਉਹਨੂੰ ਸੰਭਾਲ ਲਓ, ਚਾਹੇ ਐਲਜੀਨੀਅਟ ਉਹ ਸਾਡੀ ਭੈਣ ਨੇ PhD ਕਰ ਲਈ ਸੀ, ਉਹ PhD ਦਾ ਥੀਸਿਸ ਇੱਥੇ ਨਾ ਆਉਣ ਦਿੱਤਾ ਜਾਵੇ ਤੇ ਬਾਬਾ ਸਾਹਿਬ ਦੇ ਬਾਰੇ ਚ ਲੋਕਾਂ ਦੇ ਦਿਮਾਗ ਦੇ ਵਿੱਚੋਂ ਉਹ ਜਿਹੜੀ ਪਿਕਚਰ ਸੀਗੀ ਉਹ ਸਾਫ਼ ਕਰ ਦਿੱਤੀ। ਤੇ ਇਸ ਇਕਲੌਤੇ ਐਸੀ ਹਸਤੀ ਨੇ ਬਾਬਾ ਸਾਹਿਬ ਨੂੰ ਇਸ ਦੁਨੀਆ ਦੇ ਉੱਤੇ ਦੁਬਾਰਾ ਸਾਡੇ ਸਾਹਮਣੇ ਪੇਸ਼ ਕੀਤਾ। ਤੇ ਅੱਜ ਅਸੀਂ ਨਹੀਂ, ਇਸ ਪਿੰਡ ਦੇ ਅੰਦਰ ਨਹੀਂ, ਅੱਜ ਭਾਰਤ ਦੇ ਅੰਦਰ ਨਹੀਂ, ਅੱਜ ਪੂਰੀ ਦੁਨੀਆ ਦੇ ਅੰਦਰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦਾ ਯੁੱਗ ਸਥਾਪਿਤ ਹੋ ਚੁੱਕਾ। ਔਰ ਬਾਬਾ ਸਾਹਿਬ ਅੰਬੇਦਕਰ ਦੇ ਨਾਮ ਦੇ ਉੱਤੇ ਕੱਲੀਆਂ ਸੰਸਥਾਵਾਂ ਨਹੀਂ ਬਣ ਰਹੀਆਂ, ਕੱਲੇ ਇਨਾਮ ਨਹੀਂ ਦਿੱਤੇ ਜਾ ਰਹੇ, ਵੱਖ-ਵੱਖ ਜਗ੍ਹਾ ਦੇ ਉੱਤੇ ਵੱਖ-ਵੱਖ ਢੰਗ ਦੇ ਨਾਲ ਇਸ ਕਾਰਵਾਂ ਨੂੰ ਅੱਗੇ ਲਿਜਾਣ ਵਾਸਤੇ ਲੋਕ ਅੱਗੇ ਆ ਰਹੇ ਆ। ਇਸ ਕਰਕੇ ਮੈਂ ਤੁਹਾਨੂੰ ਅੱਗੇ ਸੈਲੂਟ ਕਰਦਾ। ਔਰ ਸੱਚੀ ਮੁੱਚੀ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਇਹ ਕੰਮ ਵਿਲੱਖਣ ਹੈ, ਪਰ ਮੇਰੀ ਬੇਨਤੀ ਹੈ
ਕਿ ਇਸ ਕੰਮ ਨੂੰ ਜਿੰਨੀ ਮਰਜ਼ੀ ਮੁਸ਼ਕਲ ਆ ਜਾਵੇ, ਜੋ ਮਰਜ਼ੀ ਕਰਨਾ ਪੈ ਜਾਵੇ। ਮੈਂ ਇੱਕ ਐਸੇ ਸ਼ਖਸ ਦੀ ਉਦਾਹਰਣ ਦੇ ਸਕਦਾ। ਇਸ ਤੁਹਾਡੇ ਹੁਸ਼ਿਆਰਪੁਰ ਦੇ ਵਿੱਚ ਮੈਨੂੰ ਉਹ ਸ਼ਖਸ ਜਲੰਧਰ ਦੇ ਅੰਦਰ ਰਾਤ ਨੂੰ 1:30 ਵਜੇ ਮਿਲਿਆ, ਅੱਧਾ ਪਾਗਲ ਹੋਇਆ ਸੀ। ਕੀ ਕਹਿ ਰਿਹਾ? ਕਹਿੰਦਾ ਮੈਂ ਜਿਹੜਾ ਇਹ ਕਾਫਲਾ ਆ ਇਹਨੂੰ ਅੱਗੇ ਲਿਜਾਣ ਵਾਸਤੇ ਉਹ ਇੱਕ ਕੰਮ ਕਰ ਰਹੇ ਸੀ ਆਪਾਂ। ਕਹਿੰਦਾ ਸਰ ਮੈਂ ਉਹ ਕੰਮ ਕਰਨ ਵਾਸਤੇ ਇੱਕ ਡਾਕਾ ਮਾਰਨਾ ਚਾਹੁੰਦਾ, ਮੈਂ ਨਿਸ਼ਾਨਦੇਹੀ ਕਰ ਲਈ ਹੈ, ਚਾਹੇ ਮੇਰੀ ਜਾਨ ਚਲੇ ਜਾਏ, ਪਰ ਮੈਂ ਉਹ ਪੈਸਾ ਇਸ ਮਿਸ਼ਨ ਦੇ ਅੰਦਰ ਲਗਾਉਣਾ ਚਾਹੁੰਦਾ। ਅਸੀਂ ਉਹਨੂੰ ਰਾਤ ਨੂੰ ਬੜੀ ਮੁਸ਼ਕਲ ਠੰਡਾ ਕੀਤਾ, ਸਮਝਾਇਆ ਕਿ ਸਾਨੂੰ ਤੇਰੇ ਵਰਗੇ ਦੋਸਤਾਂ ਦੀ ਜ਼ਰੂਰਤ ਹੈ, ਸਾਨੂੰ ਉਸ ਡਾਕੇ ਦੇ ਪੈਸੇ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਇਸ ਕਾਰਵਾਂ ਨੂੰ ਚਲਾਉਣ ਵਾਸਤੇ ਪੈਸੇ ਦੀ ਜ਼ਰੂਰਤ ਨਹੀਂ ਹੈ। ਆ ਜਿਹੜੀਆਂ ਹਸਤੀਆਂ ਤੁਸੀਂ ਬੈਠੇ ਹੋ, ਇਹਨਾਂ ਦੀ ਜ਼ਰੂਰਤ ਹੈ, ਇਹਨਾਂ ਦੇ ਹੌਸਲੇ ਦੀ ਜ਼ਰੂਰਤ ਹੈ। ਜਦੋਂ ਇਹਨਾਂ ਦਾ ਹੌਸਲਾ ਇਹ ਲੋਕ ਅੱਗੇ ਆ ਗਏ, ਇਹ ਕਾਰਵਾਂ ਆਪਣੇ ਆਪ ਅੱਗੇ ਚੱਲੇਗਾ। ਸੋ ਆਓ ਆਪਾਂ ਇਸ ਕਾਰਵਾਂ ਦਾ ਹਿੱਸਾ ਬਣੀਏ ਔਰ ਬਾਬਾ ਸਾਹਿਬ ਦੇ ਇਸ ਕਾਰਵਾਂ ਨੂੰ ਚਲਾਉਣ ਵਾਸਤੇ ਮਾਨਿਆਵਰ ਸਾਹਿਬ ਕਾਂਸ਼ੀ ਰਾਮ ਦੇ ਇਸ ਕਾਰਵਾਂ ਰੂਪੀ ਇਸ ਕੰਮ ਨੂੰ ਆਪਾਂ ਤਸਦੀਕ ਕਰੀਏ, ਸਹੀ ਪਾਈਏ ਤੇ ਉਹਦੇ ਤੇ ਚੱਲ ਕੇ ਇਸ ਸਿਸਟਮ ਦੇ ਅੰਦਰ ਆਪਣਾ ਯੋਗਦਾਨ ਪਾਈਏ। ਕਿਉਂਕਿ ਸਮੇਂ ਦੀਆਂ ਹਕੂਮਤਾਂ ਨੇ ਬਾਬਾ ਸਾਹਿਬ ਦਾ ਕਿਹਾ ਹੋਇਆ ਕਥਨ, ਉਹਨਾਂ ਨੇ ਕੀ ਕਿਹਾ ਸੀ? ਆਪਣੀਆਂ ਝੁੱਗੀਆਂ ਦੀਆਂ ਦੀਵਾਰਾਂ ਤੇ ਲਿਖ ਲਓ ਕਿ ਅਸੀਂ ਇਸ ਦੇਸ਼ ਦੇ ਹੁਕਮਰਾਨ ਬਣਨਾ ਹੈ। ਹੁਕਮਰਾਨ ਦਾ ਮਤਲਬ ਕੀ ਹੁੰਦਾ? ਕਿ ਜਿਹੜਾ ਜੋ ਸ਼ਬਦ ਬੋਲੇ ਉਹ ਹੁਕਮ ਹੁੰਦੇ ਆ ਔਰ ਲੋਕਾਂ ਨੂੰ ਮੰਨਣੇ ਪੈਂਦੇ ਆ। ਸੋ ਅੱਜ ਜੇ ਅਸੀਂ ਇਸ ਦੇਸ਼ ਦੇ ਅੰਦਰ ਬਾਬਾ ਸਾਹਿਬ ਦੇ ਕਹੇ ਹੋਏ ਉਹ ਸ਼ਬਦ, ਜਿਨ੍ਹਾਂ ਸ਼ਬਦਾਂ ਨੂੰ ਕਿਹਾ ਹੋਇਆ ਲਗਭਗ ਜੇ ਆਪਾਂ ਗੱਲ ਕਰੀਏ 56 ਤੋਂ ਲੈ ਕੇ 23 ਦੇ ਵਿੱਚ ਆ ਗਏ ਆ, 44 ਤੇ 23 67 ਸਾਲ ਦਾ ਸਮਾਂ ਬੀਤ ਚੁੱਕਿਆ। ਉਹਨਾਂ ਦੇ ਜਾਣ ਤੋਂ ਬਾਅਦ ਅਸੀਂ ਹਜੇ ਤੱਕ ਇਸ ਗੱਲ ਨੂੰ ਸਮਝ ਨਹੀਂ ਸਕੇ। ਸਾਡੀਆਂ 3 ਪੀੜ੍ਹੀਆਂ ਲਗਭਗ 20 ਤੋਂ 22 ਸਾਲ ਦੇ ਅੰਦਰ ਇੱਕ ਪੀੜ੍ਹੀ ਬਦਲ ਕੇ ਦੂਜੀ ਆ ਜਾਂਦੀ ਆ। ਅਸੀਂ ਜੇ ਅੱਜ ਦੀ ਪੀੜ੍ਹੀ ਨੂੰ ਤਿਆਰ ਕਰਕੇ ਇਸ ਕਾਰਵਾਂ ਤੇ ਚਲਾ ਲਈਏ ਤੇ ਬਾਬਾ ਸਾਹਿਬ ਦਾ ਜਿਹੜਾ ਅਧੂਰਾ ਮਿਸ਼ਨ ਹੈ, ਜਿਹੜੇ ਆਪਾਂ ਨਾਰੇ ਵੀ ਲਾਉਂਦੇ ਆ, ਬਾਬਾ ਸਾਹਿਬ ਤੁਹਾਡਾ ਅਧੂਰਾ ਮਿਸ਼ਨ ਜ਼ਿੰਦਗੀਆਂ ਲਾ ਕੇ ਕਰਾਂਗੇ ਪੂਰਾ। ਜ਼ਿੰਦਗੀਆਂ ਲਾਉਣ ਦਾ ਮਤਲਬ ਇਹ ਨਹੀਂ ਆ ਵੀ ਅਸੀਂ ਕੋਈ ਗੋਲੀਆਂ ਖਾਣੀਆਂ, ਅਸੀਂ ਕੋਈ ਸ਼ਹੀਦ ਕਹਾਉਣਾ, ਅਸੀਂ ਕਤਲੋ ਗਾਰਦ ਕਰਨੀ ਹੈ। ਅਸੀਂ ਜ਼ਿੰਦਗੀ ਦਾ ਕੁਝ ਸਮਾਂ ਪ੍ਰੈਕਟੀਕਲੀ ਜੋ ਅਸੀਂ ਕਰਦੇ ਆ ਉਹ ਆਪਣੇ ਵਰਗੇ ਹੋਰ ਲੋਕਾਂ ਤੱਕ ਪਹੁੰਚਾ ਕੇ ਉਹਨਾਂ ਨੂੰ ਤਿਆਰ ਕਰਕੇ ਇਸ ਮਿਸ਼ਨ ਦੇ ਅੰਦਰ ਲੈ ਕੇ ਆਉਣਾ। ਸੋ ਇਸ ਲਈ ਆਓ ਆਪਾਂ ਇਸ ਮਿਸ਼ਨ ਦਾ, ਇਸ ਕਾਰਵਾਂ ਦਾ ਸਾਥ ਦਈਏ। ਜਿਹੜੇ ਸਾਥੀ ਅੱਗੇ ਲੱਗੇ ਆ ਉਹਨਾਂ ਦੇ ਹੌਸਲੇ ਬੁਲੰਦ ਕਰੀਏ, ਉਹਨਾਂ ਦੀਆਂ ਲੱਤਾਂ ਖਿੱਚਣ ਦਾ ਕੰਮ ਨਾ ਕਰੀਏ। ਔਰ ਜਿਹੜੇ ਨਵੇਂ ਸਾਥੀ ਤੁਹਾਨੂੰ ਹੋਰ ਲੱਭਦੇ ਆ ਇਸ ਕਾਰਵਾਂ ਦੇ ਅੰਦਰ ਲੈ ਕੇ ਆਈਏ। ਔਰ ਜਿਹੜੇ ਇਸ ਕਾਰਵਾਂ 'ਚ ਨਹੀਂ ਵੀ ਕਿਤੇ ਕੰਮ ਕਰਨਾ ਚਾਹੁੰਦੇ, ਲੱਗਦਾ ਉਹਨਾਂ ਨੂੰ ਕਿ ਅਸੀਂ ਹੋਰ ਵੱਡਾ ਕੰਮ ਕਰ ਸਕਦੇ ਆ, ਕੰਮ ਬੜਾ ਕਰਨ ਵਾਲਾ ਆ, ਅਸੀਂ ਹੋਰ ਕੰਮ ਕਰ ਸਕਦੇ ਆ, ਪਰ ਕੰਮ ਕਰੀਏ ਇੱਕੋ ਦਿਸ਼ਾ ਦੇ ਅੰਦਰ, ਲੱਤਾਂ ਖਿੱਚਣ ਦਾ ਕੰਮ ਨਾ ਕਰੀਏ, ਉਹਨਾਂ ਤੇ ਦੋਸ਼ ਥੋਪਣ ਦਾ ਗੱਲ ਨਾ ਕਰੀਏ, ਨਾ ਹੀ ਏਦਾਂ ਦੇ ਹਾਲਾਤ ਪੈਦਾ ਕਰੀਏ ਕਿ ਅਸੀਂ ਆਪਸ ਵਿੱਚ ਇਹ ਬੇਨਤੀਆਂ ਕਰਦਾ ਹੋਇਆ ਕਿ ਕੰਮ ਬਹੁਤ ਵਧੀਆ, ਅੱਗੇ ਲੱਗੇ ਹੋਏ ਸਾਥੀ ਬਹੁਤ ਵਧੀਆ, ਇਹਦੇ ਆਉਣ ਵਾਲੇ ਸਮੇਂ ਦੇ ਅੰਦਰ ਰਿਜ਼ਲਟ ਬਹੁਤ ਵਧੀਆ ਆਉਣੇ ਆ। ਕਿਉਂਕਿ ਇੱਕ ਪੜ੍ਹਾਈ ਜਿਹੜੀ ਸਕੂਲਾਂ ਦੇ ਅੰਦਰ ਕਰਾਈ ਜਾਂਦੀ ਆ, ਉੱਥੇ ਇਹ ਟਿਊਸ਼ਨ ਦਾ ਕੰਮ ਵੀ ਕਰਾਉਣ ਲੱਗੇ ਆ। ਤੇ ਦੂਜੀ ਪੜ੍ਹਾਈ ਜਿਹੜਾ ਬਾਬਾ ਸਾਹਿਬ ਨੇ ਜਦੋਂ ਸੰਵਿਧਾਨ ਲਿਖ ਕੇ ਤੇ ਸੰਵਿਧਾਨ ਸਭਾ ਨੂੰ ਸੌਂਪਿਆ, ਉਸ ਦਿਨ ਉਹਨਾਂ ਨੇ ਜਿਹੜੇ ਸ਼ਬਦ ਕਹੇ ਸੀ ਕਿ ਅੱਜ ਇਹ ਸੰਵਿਧਾਨ ਜਿਹੜਾ ਹੈ ਉਹ ਧਾਰਮਿਕ ਤੌਰ ਤੇ ਰਾਜਨੀਤਿਕ ਤੌਰ ਤੇ ਸਾਨੂੰ ਇੱਕ ਕਰ ਰਿਹਾ। ਧਾਰਮਿਕ ਮਤਲਬ ਉਦਣ ਤੋਂ ਪਹਿਲਾਂ ਸਾਨੂੰ ਕਿਸੇ ਡੇਰੇ ਦੇ ਅੰਦਰ ਮੱਥਾ ਟੇਕਣ ਦਾ ਅਧਿਕਾਰ ਨਹੀਂ ਸੀਗਾ। ਕਿਉਂ ਸਰ ਸੀਗਾ ਜੀ? ਜਿੱਥੇ ਜਾ ਕੇ ਆਪਾਂ ਅੱਜ ਨਾ ਮੰਨਤਾਂ ਮੰਨਦੇ ਆ, ਤੇ ਉਦੋਂ ਮੰਨਤਾਂ ਕਿਉਂ ਨਹੀਂ ਸੀ ਸਾਨੂੰ ਦਿੰਦੇ? ਉਦੋਂ ਕਿਉਂ ਨਹੀਂ ਸੀ ਸਾਡੇ ਮੱਥੇ ਟਿਕਾਉਂਦੇ? ਉਦਣ ਤੱਕ ਸਾਡੇ ਕੋਲ ਅਧਿਕਾਰ ਹੈ ਨਹੀਂ ਸੀਗਾ। ਅਧਿਕਾਰ ਬਾਬਾ ਸਾਹਿਬ ਨੇ ਇਸ ਸੰਵਿਧਾਨ ਦੇ ਅੰਦਰ ਲਿਖਿਆ, ਪਰ ਅਧਿਕਾਰ ਦੀ ਦੁਰਵਰਤੋਂ
ਉਹ ਸਾਡੇ ਕੋਲੋਂ ਕਰਵਾ ਰਹੇ ਆ, ਸਾਨੂੰ ਉੱਥੇ ਲਿਜਾ ਰਹੇ ਆ, ਸਾਡੀ ਉੱਥੇ ਜਾ ਕੇ ਅਗਲੇ ਜਨਮ ਦੀ ਗੱਲ ਕਰਦੇ ਆ ਵੀ ਅਸੀਂ ਤੁਹਾਨੂੰ ਸਵਰਗ 'ਚ ਪਹੁੰਚਾਵਾਂਗੇ। ਮੈਨੂੰ ਦਿਖਾ ਦਿਓ ਕਿਹਦੇ ਕੋਲ ਵੀਜ਼ਾ ਸੈਂਟਰ ਆ, ਕਿਹਦੇ ਕੋਲ ਹਵਾਈ ਜਹਾਜ਼ ਦੀ ਟਿਕਟ ਆ, ਕਿਹੜਾ ਐਸਾ ਸਵਰਗ ਆ ਵੀ ਜਿੱਥੇ ਤੁਹਾਨੂੰ ਏਸੀ ਟਾਇਲਟ ਲੱਭੂਗੀ, ਬਗੈਰ ਧੂਏ ਵਾਲੀ ਤੁਹਾਡੀ ਰਸੋਈ ਹੋਊਗੀ, ਤੁਹਾਡਾ ਜਿਹੜਾ ਬੈੱਡਰੂਮ ਹੈਗਾ ਉੱਥੇ 8 ਇੰਚੀ 10 ਇੰਚੀ ਦਾ ਗੱਦਾ ਹੋਊਗਾ, ਤੇ ਤੁਹਾਡੇ ਬੱਚਿਆਂ ਨੂੰ ਟੌਪ ਦੀਆਂ ਯੂਨੀਵਰਸਿਟੀਆਂ ਦੇ ਅੰਦਰ ਪੜ੍ਹਨ ਦਾ ਮੌਕਾ ਮਿਲੂਗਾ, ਤੇ ਤੁਹਾਡੇ ਕੋਲ ਆਡੀ ਸਕੋਡਾ ਤੇ ਇਹ ਵੱਡੀਆਂ ਵੱਡੀਆਂ ਕਾਰਾਂ ਹੋਣਗੀਆਂ। ਇਹ ਹੈ ਕਿਸੇ ਕੋਲ ਇਦਾਂ ਦਾ ਵੀਜ਼ਾ, ਇਦਾਂ ਦੀ ਗਰੰਟੀ ਹੈਗੀ ਆ? ਉਹ ਗਰੰਟੀ ਸਾਡਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਸੰਵਿਧਾਨ ਦੇ ਅੰਦਰ ਸਾਰਾ ਉਲਟ ਪੁਲਟ ਕਰਕੇ ਰੱਖ ਦਿੱਤਾ, ਸਾਰਾ ਕੁਝ ਉਲਟ ਪੁਲਟ ਕਰਕੇ ਰੱਖ ਦਿੱਤਾ। ਪਰ ਅਸੀਂ ਸੰਵਿਧਾਨ ਦੇ ਮੁਤਾਬਕ ਆਪਣੇ ਆਪ ਨੂੰ ਥੋੜਾ ਜਿਹਾ ਸਿੱਖਿਅਤ ਕਰੀਏ। ਸੋ ਇਹਨਾਂ ਬੇਨਤੀਆਂ ਦੇ ਨਾਲ ਕਿ ਜੇ ਆਪਾਂ ਬਾਬਾ ਸਾਹਿਬ ਨੂੰ ਜਾਣ ਗਏ, ਬਾਬਾ ਸਾਹਿਬ ਦੇ ਕਾਰਵਾਂ ਦੇ ਅੰਦਰ ਕੰਮ ਕਰਨ ਵਾਸਤੇ ਆਪਣੇ ਆਪ ਨੂੰ ਨਾਲ ਜੋੜ ਲਿਆ, ਲੱਤਾਂ ਖਿੱਚਣ ਦੀ ਬਜਾਏ, ਆਮਣੇ ਸਾਹਮਣੇ ਖੜੇ ਹੋਣ ਦੀ ਬਜਾਏ ਮੋਢੇ ਨਾਲ ਮੋਢਾ ਲਾ ਕੇ ਤੁਰ ਪਏ, ਤੇ ਇਹ ਕਾਰਵਾਂ ਬਹੁਤ ਤੇਜ਼ੀ ਦੇ ਨਾਲ ਅੱਗੇ ਵਧੇਗਾ, ਤੇ ਆਪਣੀਆਂ ਅਗਲੇ ਜਨਮ 'ਚ ਜਾ ਕੇ ਸਵਰਗ ਨਹੀਂ, ਸਵਰਗ ਇੱਥੇ ਮਿਲੇਗਾ। ਕਿਉਂਕਿ ਆ ਜਿਹੜੇ ਲੋਕ ਬੈਠੇ ਆ ਇਹ ਕਿੱਥੇ ਰਹਿ ਰਹੇ ਆ? ਇਹਨਾਂ ਦੇ ਘਰਾਂ ਦੇ ਅੰਦਰ ਫਸਟ ਕਲਾਸ ਏਸੀ ਚੱਲਦੇ ਆ, ਚਾਹੇ ਬਿਜਲੀ ਬੰਦ ਹੋ ਜਾਵੇ, ਤੇ ਜਨਰੇਟਰ ਆਟੋਮੈਟਿਕ ਚੱਲਦੇ ਆ, ਉੱਠ ਕੇ ਨਹੀਂ ਚਲਾਉਣੇ ਪੈਂਦੇ। ਤੇ ਇਹਨਾਂ ਦੇ ਕੋਲ ਸਫ਼ਰ ਕਰਨ ਵਾਸਤੇ ਗੱਡੀਆਂ ਵੀ ਏਸੀ ਆ, ਹੁਣ ਤਾਂ ਬਗੈਰ ਗੇਅਰ ਵੀ ਨਹੀਂ ਪਾਉਣਾ ਪੈਂਦਾ, ਸਟੀਅਰਿੰਗ ਵੀ ਨਹੀਂ ਬਦਲਣਾ ਪੈਂਦਾ, ਆਟੋਮੈਟਿਕ ਗੱਡੀਆਂ 'ਚ ਸਫ਼ਰ ਕਰਦੇ ਆ। ਤੇ ਇਹਨਾਂ ਦੇ ਬੱਚੇ ਅੱਜ ਉਸ ਮੁਕਾਮ ਤੇ ਪਹੁੰਚ ਚੁੱਕੇ ਆ ਜਿਹਨੂੰ ਹੁਕਮਰਾਨ ਜੋ ਹੁਕਮ ਚਾੜਦੇ ਆ ਉਹ ਹੁਕਮ ਮੰਨਣੇ ਪੈਂਦੇ ਉਹਨਾਂ ਨੂੰ। ਸੋ ਇਹ ਕਦੋਂ ਹੋਇਆ? ਜਦੋਂ ਇਹਨਾਂ ਨੇ ਬਾਬਾ ਸਾਹਿਬ ਨੂੰ ਸਮਝਿਆ, ਉਹਨਾਂ ਦਾ ਮੰਨਿਆ, ਤੇ ਮੰਨ ਕੇ ਪੜ੍ਹਾਈ ਅੱਗੇ ਤੱਕ ਲੈ ਕੇ ਗਏ ਆ। ਇਸ ਕਰਕੇ ਇਹ ਤੁਹਾਨੂੰ ਕਹਿਣ ਆਏ ਆ, ਇਸ ਕਰਕੇ ਨਹੀਂ ਕਹਿਣ ਆਏ ਬਾਬਾ ਜੀ ਗੁੜ ਆਪ ਖਾਂਦੇ ਆ, ਤੁਹਾਨੂੰ ਕਹਿੰਦੇ ਆ ਗੁੜ ਨਾ ਖਾਇਓ। ਪਹਿਲਾਂ ਇਹਨਾਂ ਨੇ ਗੁੜ ਖਾਣਾ ਛੱਡਿਆ ਤੇ ਫਿਰ ਤੁਹਾਨੂੰ ਕਹਿਣ ਆਏ ਆ ਵੀ ਗੁੜ ਨਾ ਖਾਇਓ, ਕਿਉਂਕਿ ਇਹ ਉੱਥੇ ਤੱਕ ਪਹੁੰਚ ਚੁੱਕੇ ਆ ਤੇ ਇਹਨਾਂ ਨੇ ਉਹ ਨਜ਼ਾਰਾ ਦੇਖਿਆ। ਦੇਖਣ ਤੋਂ ਬਾਅਦ ਉਹ ਨਜ਼ਾਰਾ ਆਪਣੇ ਤੱਕ ਨਹੀਂ, ਤੁਹਾਡੇ ਤੱਕ ਵੀ ਪਹੁੰਚੇ, ਆਉਣ ਵਾਲੀਆਂ ਸਾਡੀਆਂ ਪੁਸ਼ਤਾਂ ਤੱਕ ਵੀ ਪਹੁੰਚੇ। ਉਹਦੇ ਵਾਸਤੇ ਲਿਖ ਕੇ ਵੀ ਦੇ ਰਹੇ ਆ ਔਰ ਰਿਕਾਰਡ ਵੀ ਕਰਵਾ ਰਹੇ ਆ ਵੀ ਮੇਰੀਆਂ ਗੱਲਾਂ ਨੋਟ ਕਰ ਲਓ, ਸਾਡੀਆਂ ਗੱਲਾਂ ਨੋਟ ਕਰ ਲਓ, ਤੁਸੀਂ ਇੱਥੇ ਤੱਕ ਪਹੁੰਚ ਸਕਦੇ ਆ। ਸੋ ਇਹਨਾਂ ਸ਼ਬਦਾਂ ਦੇ ਨਾਲ ਤੁਸੀਂ ਇੰਨਾ ਲੰਬਾ ਸਮਾਂ ਸਾਨੂੰ ਸੁਣਿਆ। ਇਹ ਸਾਡੇ ਰਹਿਬਰਾਂ ਦੇ ਬਾਰੇ ਚ ਤੁਹਾਨੂੰ ਜਿੰਨੀ ਕੁ ਅੱਜ ਜਾਣਕਾਰੀ ਮਿਲੀ ਆ, ਮੇਰੀ ਬੇਨਤੀ ਆ ਬੱਚਿਆਂ ਨੂੰ ਵੀ, ਉਹਨਾਂ ਦੇ ਮਾਤਾ ਪਿਤਾ ਨੂੰ ਵੀ, ਤੇ ਮੋਹਤਵਾਰ ਸੱਜਣਾ ਨੂੰ ਵੀ ਕਿ ਇਹ ਜਿਹੜਾ ਕਾਰਵਾਂ ਆ ਇਹਨਾਂ ਦੇ ਘਰਾਂ 'ਚ ਫੋਟੋਆਂ ਜ਼ਰੂਰ ਲਗਵਾ ਦਿਓ। ਇਹਨਾਂ ਨੂੰ ਛੋਟੀ ਛੋਟੀ ਕਿਤਾਬ ਰਾਹੀਂ ਇਹਨਾਂ ਦੇ ਬਾਰੇ 'ਚ ਜਾਣਕਾਰੀ ਦੇਣ ਦਾ ਪ੍ਰਬੰਧ ਜ਼ਰੂਰ ਕਰ ਦਿਓ। ਜਿਹੜੇ ਬੱਚਿਆਂ ਨੂੰ ਅਸੀਂ ਸਕੂਲਾਂ ਦੇ ਅੰਦਰ ਪੜ੍ਹਾ ਰਹੇ ਆ ਉਹਨਾਂ ਦੀਆਂ ਟਿਊਸ਼ਨਾਂ ਦਾ ਪ੍ਰਬੰਧ ਤਾਂ ਇਹ ਕਰ ਦੇਣਗੇ, ਪਰ ਕਈ ਵਾਰੀ ਹੁੰਦਾ ਕੀ ਹੈ, ਅਸੀਂ ਘਰ ਦੀ ਮਾੜੀ ਜਿੰਨੀ ਤੰਗੀ ਤੋਂ ਬਾਅਦ ਬੱਚੇ ਨੂੰ ਸਕੂਲ ਤੋਂ ਹਟਾਉਣ ਦਾ ਪਹਿਲਾ ਫੈਸਲਾ ਲੈਂਦੇ ਆ, ਤੇ ਉਹ ਫੈਸਲਾ ਬੱਚੇ ਨੂੰ ਹਟਾਉਣ ਦਾ ਨਹੀਂ, ਬੱਚੇ ਨੂੰ ਅੱਗੇ ਕਿੱਦਾਂ ਪੜ੍ਹਾਉਣਾ ਆ ਇਹ ਫੈਸਲਾ ਲੈਣ ਦੀ ਕੋਸ਼ਿਸ਼ ਕਰੀਏ। ਜਿਹੜਾ ਬੱਚਾ ਪੜ੍ਹ ਜਾਏਗਾ, ਪੜ੍ਹਨ ਤੋਂ ਬਾਅਦ ਉਹਦਾ ਦਿਮਾਗ ਵੱਡਾ ਹੋਏਗਾ ਔਰ ਵੱਡਾ ਦਿਮਾਗ ਵੱਡਾ ਸੋਚੇਗਾ। ਵੱਡਾ ਸੋਚਣ ਤੋਂ ਬਾਅਦ ਇਸ ਦੇਸ਼ ਦੇ ਅੰਦਰ ਉਸ ਬੱਚੇ ਦਾ ਨਾਮ ਵੀ ਰੌਸ਼ਨ ਹੋ ਸਕਦਾ। ਪਤਾ ਨਹੀਂ ਕਿਹਨੇ ਬਾਬਾ ਸਾਹਿਬ ਬਣ ਜਾਣਾ, ਤੇ ਪਤਾ ਨਹੀਂ ਕਿਹਨੇ ਕਾਂਸ਼ੀ ਰਾਮ ਬਣ ਜਾਣਾ, ਤੇ ਪਤਾ ਨਹੀਂ ਕਿਹਨੇ ਮਹਾਤਮਾ ਜੋਤੀ ਰਾਓ ਫੂਲੇ ਬਣ ਜਾਣਾ, ਤੇ ਪਤਾ ਨਹੀਂ ਕਿਹਨੇ ਸਾਡੀ ਭੈਣ ਨੇ, ਸਾਡੀ ਮਾਤਾ ਰਮਾਈ ਬਣ ਜਾਣਾ, ਤੇ ਕਿਹਨੇ ਸਵਿਤਰੀ ਬਾਈ ਬਣ ਜਾਣਾ। ਸੋ ਆਓ ਇਹਨਾਂ ਸ਼ਬਦਾਂ ਦੇ ਨਾਲ ਤੁਹਾਡੇ ਤੋਂ ਰਜ਼ਾ ਲੈਂਦਾ ਹੋਇਆ, ਇਸ ਆਸ ਤੇ ਉਮੀਦ ਦੇ ਨਾਲ ਕਿ ਆਪਾਂ ਇਹਨਾਂ ਗੱਲਾਂ ਤੇ ਗੌਰ ਜ਼ਰੂਰ ਕਰਾਂਗੇ, ਇਹਨਾਂ ਨੂੰ ਲਗਾਤਾਰ ਚੱਲਦੇ ਰੱਖਾਂਗੇ। ਜੈ ਭੀਮ, ਜੈ ਭੀਮ, ਥੈਂਕ ਯੂ, ਸ਼ੁਕਰੀਆ, ਧੰਨਵਾਦ, ਨਮਸਕਾਰ। ਸਾਡੇ ਵਿੱਚ ਹੋਰ ਵੀ ਮਹਿਮਾਨ ਪਹੁੰਚੇ ਨੇ, ਪ੍ਰੋਫੈਸਰ ਜਿੰਦਰ ਕੁਮਾਰ ਜੀ, ਅਸੀਂ ਉਹਨਾਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ।
ਇਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਸੀ ਇਸ ਸਮਾਗਮ ਨੂੰ ਕਰਵਾਉਣ ਦੇ ਵਿੱਚ। ਸਮਾਂ ਬਹੁਤ ਹੋ ਚੁੱਕਾ, ਬੱਚੇ ਕਾਫੀ ਦੇਰ ਦੇ ਬੈਠੇ ਆ ਤਕਰੀਬਨ। ਮੈਂ ਹੌਸਲਾ ਦੇਖ ਕੇ ਹੈਰਾਨਾ ਬੱਚਿਆਂ ਦਾ ਕਿ 12 ਵਜੇ ਦੇ ਭਾਜੀ ਬੱਚੇ ਬੈਠੇ ਆ ਕੇ, 12 ਵਜੇ ਦੇ ਬੱਚੇ ਆ ਕੇ ਬੈਠੇ ਆ। ਔਰ ਇੱਕ ਵੀ ਮੇਰੇ ਹੱਥ ਦੇ ਵਿੱਚ ਹੈ। ਇਸ ਤੋਂ ਪਹਿਲਾਂ ਕਿ ਮੈਂ ਆਪਣੇ ਉਸ ਆਖਰੀ ਪੜਾਅ ਨੂੰ ਮੈਂ ਬੋਲਾਂ, ਮੈਂ ਧੰਨਵਾਦ ਕਰਦਾ ਰਣਧੀਰ ਸਿੰਘ ਜੀ ਜਿਨ੍ਹਾਂ ਨੇ 500 ਰੁਪਇਆ ਸੇਵਾ ਦਿੱਤੀ ਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ। ਇਸੇ ਤਰ੍ਹਾਂ ਰਾਵਲ ਸਿੰਘ ਸਰਪੰਚ ਸਾਹਿਬ ਪਿੰਡ ਆਨੰਦਗੜ੍ਹ ਤੋਂ 500 ਰੁਪਇਆ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਔਰ ਅਮਨ ਕੁਮਾਰ 500 ਰੁਪਇਆ ਪ੍ਰੋਗਰਾਮ ਵਾਸਤੇ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਜੀ। ਸ਼੍ਰੀਮਤੀ ਜਸਵਿੰਦਰ ਕੌਰ ਸਾਡੀ ਭੈਣ ਭਗੌਰੇ ਤੋਂ ਬਹੁਤ ਹੀ ਜੁਝਾਰੂ ਤੇ ਮਿਸ਼ਨਰੀ ਨੇ, ਬਹੁਤ ਬਹੁਤ ਧੰਨਵਾਦ ਇਹਨਾਂ ਦਾ ਵੀ, ਕਿਉਂਕਿ ਇਹਨਾਂ ਨੇ 750 ਰੁਪਇਆ ਜੋ ਸੇਵਾ ਹੈ ਉਹ ਦਿੱਤੀ ਸੀ। ਔਰ ਅੱਗੇ ਵੀ ਸਾਡਾ ਇਸ ਤਰ੍ਹਾਂ ਸਾਥ ਦੇਣਗੇ ਸਾਰੇ ਵੀਰ ਭੈਣ। ਹਰਿੰਦਰ ਕੁਮਾਰ ਜੀ 700 ਰੁਪਇਆ, ਸ਼੍ਰੀਮਤੀ ਪਰਮਜੀਤ ਕੌਰ 100 ਰੁਪਇਆ, ਮਾਸਟਰ ਦਲਜੀਤ ਕੁਮਾਰ 200 ਰੁਪਇਆ, ਇੱਕ ਗੁਪਤ ਦਾਨ ਹੈ ਜੀ 500 ਰੁਪਏ ਦਾ, ਉਹਨਾਂ ਨੇ ਲੰਗਰ ਵਾਸਤੇ ਦਿੱਤੀ ਸੇਵਾ, ਉਹਨਾਂ ਦਾ ਧੰਨਵਾਦ। ਉਸ ਤੋਂ ਬਾਅਦ ਤਰਲੋਚਨ ਸਿੰਘ ਜੀ 500 ਰੁਪਇਆ, ਸਾਡੇ ਬਹੁਤ ਹੀ ਪਿਆਰੇ ਠੇਕੇਦਾਰ ਜੀ ਆ, ਲੱਕੜ ਦਾ ਕੰਮ ਕਰਦੇ ਆ। ਮਹਾਰਾਜ ਨੇ ਬੜੀ ਤਰੱਕੀ ਬਖਸ਼ੀ ਆ ਬਾਬਾ ਸਾਹਿਬ ਨੇ ਇਹਨਾਂ ਨੂੰ, ਔਰ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਕੋਈ ਬਹੁਤ ਵੱਡੀ ਸੇਵਾ ਇਹਨਾਂ ਦੇ ਜ਼ਿੰਮੇ ਲਾਉਣੀ ਆ ਤੇ ਲੈਣੀ ਵੀ ਆ। ਸੋ ਇਸੇ ਤਰ੍ਹਾਂ ਅੱਗੇ ਸਾਡੇ ਮਨਜੀਤ ਕੌਰ ਮੰਨਣ ਤੋਂ ਆ ਭੈਣ 500 ਰੁਪਇਆ ਉਹਨਾਂ ਦਾ ਜੀ। ਮਨਜੀਤ ਕੌਰ ਜੀ ਮੰਨਣ ਤੋਂ ਸਾਰਿਆਂ ਦਾ ਦਾਨੀ ਸੱਜਣਾ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਆ। ਹੁਣ ਮੈਂ ਆਏ ਹੋਏ ਆਪਣੇ ਮਹਿਮਾਨਾਂ ਨੂੰ ਬੇਨਤੀ ਕਰਾਂਗਾ ਕਿ ਜੋ 50 ਪਲੱਸ ਉੱਪਰ ਨੰਬਰ ਲੈ ਜਿਨ੍ਹਾਂ ਬੱਚਿਆਂ ਨੇ, ਆਪਾਂ ਉਹਨਾਂ ਨੂੰ 6 ਕਾਪੀਆਂ ਤੇ ਪਲੱਸ ਇੱਕ ਪੈਨ ਦਾ ਪੈਕੇਟ ਜੋ ਹੈ ਉਹ ਦੇ ਕੇ ਉਹਨਾਂ ਦਾ ਹੌਸਲਾ ਅਫਜ਼ਾਈ ਕਰਨੀ ਹੈ। ਦੂਸਰਾ, ਆਪਣੇ ਬੱਚੇ ਨੇ ਬੈਠੇ, ਮੈਂ ਉਹਨਾਂ ਨੂੰ ਇਹ ਗੱਲ ਦੱਸਣੀ ਚਾਹਨਾ ਕਿ ਜਿਹੜੀ ਬੁੱਕਸ ਤੁਹਾਡੇ ਕੋਲ ਹੈਗੀ ਆ, ਜਿਹੜੇ ਤੇ ਤੁਸੀਂ ਹੁਣ ਪੇਪਰ ਪਾਇਆ, ਸਾਰਿਆਂ ਨੇ ਬਹੁਤ ਵਧੀਆ ਕੀਤਾ, ਪੇਪਰ ਬਹੁਤ ਸੋਹਣਾ ਕੀਤਾ, ਅੱਛੇ ਸੀ। ਪਰ ਜੇ ਕਿਸੇ ਕਾਰਨ ਤੋਂ ਅਸੀਂ 1 ਨੰਬਰ ਜਾਂ 2 ਨੰਬਰ ਤੇ ਜਾਂ ਨਹੀਂ ਆ ਪਾਏ ਤਾਂ ਤੁਸੀਂ ਉਸੇ ਬੁੱਕਸ ਨੂੰ ਰਿਪੀਟ ਕਰਨਾ ਆ। ਆਉਂਦੇ ਸਾਲ ਤੁਹਾਡੇ ਕੋਲੋਂ ਫਿਰ ਉਸੇ ਬੁੱਕਸ ਦੇ ਉੱਤੇ ਆਪਾਂ ਪੇਪਰ ਲਵਾਂਗੇ, ਔਰ ਤੁਸੀਂ ਫਿਰ ਉਹਦੇ ਵਿੱਚ 1 ਨੰਬਰ 2 ਨੰਬਰ 3 ਨੰਬਰ ਜਿੱਥੇ ਜਿੰਨੀ ਮਿਹਨਤ ਕਰਕੇ ਆਣਾ ਚਾਹੋ ਤੇ ਆ ਸਕਦੇ ਆ। ਨਿਰਾਸ਼ ਨਹੀਂ ਕਿਸੇ ਬੱਚੇ ਨੇ ਹੋਣਾ, ਬਹੁਤ ਵਧੀਆ ਨੰਬਰ ਆ। ਸੋ ਮੈਂ ਬੇਨਤੀ ਕਰੂੰਗਾ ਸਰਦਾਰ ਜੀਤ ਸਿੰਘ ਜੀ, ਉਹਨਾਂ ਦੇ ਨਾਲ ਬਲਵੰਤ ਰਾਏ ਜੀ, ਜਸਵੰਤ ਰਾਏ ਜੀ, ਔਰ ਬੇਗਮਪੁਰਾ ਟਾਈਗਰ ਫੋਰਸ ਤੋਂ ਪੰਜਾਬ ਪ੍ਰਧਾਨ ਤਾਰਾ ਚੰਦ ਜੀ, ਜਿਨ੍ਹਾਂ ਬੱਚਿਆਂ ਦੇ ਮੈਂ ਨਾਮ ਬੋਲੂੰਗਾ, ਪਲੀਜ਼ ਉਹ ਉਹਨਾਂ ਬੱਚਿਆਂ ਨੂੰ ਉਹਨਾਂ ਦਾ ਸਨਮਾਨ ਦੇ ਕੇ ਉਹਨਾਂ ਸਨਮਾਨਿਤ ਕਰਨ। ਸਰਪੰਚ ਸਾਹਿਬ ਰਾਵਲ ਜੀ, ਕਿਲੇ ਤੋਂ ਸਰਪੰਚ ਸਾਹਿਬ ਭੈਣ ਸਾਡੇ ਸ਼ਰਨਜੀਤ ਕੌਰ, ਇਹਨਾਂ ਦੀ ਬਹੁਤ ਵੱਡੀ ਜੋ ਹੈ ਸੇਵਾ ਹੁੰਦੀ ਹੈ, ਫਾਈਨੈਂਸ਼ਲੀ ਜੋ ਬਹੁਤ ਸਪੋਰਟ ਕਰਦੇ ਆ। ਅਸੀਂ ਸਾਰੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਹੁਣ ਮੈਂ ਬੇਨਤੀ ਕਰਾਂਗਾ, ਲੜਕੀ ਆ ਕਾਜਲ, ਡਾਟਰ ਆਫ ਜਸਵੀਰ ਸਿੰਘ ਬਸੀ ਹਸਤਖਾਂ, ਕੋਈ ਆਇਆ ਹੋਵੇ ਤਾਂ ਉਹ ਬੱਚੇ ਦਾ ਇਨਾਮ ਜੋ ਹੈ ਉਹ ਲੈ ਲੈਣ। ਸੁਮਨ ਦੇਵੀ, ਚਲੋ ਉਸ ਤੋਂ ਅਗਲਾ ਬੱਚਾ 4 ਨੰਬਰ ਤੇ ਜੋ ਵਿਸ਼ਾਲ ਦੇਵੀ ਆ। ਠੀਕ ਹੈ, ਹੁਣ ਸਮਾਂ ਆ ਗਿਆ ਫਸਟ, ਸੈਕੰਡ ਤੇ ਥਰਡ ਦਾ। जो तीसरे नंबर पे है साहिल भट्टी, सन ऑफ गुरजीत सिंह भट्टी,
VPO सारी, ये सारी तो बच्चा है जी 80% नंबर। तो जो तीसरे नंबर पे जो इनाम है 1100 रुपए का, लेके जो प्राइज है अगे आना। और दूसरे नंबर पे है जी लक्ष्मी सिद्धू, सन ऑफ गुरमीत सिंह भट्टी, सॉरी राम गोपाल सिद्धू। लक्ष्मी सिद्धू बहुत बहुत धन्यवाद। 2100 का जो इनाम है वो लक्ष्मी सिद्धू नूं साडे मेहमान दे रहे ने। दीक्षा भारती, दीक्षा भारती डॉटर ऑफ सोमदेव विलेज मालमजरा। ਭਾਜੀ ਉਹਨਾਂ ਦੀ ਡਾਕਟਰ ਹੈ ਜੀ। ਅੱਛਾ ਜੀ ਰਾਜੀ ਕਰਦੇ ਜੀ। 100 ਦੇ ਵਿੱਚੋਂ 90% ਨੰਬਰ ਹੈ ਇਹਦੇ ਬੱਚੀ ਦੇ। ਅੱਛਾ ਜੀ ਠੀਕ ਹੈ ਜੀ। दलजीत कुमार मन्नन, लेक्चरर जितेंद्र कुमार जी रियातबारा, क्लर्क संदीप कुमार जी, और एक साडे बहुत ही साथी साडे जसविंदर कुमार जज साहब जी दे रीडर, वो भी आ जान। एक इन्हां दा पहला इनाम 28 अगस्त साडे लेक्चरर जितेंद्र कुमार जी, सविता की बेटी ने, सविता और हरीश कुमार दोनों आए हैं बच्चे। अगली बेनती मैं करांगा बेगमपुरा टाइगर फोर्स के पंजाब प्रधान ताराचंद जी, वो भी आके अपना सम्मान लैन। ठीक है रैंकू वीर प्लीज 5-10 मिनट और तुहाडे, उस तो बाद लंच बस फ्री है। बस भाजी 5-7 मिनट हो रहा बस। ठीक है। मैं हुण बेनती करांगा इंजीनियर इन्हां दे नाल ही बहुत ही बिजी अपने शेड्यूल दे विचों समा कढ के साडे तक पहुंचे। कीमती समा कढ के साडे तक पहुंचे। ठीक है जी। वैसे बहुत ही जुझारू ते सूझवान पढ़े लिखे ये लीडर ने बेगमपुरा टाइगर फोर्स दे। ठीक है जी। देश नू जे खुशहाल बनाउणा हर एक नू पैना समझाउणा, जे चाहुंदे हो भला मुल्क दा सिख लो रल के पैना। पढ़ो जुड़ो संघर्ष करो बाबा साहब दा कहना, पढ़ो जुड़ो संघर्ष करो बाबा साहब दा कहना, पढ़ो जुड़ो संघर्ष करो बाबा साहब दा कहना। क्योंकि साडे कोल देखो बड़ी मुश्किल दा ਅਸੀਂ 2-2 ਰੁਪਏ ਇਕੱਠੇ ਕਰਕੇ, ਸਾਨੂੰ ਕੋਈ ਕਿਤੋਂ ਖਰਾਤ ਨਹੀਂ ਮਿਲਦੀ ਹੈ ਨਾ। ਨਹੀਂ ਇੱਕ ਮਿੰਟ ਸੁਣਿਓ, ਆਪਾਂ ਕਿਤੋਂ ਖਰਾਤ ਨਹੀਂ ਆਪਾਂ ਨੂੰ ਮਿਲਦੀ। ਆਪਾਂ ਇੱਕ ਪੈਸਾ ਦੇਖੋ, ਜਿੰਨਾ ਤੁਸੀਂ ਸਮਾਂ ਲਗਾ ਰਹੇ ਹੋ ਬਹੁਤ ਵੱਡੀ ਗੱਲ ਹੈ, ਜਿੰਨਾ ਤੁਸੀਂ ਮਿਹਨਤ ਕਰ ਰਹੇ ਹੋ ਬਹੁਤ ਵੱਡੀ ਗੱਲ ਹੈ। ਇੱਕ ਪੈਸਾ ਬਚਾਉਣ ਦੀ ਕੋਸ਼ਿਸ਼ ਕਰਨੀ ਆ। ਆ ਜਿਹੜੇ ਤੁਸੀਂ ਸਨਮਾਨ ਹੈ ਨਾ, ਜਦੋਂ ਤੁਸੀਂ ਕੰਮ ਕਰਦੇ ਆ ਸਾਨੂੰ ਸਨਮਾਨ ਮਿਲਦਾ। ਘੱਟੋ ਘੱਟ ਸਾਡੇ ਵਾਸਤੇ ਅੱਗੇ ਤੋਂ
ਕਿਸੇ ਵੀ ਤਰ੍ਹਾਂ ਦਾ ਇਹ ਪ੍ਰੋਟੋਕਾਲ ਨਾ ਕਰਿਓ, ਕਾਰਨ ਵੀ ਇਹਨਾਂ ਚੀਜ਼ਾਂ ਤੋਂ ਅਸੀਂ ਉੱਪਰ ਉੱਠ ਕੇ ਕੰਮ ਕਰਨਾ ਚਾਹੁੰਦੇ ਆ। ਅਸੀਂ ਤੁਹਾਡੇ ਲਈ ਸ਼ਾਬਾਸ਼, ਤੁਹਾਡੇ ਨਾਲ ਮੋਢਾ ਲਾ ਕੇ ਤੁਰਨਾ ਚਾਹੁੰਦੇ ਆ। ਇਹ ਰਵਾਇਤਾਂ ਤੋਂ ਅੱਗੇ ਨਿਕਲੀਏ, ਬੱਚਿਆਂ ਲਈ ਕਰੀਏ, ਜਿਹੜੇ ਲੋਕ ਨਵੇਂ ਸਾਡੇ ਨਾਲ ਜੁੜਦੇ ਆ ਉਹਨਾਂ ਲਈ ਹੌਸਲਾ ਅਫਜ਼ਾਈ ਕਰੀਏ, ਆਪਸ ਵਿੱਚ ਹੀ ਕਰਨ ਦੀ ਬਜਾਏ। ਸੋ ਇਹ ਬੇਨਤੀ ਜ਼ਰੂਰ ਕਬੂਲ ਕਰਨਾ। ਜੈ ਭੀਮ, ਜੈ ਭਾਰਤ, ਬਹੁਤ ਬਹੁਤ ਸ਼ੁਕਰੀਆ। मैं दी हाँ बाबा साहब दी जिन्हों लिखिया सी संविधान ओदी गले में दा खट्टिया खाईदा ताही सिफता करे जहान। मैं फैन हाँ ऐसी सोच दी, फैन हाँ ऐसी सोच दी, दे गए साडे लई बलिदान। ते दस्सी बई किन्नी माही बाबा साहिब जी बारे। हो दुनिया लई आपा ओ ना पाया खास मुकाम, भीम राव दी उच्ची सोच नू सब झुक झुक कर दे सलाम। योधा ओना जेहानी कोई होवना, ओना जेहानी कोई होवना, ना कोई ओना जेहा विद्वान। ओह ऐसा बब्बर शेर सी जिन्हें कलम बनाई तीर, जो हक ते सच लई लड़िया साडी बदल दिती तकदीर। ओह बने मसीहा कौम लई, बने मसीहा कौम लई, ए तां जाने कुल जहान। रुलदी औरत दी पत्त नू ओनी बनाया सिर दा ताज, माड़ी हालत वेख समाज दी, चुकी कौम लई ओना आवाज। कोई विरली मां है जमदी, विरली मां है जमदी, हो पुत्ती ओना जिहा महान। दीवे दी लोए पड़ के साडा जन्म दिता रुशना, लखा चाड़ी चाड़ी आईयां ओ ना कीती ना परवाह। सच लिखे पमा बखलोरिया लिखे तन ते कष्ट अनेका चले, बोले मनु बाग ते हले। तन ते कष्ट अनेका चले, बोले मनु बाग ते हले। तिखे तीर जिगर ते चले, बाबर हंसी जावर में